ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸਾਰੀਆਂ ਸੰਗਤਾਂ ਜੋ ਵੀ ਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਸੁਸ਼ੋਭਿਤ ਹੋ, ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੋਈ ਹੈ ਕਿ ਅਰਥਾਂ ਸਮੇਤ ਵਿਆਖਿਆ ਸਮੇਤ ਸ੍ਰੀ ਜਪਜੀ ਸਾਹਿਬ ਜੀ ਦੀ ਕੱਲ੍ਹ ਸੰਪੂਰਨਤਾ ਹੋਈ ਸੀ। ਸ਼ਲੋਕ ਦੇ ਅਰਥ ਹੋਏ ਜੋ ਮਹਾਰਾਜ ਨੂੰ ਭਾਇਆ। ਉਸ ਤੋਂ ਉਪਰੰਤ ਜੋ ਜਪਜੀ ਸਾਹਿਬ ਦੀ ਬਾਣੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਥਮ ਬਾਣੀ ਹੈ, ਅਤੇ ਇਸ ਬਾਣੀ ਦਾ ਜਿਹੜਾ ਮਹਾਤਮ ਹੈ, ਸੰਪੂਰਨ ਰੂਪ ਦੇ ਅੰਦਰ ਤਾਂ ਕੋਈ ਵੀ ਨਹੀਂ ਕਥਨ ਕਰ ਸਕਦਾ, ਪਰ ਉਸ ਨੂੰ ਸੰਖੇਪ ਦੇ ਨਾਲ, ਤਾਂ ਕਿ ਸਾਨੂੰ ਇਸ ਬਾਣੀ ਬਾਰੇ ਬੋਧ ਹੋਵੇ ਕਿ ਕਿਉਂ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਛਕਾਉਣ ਵੇਲੇ ਵੀ ਪਹਿਲਾਂ ਇਹੋ ਹੀ ਬਾਣੀ ਪੜ੍ਹੀ। ਗੁਰੂ ਸਾਹਿਬਾਨ ਜੋਤੀ ਜੋਤ ਸਮਾਉਂਦੇ ਰਹੇ, ਸ਼ਹੀਦੀਆਂ ਹੋਈਆਂ ਜਪਜੀ ਦਾ ਪਾਠ ਕਰਕੇ ਹੀ। ਅਤੇ ਫਿਰ ਜਪਜੀ ਸਾਹਿਬ ਦਾ ਜਿਹੜਾ ਮਹਾਤਮ ਹੈ, ਜੋ ਗੁਰੂ ਸਾਹਿਬ ਨੇ ਆਪਣੀ ਰਸਨਾ ਦੁਆਰਾ ਕਥਨ ਕੀਤਾ, ਉਹਦੇ ਅਨੇਕਾਂ ਪ੍ਰਮਾਣ। ਕਿਸ ਜਾਮੇ ਵਿੱਚ ਕਿਸੇ ਗੁਰੂ ਸਾਹਿਬ ਨੇ ਜਪਜੀ ਸਾਹਿਬ ਦੇ ਮਹਾਤਮ ਨੂੰ ਕਿਹਾ, ਉਹ ਕੁਝ ਵਿਚਾਰਾਂ ਨਾ ਅੱਜ। ਜਪਜੀ ਸਾਹਿਬ ਜਿਹੜਾ ਹੈ, ਦਰਿਆ ਰਾਵੀ ਦੇ ਕਿਨਾਰੇ ਕਰਤਾਰਪੁਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਲਹਿਣੇ ਨੂੰ ਆਗਿਆ ਕੀਤੀ, ਜੋ ਬਾਅਦ ਦੇ ਗੁਰੂ ਅੰਗਦ ਸਾਹਿਬ ਸਰੂਪ ਦੇ ਅੰਦਰ ਪ੍ਰਗਟ ਹੋਏ। ਬਖਸ਼ਾਂ ਹੋਈਆਂ ਅੰਗ ਪਰਸ ਕੇ ਅੰਗਦ ਬਣਿਆ, ਜਿਉਂ ਦੀਵੇ ਤੇ ਦੀਵਾ। ਇਹ ਮਹਾਰਾਜ ਸਾਹਿਬ ਨੇ ਕਿਹਾ ਕਿ ਭਾਈ ਲਹਿਣਾ, ਹੁਣ ਤੂੰ ਇਸ ਤਰ੍ਹਾਂ ਕਰ, ਜਪਜੀ ਸਾਹਿਬ ਦੀਆਂ ਸਾਰੀਆਂ ਪੌੜੀਆਂ ਇਹਨਾਂ ਦੀ ਤਰਤੀਬ ਬਣਾ। ਇਹ ਡਾਕਟਰ ਭਾਈ ਵੀਰ ਸਿੰਘ ਜੀ ਲਿਖਦੇ ਹੈ ਵੀ ਇੱਥੋਂ ਇਹ ਜਾਪਦਾ ਹੈ ਵੀ ਜਪਜੀ ਸਾਹਿਬ ਦੀ ਪੌੜੀ ਕੋਈ ਕਿਤੇ ਵੱਖਰੀ ਵੱਖਰੀ ਉਚਾਰਨ ਹੋਈ ਸੀ। ਉਹ ਸਮੇਰ ਪਰਬਤ ਦੇ ਉੱਤੇ, ਅਤੇ ਜਦੋਂ ਸਿੱਧ ਪ੍ਰਸ਼ਨ ਕਰਦੇ ਸੀ ਮਹਾਰਾਜ ਉੱਤਰ ਦਿੰਦੇ ਸੀ। ਜਪਜੀ ਸਾਹਿਬ ਦਾ ਸੰਪੂਰਨ ਉਚਾਰਨ ਹੋਇਆ ਉੱਥੇ, ਪਰ ਪੌੜੀਆਂ ਨੰਬਰਵਾਰ ਜਿਹੜੀਆਂ ਕੀਤੀਆਂ, ਇਹ ਉਹਦੀ ਵਿਚਾਰ। ਅਤੇ ਮਹਾਰਾਜ ਸਾਹਿਬ ਜੀ ਨੇ ਕਿਹਾ ਵੀ ਇਹਨਾਂ ਪੌੜੀਆਂ ਨੂੰ ਇਕੱਠੀਆਂ ਕਰੋ, ਤਰਤੀਬ ਦਿਓ। ਤਰਤੀਬ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਆਗਿਆ ਅਨੁਸਾਰ ਅਤੇ ਭਾਈ ਲਹਿਣੇ ਨੇ ਜਪਜੀ ਸਾਹਿਬ ਦੀਆਂ ਪੌੜੀਆਂ ਦਾ ਪਾਠ ਸੁਣਾਇਆ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫਿਰ ਜਪਜੀ ਸਾਹਿਬ ਦੀ ਮਹਿਮਾ ਆਪਣੇ ਮੁਖਾਰਬਿੰਦ ਤੋਂ ਉਚਾਰਨ ਕੀਤੀ, ਅਤੇ ਜਿਹਦਾ ਵੇਰਵਾ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਦਿੱਤਾ ਹੈ। ਜਪਜੀ ਸਾਹਿਬ ਦਾ ਮਹਾਤਮ ਉਚਾਰਨ ਕੀਤਾ। ਸਭ ਤੋਂ ਪਹਿਲਾਂ ਮੂਲ ਮੰਤਰ ਜਿਹੜਾ ਹੈ, ਇਹਦੀ ਮਹਿਮਾ ਕੀਤੀ ਮਹਾਰਾਜ ਨੇ। ਅਤੇ ਫਿਰ ਆਪ ਜੀ ਨੇ ਬੈਠ ਕਹੇ ਅੰਗਦ ਸੰਗ ਬਚਨਾ। ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਕਰਤਾਰਪੁਰ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ, ਪਰਉਪਕਾਰ ਜਿਨਹਿ ਮਰ ਰਚਨਾ, ਕਿ ਤੁਸੀਂ ਹੁਣ ਅੱਗੇ ਪਰਉਪਕਾਰ ਕਰਨਾ ਹੈ ਅਤੇ ਗੁਰਸਿੱਖੀ ਦਾ ਪ੍ਰਚਾਰ ਕਰਨਾ ਹੈ ਸਾਡੇ ਸਰੀਰ ਤੋਂ ਬਾਅਦ। ਅਤੇ ਹੁਣ ਤੁਸੀਂ ਕਰਨਾ ਕੀ ਹੈ, ਅਬ ਤੁਮ ਜਗਤ ਉਦਾਹਰਨ ਕਾਰਨ। ਹੁਣ ਸੰਸਾਰ ਨੂੰ ਤਾਰਨ ਵਾਸਤੇ ਮੂਲ ਮੰਤਰ ਸੁਭ ਕਰੋ ਸੁਧਾਰਨ। ਇੱਕ ਤਾਂ ਇਹ ਗੱਲ ਸਮਝ ਲਓ ਵੀ ਸੰਸਾਰ ਦੀ ਕਲਿਆਣ ਵਾਸਤੇ ਮੂਲ ਮੰਤਰ ਸੱਚਖੰਡ ਤੋਂ ਅਸਾਂ ਲੈ ਕੇ ਆਂਦਾ ਹੈ। ਇਹ ਪ੍ਰਗਟ ਹੋਇਆ ਸੱਚਖੰਡ ਦੇ ਵਿੱਚ। ਮੂਲ ਮੰਤਰ ਦਾ ਜਾਪ ਕਰਨ ਵਾਲਾ ਇਹ ਉੱਥੇ ਹੀ ਸੱਚਖੰਡ 'ਚ ਪਹੁੰਚੂਗਾ ਜਿੱਥੇ ਦਾ ਮੂਲ ਮੰਤਰ ਹੈ। ਸੰਸਾਰ ਦੀ ਕਲਿਆਣ ਵਾਸਤੇ ਲਿਆਂਦਾ ਹੈ। ਇਹ ਸ੍ਰਿਸ਼ਟੀ ਦੇ ਭਲੇ ਵਾਸਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਪ੍ਰੇਰਨਾ ਗੁਰੂ ਨਾਨਕ ਸਾਹਿਬ ਨੇ ਕੀਤੀ। ਅਤੇ ਨਾਲ ਇਹ ਕਿਹਾ ਵੀ ਜਿਹੜੀ ਮੇਰੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਹੈ, ਇਹ ਗੁਣਾਂ ਦੀ ਖਾਨ ਹੈ। ਮਮ ਬਾਣੀ ਗੁਣ ਖਾਨੀ ਦੇਖਾ, ਲੀਜੈ ਬੀਨ ਬੀਨ ਵਿਸ਼ੇਖਾ। ਮੇਰੀ ਜਿਹੜੀ ਬਾਣੀ ਹੈ, ਇਹਨੂੰ ਬੀਨ ਬੀਨ ਨਾਵੇਂ ਇਕੱਠੀ ਕਰ ਕਰਕੇ, ਵਿਸ਼ੇਸ਼ ਕਰਕੇ
ਫਿਰ ਤੁਸੀਂ ਇਹ ਜਪਜੀ ਸਾਹਿਬ ਜਿਹੜੀ ਹੈ ਜਾਂ ਹੋਰ ਬਾਣੀ ਹਮੇ ਸੁਨਾਵਤ ਜਾਓ ਉਚਾਰਾ, ਇਹ ਪੌੜੀਆਂ ਦੀ ਤਰਤੀਬ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹੜੀ ਪੌੜੀ ਕਿੱਥੇ ਰੱਖਣੀ ਹੈ, ਇਹ ਤਰਤੀਬ ਆਪਣੀ ਹਜ਼ੂਰੀ ਵਿੱਚ ਭਾਈ ਲਹਿਣੇ ਤੋਂ ਬਣਵਾਈ। ਭਾਈ ਲਹਿਣਾ ਜੀ ਉਚਾਰਨ ਕਰਦੇ ਗਏ, ਨਾਲ ਕਿਹਾ ਬੰਦ ਮਰਿਆਦ ਕਰੋ ਉਪਚਾਰਾ, ਇਹ ਹੁਣ ਯਤਨ ਕਰੋ। ਹਮ ਤੇ ਜੋ ਜਨਮੈ ਪਛਾਤਾ, ਤਿਨ ਸਭ ਕੋ ਹੋਵੈ ਗਤ ਦਾਤਾ। ਜਿਹੜੇ ਸਾਤੋਂ ਬਾਅਦ ਜਨਮ ਲੈਣਗੇ ਸਿੱਖ ਜਾਂ ਸਿੱਖਣੀਆਂ, ਮੇਰਾ ਸਰੀਰ ਨਹੀਂ ਹੋਏਗਾ ਜਦੋਂ ਗੁਰੂ ਨਾਨਕ ਸਾਹਿਬ ਕਹਿੰਦੇ। ਅਰੇ ਦਸੇ ਗੁਰੂ ਸਾਹਿਬਾਨਾਂ ਤੇ ਸਮਝ ਲਓ, ਗੁਰੂ ਤਾਂ ਹੈਗਾ ਗੁਰੂ ਸਾਹਿਬ ਦਾ ਪੰਜ ਭੌਤਿਕ ਸਰੀਰ, ਉਹਦੇ ਥਾਂ ਤੇ ਪ੍ਰਗਟ ਗੁਰਾਂ ਦੀ ਦੇਹ ਗੁਰੂ ਗ੍ਰੰਥ ਸਾਹਿਬ ਹੈ। ਮਹਾਰਾਜ ਕਹਿੰਦੇ ਜੋ ਮੇਰੇ ਸਿੱਖਾਂ ਦੇ ਘਰ ਜਨਮ ਲੈਣਗੇ ਮੇਰੇ ਸਰੀਰ ਤੋਂ ਬਾਅਦ ਮੈਂ ਉਹਨਾਂ ਦਾ ਵੀ ਭਲਾ ਲੋਚਦਾ। ਦੇਖੋ ਕਿੱਡਾ ਫਿਕਰ ਕੀਤਾ ਗੁਰੂ ਨਾਨਕ ਸਾਹਿਬ ਨੇ ਸਾਡਾ। ਕਹਿੰਦੇ ਉਹਨਾਂ ਵਾਸਤੇ ਹਮ ਤੇ ਜੋ ਜਨਮੈ ਪਛਾਤਾ, ਤਿਨ ਸਕੋ ਹੋਵੇ ਗਤ ਦਾਤਾ, ਤਿਨ ਸਭ ਕੋ ਹੋਵੇ ਗਤ ਦਾਤਾ। ਇਹ ਜਪਜੀ ਸਾਹਿਬ ਉਹਨਾਂ ਦੀ ਕਲਿਆਣ ਕਰੇਗਾ। ਜਿਉਂ ਜਹਾਜ਼ ਚੜ੍ਹ ਸਾਗਰ ਤਰਹਿ, ਜਿਵੇਂ ਕੋਈ ਜਹਾਜ਼ ਤੇ ਚੜ੍ਹ ਕੇ ਵੱਡਾ ਸਮੁੰਦਰ ਪਾਰ ਕਰ ਜਾਂਦਾ ਹੈ, ਤਿਉਂ ਤੇ ਪੜ੍ਹ ਸੰਸਾਰ ਉਦਰਹਿ। ਜਪਜੀ ਸਾਹਿਬ ਪੜ੍ਹ ਕੇ ਸੰਸਾਰ ਦੀ ਕਲਿਆਣ ਹੋਏਗੀ। ਪੁਨ ਸ੍ਰੀ ਅੰਗਦ ਬੰਦਨ ਠਾਨੇ, ਬੀਨ ਬੀਨ ਨੀਕੇ ਗੁਰਬਾਨੇ। ਗੁਰੂ ਅੰਗਦ ਦੇਵ ਜੀ ਨੇ ਨਮਸਕਾਰ ਕੀਤੀ, ਫਿਰ ਜਪਜੀ ਸਾਹਿਬ ਦੀਆਂ ਪੌੜੀਆਂ ਇਕੱਠੀਆਂ ਕਰ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਸੁਣਾਉਂਦੇ ਗਏ। ਆਨ ਸੁਨਾਵਨ ਕੀਨ ਸੁਹਾਨੀ, ਉਹ ਸੁਣਾਇਆ ਗੁਰੂ ਅੰਗਦ ਦੇਵ ਜੀ ਨੇ ਕਰਤਾਰਪੁਰ ਸਾਹਿਬ ਦਰਿਆ ਰਾਵੀ ਦੇ ਕਿਨਾਰੇ। ਉਸ ਵੇਲੇ ਤਬ ਜਪ ਨਾਮ ਧਰਿਓ ਗੁਣ ਖਾਨੀ। ਮਹਾਰਾਜ ਕਹਿੰਦੇ ਵੀ ਇਹ ਜਪਣ ਯੋਗ ਬਾਣੀ ਹੈ, ਇਹ ਸਿੱਖਾਂ ਦਾ ਜਾਪ ਹੈ ਤੇ ਮਾਲਾ ਮੰਤਰ ਹੈ, ਤੇ ਜਪਜੀ ਸਾਹਿਬ ਗੁਣਾਂ ਦੀ ਖਾਨ ਹੈ। ਸ੍ਰੀ ਮੁਖ ਤੇ ਮਹਿਮਾ ਪੁਨ ਭਾਖੀ, ਜੋ ਨਰ ਹੋਇਆ ਸਿੱਖੀ ਅਵਲਾਖੀ। ਆਪਣੇ ਮੁਖ ਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਜਿਹੜਾ ਮਨੁੱਖ ਸਿੱਖੀ ਦੀ ਇੱਛਾ ਰੱਖਦਾ ਹੈ ਕਿ ਮੈਨੂੰ ਸਿੱਖੀ ਪ੍ਰਾਪਤ ਹੋਵੇ, ਕਹਿੰਦੇ ਉਹਦੇ ਵਾਸਤੇ ਅਸੀਂ ਦੱਸਦੇ ਹਾਂ ਉਹਨੇ ਕੀ ਕਰਨਾ ਹੈ। ਨਿਸਮੈ ਉਠੇ ਸੇ ਕਰੇ ਇਸ਼ਨਾਨਾ, ਉਹ ਪਹਿਰ ਰਾਤ ਰਹਿੰਦੀ ਪਹਿਲਾਂ ਤਾਂ ਉੱਠਣ ਦਾ ਜਿਹੜਾ ਸੁਭਾਅ ਬਣਾਵੇ, ਜਿਹੜਾ ਮੇਰਾ ਸਿੱਖ ਕਹਾਉਂਦਾ ਹੈ ਕਿ ਮੈਂ ਗੁਰੂ ਨਾਨਕ ਦਾ ਸਿੱਖ ਹਾਂ। ਤੇ ਨਹੀਂ ਫਿਰ ਅਸੀਂ ਤਾਂ ਕਹਾਂਗੇ ਕਿ ਗੁਰੂ ਦੇ ਸਿੱਖ ਹਾਂ, ਪਰ ਗੁਰੂ ਨਹੀਂ ਕਹੂਗਾ ਵੀ ਮੇਰਾ ਸਿੱਖ ਹੈ, ਕਿਉਂਕਿ ਅੰਮ੍ਰਿਤ ਵੇਲਾ ਨਹੀਂ। ਨਿਸਮੈ ਉਠੇ ਕਰੇ ਇਸ਼ਨਾਨਾ, ਜਪ ਪੜ੍ਹ ਹੈ ਇੱਕ ਚਿੱਤ ਸਾਵਧਾਨਾ। ਫਿਰ ਜਪਜੀ ਸਾਹਿਬ ਦਾ ਪਾਠ ਸਭ ਤੋਂ ਪਹਿਲਾਂ ਕਰਨਾ ਸਾਵਧਾਨ ਹੋ ਕੇ। ਇਹਦੇ ਨਾਲ ਦੱਸਿਆ ਅਰਥ ਵਿਚਾਰ ਕਰੈ ਉਰਮਾਹੀ। ਜਪਜੀ ਸਾਹਿਬ ਦੇ ਅਰਥਾਂ ਨੂੰ ਨਾਲ ਨਾਲ ਸਿਮਰਤੀ 'ਚ ਲਿਆਉਂਦੇ ਜਾਣਾ ਹੈ ਕਿ ਮਹਾਰਾਜ ਦੀ ਬਾਣੀ ਕੀ ਕਹਿੰਦੀ। ਸਾਰੀ ਬਾਣੀ ਦਾ ਇਹ ਇਸੇ ਤਰ੍ਹਾਂ ਦਾ ਨਿਯਮ ਹੈ। ਹੁਣ ਜਪਜੀ ਸਾਹਿਬ ਦੇ ਅਰਥਾਂ ਦੀ ਸਾਨੂੰ ਲੋੜ ਕਿਉਂ ਹੈ? ਗੁਰੂ ਦਾ ਹੁਕਮ ਹੈ। ਜੇ ਅਰਥ ਸੁਣੇ ਹੋਣਗੇ, ਪਕਾਏ ਹੋਣਗੇ, ਤਾਂ ਜਪਜੀ ਸਾਹਿਬ ਦਾ ਪਾਠ ਕਰਨ ਲੱਗਿਆ ਕਹਿੰਦੇ ਹਿਰਦੇ ਦੇ ਵਿੱਚ ਅਰਥਾਂ ਨੂੰ ਵਿਚਾਰਦੇ ਜਾਓ। ਫਲ ਕੀ ਹੋਏਗਾ? ਗੁਰੂ ਨਾਨਕ ਸਾਹਿਬ ਦੇ ਮੁਕਤ ਹੋਏ ਸੋ ਸੰਸੈ ਨਾਹੀ। ਉਹ ਸਿੱਖ ਮੁਕਤ ਹੋ ਜਾਏਗਾ ਤੇ ਕੋਈ ਸੰਸਾ ਨਹੀਂ ਹੈ। ਇਹ ਗੁਰੂ ਸਾਹਿਬ ਦੇ ਬਚਨ। ਜਪ ਜੀ ਸੇਵਨ ਪ੍ਰੀਤ ਸੋ ਜਾਹੀ। ਜਿਹਦੇ ਮਨ ਦੇ ਵਿੱਚ ਜਪਜੀ ਸਾਹਿਬ ਦਾ ਪ੍ਰੇਮ ਹੈ, ਜਿਸ ਤਰ੍ਹਾਂ ਅਸੀਂ ਆਪਣੀ ਦੇਹ ਨਾਲ ਪ੍ਰੇਮ ਕਰਦੇ ਹਾਂ, ਸੰਬੰਧੀਆਂ ਨਾਲ ਕਰਦੇ ਹਾਂ, ਖਾਣ ਪੀਣ ਨਾਲ ਕਰਦੇ ਹਾਂ, ਇਹ ਸਾਰੇ ਪ੍ਰੇਮ। ਨੀਂਦ ਨਾਲ ਕਿੰਨਾ ਪ੍ਰੇਮ ਕਰਦੇ ਹਾਂ, ਗੱਲਾਂ ਨਾਲ ਕਿੰਨਾ ਪ੍ਰੇਮ ਕਰਦੇ ਹਾਂ। ਜਦੋਂ ਜਪਜੀ ਸਾਹਿਬ ਦੇ ਪ੍ਰੇਮ ਜਾਗੇਗਾ, ਮਹਾਰਾਜ ਕਹਿੰਦੇ ਮਮ ਸਨੀ ਸਮੀਪ ਪ੍ਰਾਪਤ ਹੋਏ ਤਾਹੀ। ਉਹ ਸਰੀਰ ਤਿਆਗ ਕੇ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਸੰਭਾਲਾਂਗਾ ਉਹਨੂੰ ਸੱਚਖੰਡ ਵਿੱਚ, ਕਿਉਂਕਿ ਮੇਰੇ ਜਪਜੀ ਸਾਹਿਬ ਦਾ ਪਾਠ ਕਰਦਾ ਰਿਹਾ। ਇਹ ਨਿਰੰਕਾਰ ਦਾ ਹੁਕਮ ਹੈ। ਤੇ ਐਡਾ ਵੱਡਾ ਮਹਾਰਾਜ ਸਾਹਿਬ ਜੀ ਨੇ ਇਹਦਾ ਫਲ ਦੱਸਿਆ। ਤਰੇ ਕਾਮਨਾ ਪੜ੍ਹੈ ਇੱਕ ਮਨ। ਸੰਸਾਰ ਦੀ ਕੋਈ ਕਾਮਨਾ ਹੋਵੇ, ਜਪਜੀ ਸਾਹਿਬ ਤੋਂ ਸਾਰੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ। ਹੋਏ ਸੰਪੂਰਨ ਤਿਹ ਕੀ ਤਤਸ਼ਨ। ਪਰ ਪ੍ਰੇਮ ਤੇ ਸ਼ਰਧਾ ਚਾਹੀਦੀ ਹੈ।
ਜੰਤਰ ਮੰਤਰ ਪੁਨ ਤੰਤਰ ਮਹਾਨਾ। ਤਿੰਨ ਸ਼ਕਤੀਆਂ ਤਾਂਤਰਿਕ ਸ਼ਕਤੀ ਵਾਲੇ ਜਿਹੜੇ ਤਾਂਤਰਿਕ ਲੋਕ ਨੇ, ਜੰਤਰ ਹੈ, ਮੰਤਰ ਹੈ, ਤੰਤਰ ਨੇ, ਇਹਨਾਂ ਦੀ ਆਪਾਂ ਵਿਆਖਿਆ ਕਰੀਏ ਨਾ ਫਿਰ ਬਾਕੀ ਗੱਲਾਂ ਰਹਿ ਜਾਣਗੀਆਂ। ਉਹ ਤਾਂ ਆਉਂਦੀ ਰਹਿੰਦੀ ਹੈ। ਮੰਤਰ ਮੂੰਹ ਤੋਂ ਬੋਲਿਆ ਜਾਂਦਾ ਹੈ, ਜੰਤਰ ਜਿਹੜਾ ਲਿਖ ਕੇ ਕਰਿਆ ਜਾਂਦਾ ਹੈ, ਤੰਤਰ ਕਈ ਚੀਜ਼ਾਂ ਇਕੱਠੀਆਂ ਕੀਤੀਆਂ ਜਾਂਦੀਆਂ। ਫਿਰ ਨਾਲ ਕੀ ਕਹਿੰਦੇ ਨੇ? ਕਹਿੰਦੇ ਭੂਤ ਜੇ ਪ੍ਰੇਤ ਦੈਂਤ ਬਲਵਾਨਾ। ਭੂਤ ਹੋਵੇ, ਪ੍ਰੀਤ ਹੋਵੇ, ਦੈਂਤ ਹੋਵੇ, ਇਹਨਾਂ ਦੀਆਂ ਕਈਆਂ ਕਿਸਮਾਂ ਜਿਹੜੀਆਂ ਲੋਕਾਂ ਨੂੰ ਦੁੱਖ ਦਿੰਦੇ ਆ, ਬੜੇ ਬਲ ਵਾਲੇ ਹੋਣ ਭਾਵੇਂ। ਮਹਾਰਾਜ ਕਹਿੰਦੇ ਤੇਹ ਸਮੀਪ ਨਹਿ ਆਵੈ ਕੋਈ। ਉਹਦੇ ਨੇੜੇ ਨਹੀਂ ਆਊਗਾ ਜਿਹੜਾ ਜਪਜੀ ਸਾਹਿਬ ਦਾ ਪਾਠ ਕਰਦਾ। ਪਠਨ ਪ੍ਰੀਤ ਨਿਤ ਨਰ ਜਿਹੇ ਹੋਈ। ਨਿਤ ਦਾ ਨਿਯਮ ਹੋਵੇ ਵੀ ਕਦੇ ਜਪਜੀ ਸਾਹਿਬ ਛੱਡੇ ਨਾ, ਔਰ ਪ੍ਰੇਮ ਹੋਵੇ ਜਪਜੀ ਸਾਹਿਬ ਦੇ ਨਾਲ। ਮਾਨੁਖ ਦੇਹ ਜੀਵ ਜਿਨ ਪਾਈ, ਜਪ ਵਿਹੀਨ ਹੋਏ ਬਾਦ ਗਵਾਈ। ਮਨੁੱਖਾ ਸਰੀਰ ਪ੍ਰਾਪਤ ਕਰਕੇ ਜਿਹਨੇ ਜਪਜੀ ਸਾਹਿਬ ਨਹੀਂ ਪੜ੍ਹਿਆ, ਜਪਜੀ ਸਾਹਿਬ ਕੰਠ ਨਹੀਂ ਕੀਤਾ, ਕਹਿੰਦੇ ਉਹਨੂੰ ਤਾਂ ਮਨੁੱਖਾ ਜਨਮ ਵਿਅਰਥ ਐਵੇਂ ਹੀ ਗਵਾ ਲਿਆ ਹੋਇਆ। ਉਹਦੀ ਮਨੁੱਖਾ ਦੇਹੀ ਪਾਈ ਸਫਲ ਹੀ ਨਹੀਂ। ਤੇ ਇਸ ਕਰਕੇ ਪਏ ਨੇ ਸਿੱਖਣ ਯੋਗ ਮੰਤਰ ਗੁਰ ਕੇਰਾ, ਇਹ ਤੋਂ ਉਤ ਨਿਤ ਸੁਖ ਦੇਤ ਕਨੇਰਾ। ਇਥੋਂ ਹੋਏ ਭਾਈ ਸੰਤੋਖ ਸਿੰਘ ਜੀ ਗੁਰੂ ਸਾਹਿਬ ਦੇ ਵੱਲੋਂ ਤੇ ਕੁਝ ਆਪਣੀ ਫਿਰ ਰਾਏ ਦੇਣ ਲੱਗੇ ਹੈ। ਇਹ ਮੰਤਰ ਗੁਰੂ ਸਾਹਿਬ ਜੀ ਦਾ ਸਿੱਖਾਂ ਨੂੰ ਕਨੇਰਾ ਬਹੁਤਾ ਸੁਖ ਦੇਣ ਵਾਲਾ ਹੈ। ਹੋਏ ਸਿੱਖ ਜਬ ਕੰਠ ਨਾ ਕੀਨੋ, ਨਾਉ ਧਰੀਕ ਬੇਖ ਧਰ ਲੀਨੋ। ਹੋਵੇ ਸਿੱਖ ਕਹਿੰਦੇ ਜਪਜੀ ਸਾਹਿਬ ਕੰਠ ਨਾ ਹੋਵੇ, ਕਹਿੰਦੇ ਸਿੱਖ ਨਹੀਂ ਹੈਗਾ, ਫਿਰ ਭੇਖੀ ਸਿੱਖ ਹੈ। ਐਵੇਂ ਹੀ ਬਣਿਆ ਫਿਰਦਾ, ਸਿੱਖ ਹੈ ਨਹੀਂ ਉਹ ਕਿ ਜਪਜੀ ਸਾਹਿਬ ਵੀ ਕੰਠ ਨਹੀਂ ਕੀਤਾ। ਇਸ ਦੇ ਔਰ ਨਾ ਕੋ ਵਿਦ ਉੱਚੀ, ਐਦੋਂ ਉੱਚੀ ਵਿਧੀ ਕੋਈ ਨਹੀਂ ਹੈ। ਜਪ ਸੇਵਨ ਇੱਕ ਮਨ ਹੋਏ ਸੋਚੀ। ਜਪਜੀ ਸਾਹਿਬ ਦਾ ਸੇਵਨ ਕਰੇਗਾ, ਮਨ ਸੁੱਚਾ ਹੋ ਜਾਏਗਾ, ਪਵਿੱਤਰ ਹੋ ਜਾਏਗਾ। ਕਾਮ ਤੇਨ ਚਿੰਤਾ ਮਨ ਸੁਰਤਰ। ਕਹਿੰਦੇ ਇਹ ਜਿਹੜੀਆਂ ਚੀਜ਼ਾਂ ਨੇ ਕਾਮਨਾ ਪੂਰੀ ਕਰਨ ਵਾਲੀ, ਕਾਮ ਤੇਨ ਗਊ ਹੈ, ਜੋ ਮੰਗੇ ਉਹ ਖਿਓ ਹੀ ਦਿੰਦੀ ਹੈ। ਜਮਦਾਗਰ ਰਿਸ਼ੀ ਦੇ ਕੋਲ ਇਹੀ ਸੀ ਨਾ ਜਸੰਸਰ ਬਾਬੂ ਨੂੰ ਜਦੋਂ ਕਤਲ ਕੀਤਾ। ਚਿੰਤਾਮਣੀ ਇੱਕ ਬੱਟੀ ਹੈ, ਉਹ ਜੋ ਚਿਤਵਣੀ ਕਰੋ ਪੂਰੀ ਹੋ ਜਾਂਦੀ ਹੈ। ਸੁਰਤਰ ਦੇਵਤਿਆਂ ਦਾ ਬਿਰਸ਼ ਹੈ। ਪਾਰਜਾਤ ਗੋਪੀ ਲੈ ਆਇਆ, ਆਉਂਦੇ ਆ ਨਾ ਪ੍ਰਸੰਗ। ਇਹ 5 ਤਰ੍ਹਾਂ ਦੇ ਬਿਰਸ਼ ਸਵਰਗ ਦੇ ਬੰਨੇ ਗਏ। ਇਹ ਬੜੇ ਸ਼ਕਤੀਸ਼ਾਲੀ ਨੇ। ਕਹਿੰਦੇ ਕਰ ਨਾ ਸਕੇ ਅਧ ਤਿਲ ਸੰਸਰ। ਅੱਗੇ ਕੀ ਕਿਹਾ? ਇਹ ਤਿੰਨੇ ਕਾਮ ਤਿੰਨ ਗਊ ਚਿੰਤਾਮਣੀ ਤੇ ਸੁਰਤਰ ਪਾਰਜਾਤ ਵੇ ਅੱਧੇ ਤਿਲ ਜਿੰਨਾ ਜਪਜੀ ਸਾਹਿਬ ਦੇ ਮਹਾਤਮ ਦੇ ਬਰਾਬਰ ਅੱਧੇ ਤਿਲ ਜਿੰਨਾ ਬਣੀ ਹੈ ਇਹ। ਦੋਹਰਾ ਮਹਿਮਾ ਬਰਨੀ ਅਲਪ ਮੈਂ ਕਹਿ ਨਾ ਜਾਏ ਮਤ ਮੰਦ। ਭਾਈ ਸੰਤੋਖ ਸਿੰਘ ਕਹਿੰਦੇ ਨੇ ਕਿ ਗੁਰੂ ਸਾਹਿਬ ਦਾ ਇਹ ਜਪਜੀ ਸਾਹਿਬ ਮੇਰੀ ਮਤ ਜਿਹੜੀ ਹੈ ਉਹ ਮੰਦੀ ਹੈ। ਪੂਰਾ ਤਾਂ ਮੈਂ ਕਹਿ ਨਹੀਂ ਸਕਦਾ। ਊਚ ਅਗਾਧ ਅਕਥ ਹੈ ਜੋ ਜਪ ਜੀ ਸੁਖ ਕੰਦ। ਬਹੁਤ ਉੱਚਾ ਹੈ, ਸੁਖ ਦੇਣ ਵਾਲਾ ਹੈ। ਹੁਣ ਫਿਰ ਭਾਈ ਸਾਹਿਬ ਜੀ ਕਹਿੰਦੇ ਨੇ, ਭਾਈ ਸੰਤੋਖ ਸਿੰਘ, ਮਨ ਮੂਰਖ ਨਿਤ ਪ੍ਰਤ ਜਪਤ ਸੇਵ। ਹੇ ਮੂਰਖ ਮਨਾ, ਜਪਜੀ ਸਾਹਿਬ ਨਿਤ ਪ੍ਰਤੀ ਸੇਵਾ ਕਰ। ਜੇ ਕੋ ਚਾਹੇ ਮੁਨ ਜਨ ਦੇਵ। ਕੀ ਕਿਹਾ? ਕਹਿੰਦੇ ਜਪਜੀ ਸਾਹਿਬ ਜਦੋਂ ਦਾ ਉਚਾਰਨ ਕੀਤਾ ਗਿਆ ਹੈ, ਬੜੇ ਬੜੇ ਰਿਸ਼ੀ, ਬੜੀਆਂ ਬੜੀਆਂ ਗੁਪਤ ਰੂਹਾਂ ਔਰ ਦੇਵਤੇ, ਉਹ ਕੀ ਕਹਿੰਦੇ? ਦੇਵਤੇ ਇੱਛਾ ਕਰਦੇ ਹੈ ਕਿ ਹੇ ਪਰਮੇਸ਼ਰ ਜੀ, ਸਾਨੂੰ ਇੱਕ ਵਾਰੀ ਮਨੁੱਖਾ ਸਰੀਰ ਦੇ ਦਿਓ, ਅਸੀਂ ਜਾ ਕੇ ਗੁਰੂ ਨਾਨਕ ਦੀ ਸਿੱਖੀ ਧਾਰਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਿਆ ਕਰਾਂਗੇ। ਇਸ ਦੇਹੀ ਕੋ ਸਿਮਰਨ ਦੇਵ। ਦੇਵਤੇ ਚਾਹੁੰਦੇ ਨੇ ਜੇ ਕੋ ਚਾਹੇ ਮੁਨ ਜਨ ਦੇਵ। ਕਿਤ ਵਿਦ ਹੋਵੇ ਮਾਨੁਖ ਦੇਹੀ, ਸ੍ਰੀ ਨਾਨਕ ਸਿੱਖੀ ਮਗਲੇ ਹੀ। ਕਿ ਸਾਨੂੰ ਮਨੁੱਖਾ ਸਰੀਰ ਪ੍ਰਾਪਤ ਹੋ ਜਾਏ, ਅਸੀਂ ਸਿੱਖੀ ਪ੍ਰਾਪਤ ਕਰ ਲਈਏ। ਜਪਜੀ ਸੇਵ ਕੱਟੈ ਜਮ ਫਾਸੀ। ਜਮਾਂ ਦਾ ਫਾਹਾ ਜਿਹੜਾ ਉਹ ਜਪਜੀ ਸਾਹਿਬ ਪੜ੍ਹਨ ਦੇ ਨਾਲ ਕੱਟਿਆ ਜਾਂਦਾ ਹੈ। ਫਿਰ ਕੀ ਹੁੰਦਾ ਹੈ? ਇਸ ਤੋਂ ਇਲਾਵਾ ਬਹੁਰ ਮਿਲੇ ਪਦਵੀ ਅਵਨਾਸੀ। ਨਾਸ ਤੋਂ ਰਹਿਤ ਪਦਵੀ ਮਿਲਦੀ ਹੈ। ਅਸ ਸੰਜੋਗ ਚਹਿਤ ਹੈ ਸੋਈ।
ਇਹੋ ਜਸਿਓ। ਤੁਮ ਕੋ ਤੋ ਸਭ ਪ੍ਰਾਪਤ ਹੋਈ, ਬਾਰ ਬਾਰ ਕਿਆ ਕਹੋ ਬਣਾਈ। ਭਾਈ ਸੰਤੋਖ ਸਿੰਘ, ਕੀ ਕਹਾਂ ਮੈਂ ਬਾਰ ਬਾਰ ਕਵਿਤਾ 'ਚ ਬਣਾ ਕੇ, ਹੋਵੇ ਅਬ ਅੰਤ ਸਮਾਂ ਦੁਖਦਾਈ। ਜਦੋਂ ਅੰਤ ਸਮਾਂ, ਇਹ ਬੜਾ ਦੁਖਦਾਈ ਹੈ ਜਦੋਂ ਜਮਾਂ ਨੇ ਆ ਕੇ ਸੰਗੀ ਦਬਣੀ ਹੈ। ਤੇਸ਼ਨ ਪਛਤਾਵੇ ਮਲ ਹਾਥਾ, ਉਸ ਵੇ ਹੱਥ ਮਲੂਗਾ ਤੇ ਪਛਤਾਵਾ ਕਰੂਗਾ। ਹਮ ਕਿਉਂ ਖੋਇਓ ਜਨਮ ਅਕਾਥਾ, ਨਰਤਨ ਦੁਰਲਭ ਇੱਕ ਇਹ ਪਾਇਓ। ਪੁਨ ਸਤਿਗੁਰ ਸਿੱਖ ਵੇਖ ਬਣਾਇਓ। ਫਿਰ ਸਿੱਖੀ ਦਾ ਲਿਬਾਸ ਵੀ ਬਣਾਇਆ, ਮਨੁੱਖਾ ਸਰੀਰ ਹੈ, ਪਰ ਜਪਜੀ ਸਾਹਿਬ ਨਾ ਕੀਤਾ। ਤੀਜੋ ਕਲਯੁਗ ਕੋ ਹੈ ਕਾਲਾ, ਕਲਯੁਗ ਦਾ ਸਮਾਂ। ਥੋੜੀ ਸੇਵਾ ਮੈਂ ਹੋਏ ਦਇਆਲਾ, ਪਰਮੇਸ਼ਰ ਦਿਆਲੂ ਹੋ ਜਾਂਦਾ ਥੋੜੀ ਸੇਵਾ ਤੋਂ। ਐਸ ਸਮੇਂ ਤੇ ਜੋ ਚੁੱਕ ਜਾਏ, ਜਿਹੜਾ ਆ ਸਮਾਂ ਚੁੱਕ ਜਾਊਗਾ, ਚੜ੍ਹ ਕਰ ਮੇਰ ਰਸਾਤਲ ਪਾਈ। ਜਪਜੀ ਕੰਠ ਨੇਤਾ ਪੁੱਤਰਟੈ, ਜਿਹਦੇ ਜਪਜੀ ਸਾਹਿਬ ਕੰਠ ਹੈ, ਕਹਿੰਦੇ ਹਰ ਵੇਲੇ ਜਪਦਾ ਜਹ ਰਹੇ। ਜਨਮ ਜਨਮ ਕੇ ਕਲਵਖ ਕਟੈ, ਜਿੰਨੇ ਜਨਮਾਂ ਜਨਮਾਤਰਾਂ ਦੀ ਪਾਪ ਮੈਲ ਲੈ ਜਾਂਦੀ। ਸਨੇ ਸਨੇ ਮਨ ਨਿਰਮਲ ਹੋਏ, ਹੌਲੀ ਹੌਲੀ ਮਨ ਪਵਿੱਤਰ ਹੋ ਜਾਏਗਾ। ਗਤ ਭਾਵੈ ਪਵ ਬੰਧਨ ਖੋਏ, ਸ਼ਬਦ ਅਭਿਆਸ ਕੀਓ ਨਰ ਜਾਹੀ। ਰਹੀਏ ਨ ਕਰਨੋ ਕਿਰਤ ਕੁਛ ਨਾਹੀ, ਉਹਦੇ ਵਾਸਤੇ ਤਾਂ ਕੁਛ ਹੋਰ ਕਰਨਾ ਰਿਹਾ ਹੀ ਨਹੀਂ ਹੈ। ਉਹਨੇ ਸਭ ਕੁਛ ਕਰ ਲਿਆ ਜਿਹਨੇ ਜਪਜੀ ਸਾਹਿਬ ਪੜ੍ਹਿਆ। ਤੁਸੀਂ ਤਾਂ ਅਰਥਾਂ ਸਮੇਤ ਸੁਣਿਆ ਭਾਈ। ਗੁਰੂ ਅੰਗਦ ਦੇਵ ਤੇ ਗੁਰੂ ਨਾਨਕ ਸਾਹਿਬ ਜੀ ਦਾ ਜਪਜੀ ਸਾਹਿਬ ਦਾ ਇਕੱਠਾ ਇਹ ਮਾਤਮ ਹੈ। ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਸਭ ਤੋਂ ਪਹਿਲਾਂ ਸਿੱਖਾਂ ਦਾ ਤੀਰਥ ਬੌਲੀ ਸਾਹਿਬ ਹੈ, ਗੋਇੰਦਵਾਲ ਸਾਹਿਬ, 84 ਪੌੜੀਆਂ ਵਾਲਾ ਸਥਾਪਨ ਕੀਤਾ ਸਭ ਸੰਗਤਾਂ ਦਾ ਉਧਾਰ ਕਰਨ ਵਾਸਤੇ। ਗੋਬਿੰਦਵਾਲ ਗੋਬਿੰਦਪੁਰੀ ਸਮ ਜਲਣ ਤੀਰ ਵਿਪਾਸ ਬਣਾਇਓ। ਬੌਲੀ ਸਾਹਿਬ 'ਚ ਇਸ਼ਨਾਨ ਕਰਨ ਦਾ ਨਿਯਮ ਦੱਸਿਆ ਗੁਰੂ ਸਾਹਿਬ ਜੀ ਨੇ। ਉਹ ਉਚਾਰਨ ਕਰਦੇ ਆ ਕਿ ਪਹਿਲਾਂ ਬਾਹਰ ਸਣੇ ਕੇਸੀ ਇਸ਼ਨਾਨ ਕਰੋ, ਫਿਰ ਬੌਲੀ ਸਾਹਿਬ ਵਿੱਚ ਸਣੇ ਕੇਸੀ ਟੁੱਬੀ ਲਾ ਕੇ ਬਿਨਾਂ ਕਿਸੇ ਹੋਰ ਗੱਲ ਕਰਨ ਤੋਂ ਪਹਿਲੀ ਪੌੜੀ 'ਤੇ ਸ੍ਰੀ ਜਪਜੀ ਸਾਹਿਬ ਦਾ ਪਾਠ ਚਿੱਤ ਇਕਾਗਰ ਕਰਕੇ ਕਰੇ ਅਤੇ ਪਾਠ ਸੰਪੂਰਨ ਕਰਕੇ ਫਿਰ ਦੁਬਾਰਾ ਸਣੇ ਕੇਸੀ ਇਸ਼ਨਾਨ ਅਤੇ ਫਿਰ ਦੂਸਰੀ ਵਾਰ ਬੌਲੀ ਸਾਹਿਬ ਵਿੱਚ ਇਸ਼ਨਾਨ ਸੰਪੂਰਨ ਪਾਠ ਕਰੇ, ਫਿਰ ਇਸ਼ਨਾਨ ਕਰੇ। ਇਸੇ ਢੰਗ ਨਾਲ 84 ਪੌੜੀਆਂ ਅਤੇ 84 ਪਾਠ ਸ੍ਰੀ ਜਪਜੀ ਸਾਹਿਬ ਦੇ ਕਰੇ। 84 ਵਾਰ ਸਣੇ ਕੇਸੀ ਇਸ਼ਨਾਨ ਕਰਨ ਜਾਂਦਿਆਂ ਅਗਲੀ ਪੌੜੀ 'ਤੇ ਵਾਪਸ ਆਉਂਦਿਆਂ ਵਾਹਿਗੁਰੂ ਦਾ ਸਿਮਰਨ ਕਰੇ ਅਤੇ ਪਾਠ ਪੌੜੀ 'ਤੇ ਹੀ ਆਰੰਭ ਕਰੇ, ਉੱਥੇ ਹੀ ਭੋਗ ਪਾ ਕੇ ਫਿਰ ਇਸ਼ਨਾਨ ਕਰਨ ਜਾਵੇ ਬੌਲੀ ਸਾਹਿਬ ਵਿੱਚ। ਇਉਂ 84 ਦਾ ਗੇੜ ਕੱਟਿਆ ਜਾਵੇਗਾ। ਇਹ ਮਹਾਰਾਜ ਦਾ ਹੁਕਮ ਹੈ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਨੇ ਜਪਜੀ ਸਾਹਿਬ ਦਾ ਮਹਾਤਮ ਦਰਸਾਉਂਦੇ ਹੋਏ ਬੇਨਤੀ ਸੰਗਤਾਂ ਨੂੰ ਬਚਨ ਕੜੇ ਅਤੇ ਮੁਕਤ ਹੋਣ ਵਾਸਤੇ ਇਹ ਪ੍ਰੇਰਨਾ ਦਿੱਤੀ। ਉਦੋਂ ਤੋਂ ਲੈ ਕੇ ਹੁਣ ਤੱਕ ਕਿੰਨੀਆਂ ਸੰਗਤਾਂ ਨੇ ਇਹ ਤੋਂ ਲਾਭ ਉਠਾਇਆ ਅਤੇ ਉਠਾ ਰਹੇ ਨੇ। ਦੋਹਰਾ ਭਗਤ ਖਜ਼ਾਨਾ ਖੁੱਲ੍ਹ ਗਇਓ ਸਤਿਗੁਰ ਕੇ ਦਰਬਾਰ। ਭਗਤੀ ਦਾ ਖਜ਼ਾਨਾ ਖੁੱਲ੍ਹ ਗਿਆ। ਕਹਿੰਦੇ ਚਾਰ ਪਦਾਰਥ ਸੰਗਤ ਹੈ, ਦੇਤ ਲਗਤ ਨਹਿ ਬਾਰ। ਸਤਿਗੁਰੂ ਸੰਗਤ ਦੁਆਰਾ ਤੇ ਚਾਰੇ ਪਦਾਰਥ ਦੇ ਰਹੇ। ਤੀਰਥ ਪਰਮ ਰਚਿਓ ਬੜ ਪੁੰਨਿਆ, ਵੱਡਾ ਪੁੰਨਾ ਵਾਲਾ। ਸੇਵਤ ਪਏ ਪੁਰਖ ਸੋ ਧੰਨਿਆ, ਉਹ ਧੰਨ ਨੇ ਜਿਹੜੇ ਉੱਥੇ ਪਾਠ ਕਰਦੇ ਆ। ਮਹਾ ਮਹਾਤਮ ਹੈ ਜਿਸ ਕੇਰਾ, ਜਿਸ ਮੱਜੇ ਫਲ ਲਹੇ ਘਨੇਰਾ। ਸੁੰਦਰ ਸੀਤਲ ਨਿਰਮਲ ਖਰੋ, ਉੱਥੇ ਸੁੰਦਰ ਠੰਡਾ ਜਲ, ਉੱਥੇ ਅਤ ਗੰਭੀਰ ਨੀਰ ਜਿਹ ਭਰੋ, ਬਹੁਤ ਟਿਕਾਲਾ ਜਲ ਭਰਿਆ ਹੋਇਆ। ਦੱਖਣ ਦਿਸ ਮੈਂ ਝਰਨਾ ਭਇਓ, ਦੱਖਣ ਵਾਲੇ ਪਾਸੇ ਝਰਨਾ। ਸੁਰਸਰ ਕੋ ਪ੍ਰਵਾਹ ਤਹਿ ਲਿਓ, ਉੱਥੇ ਗੰਗਾ ਆਪ ਆਈ ਹੈ ਸੇਵਾ ਕਰਨ ਵਾਸਤੇ। ਇਹ ਗੰਗਾ ਚੱਲ ਕੇ ਆਈ ਆਪਣੇ ਉਧਾਰ ਵਾਸਤੇ। ਰਚੀ 84 ਜਹ ਸੋਪਾਨ, 84 ਪੌੜੀਆਂ। ਸੋਪਾਨ ਦਾ ਤਾਂ ਪੌੜੀਆਂ। ਗਿਣ ਜਬ ਦੇਖੀ ਕਿਰਪਾ ਨਿਧਾਨ, ਗਿਣ ਕੇ ਜਦੋਂ ਦੇਖੀਆਂ ਗੁਰੂ ਅਮਰਦਾਸ ਨੇ। ਮੁਖ ਤੇ ਤਬ ਕਹਿਓ ਤਿਸ ਕਾਲ, ਆਪਣਾ ਬਚਨ ਕਿਹਾ। ਜੋ ਸਿੱਖ ਦਰਸੈ ਪ੍ਰੇਮ ਵਿਸਾਲ। ਕਹਿੰਦੇ ਬਾਰ 84 ਕਰੇ ਇਸ਼ਨਾਨ, 84 ਵਾਰ ਇਸ਼ਨਾਨ, ਇੱਕ ਇੱਕ ਪੌੜੀ 'ਤੇ ਬਹਿ ਕੇ ਇਤਨੇ ਜਪਜੀ ਪਾਠ ਵਿਖਾਣ। ਜਪਜੀ ਸਾਹਿਬ ਐਡੀ ਵੱਡੀ ਬਾਣੀ ਹੈ। ਸਿੱਖਾਂ ਦੀ 84 ਕੱਟਣ ਵਾਸਤੇ ਗੁਰੂ ਅਮਰਦਾਸ ਜੀ ਨੇ ਸਤਿਗੁਰੂ ਮੂਰਤ ਕਰਕੇ ਧਿਆਨ, ਗੁਰੂ ਨਾਨਕ ਦਾ ਸਰੂਪ ਹਿਰਦੇ ਧਾਰਨ ਕਰਕੇ ਮਿਟੇ 84 ਆਵਨ ਜਾਨ। ਜਿਉਂ ਕਿਉਂ ਪਾਏ ਭਗਤ ਗੁਰ ਕੇਰੀ, ਮਿਟੇ ਜੂਨ ਤੇ ਭਰਮਨ ਕੁਫੇਰੀ। 84 ਲੱਖ ਜੂਨਾਂ ਦੇ ਵਿੱਚੋਂ ਇਹ ਫੇਰਾ ਮਿਟ ਜਾਏਗਾ।
ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਦੇ ਵਿੱਚ ਰਾਵੀ ਦਰਿਆ ਦੇ ਕਿਨਾਰੇ, ਜਿੱਥੇ ਮਹਾਰਾਜ ਨੇ ਅਨੇਕਾਂ ਤਸੀਹੇ ਸਹਿੰਦਿਆਂ ਹੋਇਆਂ, ਆਹੀ ਮਹੀਨਾ ਸੀ ਜੇਠ ਸੁਦੀ ਚੌਥ ਚਲਦੀ, ਜਪਜੀ ਸਾਹਿਬ ਦਾ ਪਾਠ ਆਪ ਕੀਤਾ। 5 ਸਿੱਖਾਂ, ਭਾਈ ਬਿਧੀ ਚੰਦ ਜੀ ਨੇ, ਭਾਈ ਜੇਠਾ ਜੀ ਨੇ, ਭਾਈ ਲੰਗਾਹਾ ਜੀ, ਭਾਈ ਪੁਰਾਣਾ ਜੀ, ਭਾਈ ਪੈੜਾ ਜੀ, ਤੇ ਇਹਨਾਂ ਤੋਂ ਵੀ ਸਤਿਗੁਰੂ ਨੇ ਜਪਜੀ ਦੇ ਪਾਠ ਸੁਣੇ। ਆਪ ਕਰੇ ਗਹਿ ਪਦ ਪਦਬ ਲੰਘਾਹੇ ਪਖਾਰੇ, ਚਰਨ ਮਹਾਰਾਜ ਦੇ ਧੋਤੇ, ਪ੍ਰਵੇਸੇ ਜਲ ਮਹਿ ਮੱਜਨ ਧਾਰੇ, ਬਹਿਰ ਨਿਗਸ ਪੜ ਸੁਸਕ ਲਿਓ ਹੈ, ਦੇਹ ਅਸ਼ਾਦਨ ਪੁਨਿਆ ਕਿਉ ਹੈ। ਫਿਰ ਮਹਾਰਾਜ ਸਾਹਿਬ ਨੇ ਬਸਤਰ ਲੈ ਕੇ ਚਾਦਰ ਦੀ ਬੁਕਲ ਮਾਰ ਕੇ ਜਪਜੀ ਪਾਠ ਕਰਤ ਉਰ ਪ੍ਰੇਮਾ, ਜਪਜੀ ਸਾਹਿਬ ਦਾ ਪਾਠ, ਜੋ ਸਿੱਖਨ ਕੀ ਠਾਨ ਤਸ਼ੇਮਾ, ਸਿੱਖਾਂ ਦੀ ਜੋ ਕਲਿਆਣ ਕਰਨ ਵਾਲਾ ਜਪਜੀ ਸਾਹਿਬ। ਪੁਨ ਪੰਚੋ ਸਿੱਖ ਕੀਨ ਸਨਾਨੇ, ਗੁਰਬਾਨੀ ਕੋ ਪਾਠ ਬਖਾਨੇ, ਖਰੇ ਪਏ ਸਤਿਗੁਰ ਪਰਿਵਾਰ, ਆਲੇ ਦੁਆਲੇ ਜਪਜੀ ਪਾਠ ਸੁਨਿਓ ਨਿਰਧਾਰ, ਭੋਗ ਪਾਏ ਕਰ ਸੀਸ ਨਵਾਇਓ, ਪੁਨ ਸਿੱਖਨ ਸਨਬਾਕ ਅਲਾਇਓ। ਮਹਾਰਾਜ ਨੇ ਕਿਹਾ ਅਬ ਹਮ ਚਾਹੇ ਪਰਲੋਕ ਪਿਆਨਾ, ਚਿਤ ਜਿਮਿ ਚਹਿਤ ਸਾਗਲ ਹਮ ਠਾਨਾ। ਇਸ ਕਰਕੇ ਅੰਤ ਵੇਲੇ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕੀਤਾ, ਉਹਨਾਂ ਨੇ ਵੀ ਜਪਜੀ ਸਾਹਿਬ ਦਾ ਪਾਠ ਕਰਕੇ ਸਰੀਰ ਦਾ ਪਰਿਤਿਆਗਨ ਕੀਤਾ ਅਤੇ ਸਿੱਖਾਂ ਤੋਂ ਵੀ ਕਰਾਇਆ। ਫਿਰ 6ਵੇਂ ਪਾਤਸ਼ਾਹ ਦਾ ਲਓ, ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ, ਜਿਨ੍ਹਾਂ ਦੀ ਬਾਤ ਭਾਈ ਗੁਰਦਾਸ ਨੇ ਲਿਖਿਆ ਹੈ, 5 ਪਿਆਲੇ 5 ਪੀਰ ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਬਾਰੋ ਬਾਰੀ, ਦਲ ਪੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ। 6ਵੇਂ ਪਾਤਸ਼ਾਹ 4 ਵੱਡੇ ਜੰਗ ਲੜੇ। ਪਹਿਲਾ ਜੰਗ ਅੰਮ੍ਰਿਤਸਰ ਸਾਹਿਬ ਦਾ, ਮੁਗਲ ਸ਼ਾਹ ਪਠਾਨ ਚੜ੍ਹ ਕੇ ਆਇਆ, ਸ਼ਾਹਜਹਾਨ ਦਾ ਭੇਜਿਆ, ਅਤੇ 7000 ਫੌਜ ਕੁਝ ਪਹਿਰਾਂ ਦੇ ਵਿੱਚ ਹੀ ਖਤਮ ਕਰ ਦਿੱਤੀ। ਬੀਬੀ ਵੀਰੋ ਦਾ ਵਿਆਹ ਰੱਖਿਆ, ਇਕਲੌਤੀ ਬੇਟੀ ਮਹਾਰਾਜ ਦੀ। ਦਿਨ ਚੜ੍ਹੇ ਬੀਬੀ ਵੀਰੋ ਦਾ ਆਨੰਦ ਕਾਰ ਝੰਬਾਲ ਪਿੰਡ ਵਿੱਚ ਜਾ ਕੇ ਫੌਜਾਂ ਸਮੇਤ ਮਹਾਰਾਜ ਸਾਹਿਬ ਨੇ ਬੀਬੀ ਦਾ ਵਿਆਹ ਕਰਕੇ ਹਰਗੋਬਿੰਦਪੁਰੇ ਵਾਲੇ ਅਸਥਾਨ 'ਤੇ ਆ ਗਏ, ਜਿੱਥੇ ਜਪਜੀ ਸਾਹਿਬ ਦਾ ਮਹਾਤਮ 6ਵੇਂ ਪਾਤਸ਼ਾਹ ਨੇ ਪ੍ਰਗਟ ਕੀਤਾ। ਚਮਾਸਾ ਕੱਟਣ ਲਈ ਠਹਿਰ ਗਏ। ਇੱਥੇ ਭਗਵਾਨ ਦਾਸ ਘੇਰੜ ਚੌਧਰੀ ਸੀ, ਸਰਕਾਰ ਨਾਲ ਰਲਿਆ ਹੋਇਆ, ਸੂਬੇ ਜਲੰਧਰ ਨਾਲ ਮਿਲ ਕੇ ਇਹਨੇ ਇਹ ਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ ਸੀ। ਆਮ ਲੋਕ ਸਰਕਾਰਾਂ ਨਾਲ ਮਿਲ ਕੇ ਕਬਜ਼ੇ ਕਰ ਲੈਂਦੇ ਨੇ, ਹੁਣ ਤੱਕ ਪ੍ਰਥਾ ਆਈ ਹੈ। ਉਹਨੂੰ ਲੱਗਿਆ ਵੀ ਗੁਰੂ ਸਾਹਿਬ ਮੇਰੀ ਜ਼ਮੀਨ 'ਤੇ ਕਬਜ਼ਾ ਨਾ ਕਰ ਲੈਣ, ਅਤੇ ਸਰਕਾਰ ਦੀ ਸ਼ਹਿ 'ਤੇ ਸਰਕਾਰ ਦਾ ਪੱਖੀ ਹੋਣ ਕਰਕੇ ਗੁਰੂ ਸਾਹਿਬ ਜੀ ਨੂੰ ਘੱਟ ਵੱਧ ਬੋਲਣ ਲੱਗਾ। ਗੁਰੂ ਜੀ ਨੇ ਬਹੁਤ ਸਮਝਾਇਆ, ਭਗਵਾਨ ਦਾਸ ਦੇਖ, ਪਹਿਲੀ ਤਾਂ ਗੱਲ ਹੈ ਵੀ ਇਹ ਸਾਡੇ ਪੁਰਖਾਂ ਦਾ ਇਲਾਕਾ ਹੈ, ਤੂੰ ਨਜਾਇਜ਼ ਕਬਜ਼ਾ ਕੀਤਾ ਹੋਇਆ। ਬੀਬੀ ਭਾਨੀ ਨੂੰ 84 ਪਿੰਡ ਦਿੱਤੇ ਸੀ ਅਕਬਰ ਨੇ, ਉਹਨਾਂ ਦੇ ਨਾਂ ਦਾ ਪੱਟਾ ਲਿਖਿਆ, ਇਹ ਅਖੀਰਲਾ 84ਵਾਂ ਪਿੰਡ ਸੀ ਇਹ। ਮਾਰੇ ਕਹਿੰਦੇ ਫਿਰ ਵੀ ਅਸੀਂ ਦਾਅਵਾ ਨਹੀਂ ਕਰਦੇ, ਚਮਾਸਾ ਹੀ ਕੱਟਣਾ ਹੈ ਤਾਂ ਸਾਡੀ, ਉਹ ਤੇਰੇ ਤਾਂ ਕਬਜ਼ੇ ਹੀ ਕਰਿਆ ਹੈ, ਅਸੀਂ ਚਲੇ ਜਾਵਾਂਗੇ। ਇਹ ਪਾਪ ਆਤਮਾ ਨੇ ਸਮਝਿਆ ਵੀ ਇਹ ਤਾਂ ਗੜਬੜ ਕਰਨਗੇ। ਗੁਰੂ ਸਾਹਿਬ ਦੀ ਉਹਦੀ ਬਜ਼ੁਰਗੀ ਦਾ ਖਿਆਲ ਕਰਦੇ ਸੀ। ਬੜਾ ਮੋਟਾ ਜਿਹਾ ਢਿੱਡ ਸੀ, ਛੋਟੀਆਂ ਛੋਟੀਆਂ ਜਿਹੀਆਂ ਅੱਖਾਂ ਸੀ ਇਹਦੀਆਂ ਬਰੀਕ, ਗਰਦਨ ਛੋਟੀ ਸੀ, ਈਰਖਾ ਦਾ ਭਰਿਆ ਹੋਇਆ। ਅਤੇ ਗੁਰੂ ਸਾਹਿਬ ਜੀ ਨੂੰ ਬਹੁਤ ਇਹੋ ਜਿਹੇ ਬਚਨ ਨਿਰਾਦਰ ਵਾਲੇ, ਕਹਿੰਦਾ ਅਰਜਨ ਦੇਵ ਦੇ ਪੁੱਤਰਾ, ਕਹਿੰਦਾ ਤੈਂ ਕੀ ਸਮਝਿਆ ਵੀ ਜਗ੍ਹਾ ਦਾ ਕੋਈ ਮਾਲਕ ਹੀ ਨਹੀਂ ਹੈ, ਤੂੰ ਇਹ ਦੱਸ ਵੀ ਕਿਹਨੂੰ ਪੁੱਛ ਕੇ ਡੇਰਾ ਲਾਇਆ। ਐਂ ਕਿਹਾ ਮਹਾਰਾਜ ਨੂੰ। ਸਿੱਖਾਂ ਨੂੰ ਗੁੱਸਾ ਹੈ, ਮਹਾਰਾਜ ਕਹਿੰਦੇ ਸ਼ਾਂਤ ਰਹੋ। ਮਹਾਰਾਜ ਸਾਹਿਬ ਨੇ ਕਿਹਾ ਵੀ ਧਰਤੀ ਦਾ ਮਾਲਕ ਤਾਂ ਪਰਮੇਸ਼ਰ ਹੈ, ਇਹ ਡੇਰਾ ਵੀ ਪਰਮੇਸ਼ਰ ਦੇ ਹੁਕਮ ਵਿੱਚ ਲਾਇਆ। ਥੋੜ੍ਹਾ ਜਿਹਾ ਮਹਾਰਾਜ ਨੇ ਵੀ ਆਪਣੀ ਸੁਰ ਬਦਲ ਲਈ। ਫਿਰ ਭਗਵਾਨ ਦਾਸ ਕਹਿੰਦਾ ਇਹ ਧਰਤੀ ਦਾ ਮਾਲਕ ਮੈਂ ਹਾਂ, ਸਿਰਫ ਮੈਂ। ਗੁਰੂ ਜੀ ਨੂੰ ਕਹਿਣ ਲੱਗਾ ਤੂੰ ਦਇਆਹੀਣ ਹੈ, ਥਾਂ ਥਾਂ 'ਤੇ ਉਪੱਦਰ ਕਰਨ ਵਾਲਾ ਹੈ। 3 ਪਹਿਰਾਂ ਦੇ ਵਿੱਚ ਬੇਰਹਿਮੀ ਨਾਲ ਕਹਿੰਦੇ 7000 ਫੌਜ ਵੱਢ ਕੇ ਰੱਖ ਦਿੱਤੀ ਤੈਂ। ਜੇ ਭਲਾ ਚਾਹੁੰਦਾ ਆਪਣੇ ਆਪ ਇੱਥੋਂ ਉੱਠ ਜਾ, ਨਹੀਂ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ। ਦਬਕਾ ਮਾਰਦਾ ਮਹਾਰਾਜ ਨੂੰ। ਮਹਾਰਾਜ ਬੋਲੇ ਪਰੀ ਰਹਿ ਭੂਮੀ ਸਭ ਇਹਾਂ, ਇੱਥੇ ਹੀ ਪਈ ਰਹਿਣੀ ਹੈ। ਗਏ ਤਿਆਗ ਸੇ ਗਿਨੀ ਹੈ ਕਹਾਂ, ਗਿਣਤੀ ਨਹੀਂ ਆਉਂਦੀ ਜਿੰਨੇ ਇਹਦੇ 'ਤੇ ਲੜ ਕੇ ਮਰ ਗਏ, ਜਿੱਥੇ ਹੁਣ ਤੂੰ ਮਰਨ ਨੂੰ ਤਿਆਰ ਹੋਇਆ। ਤੁਬ ਛਿਤ ਤੁਬ ਢਿਗ ਰਹਿ ਸਦਾਮੂ, ਤੇਰੀ ਜ਼ਮੀਨ ਤੇਰੇ, ਚਾਹੇ ਨਜਾਇਜ਼ ਹੀ ਕਬਜ਼ਾ ਤੇਰੇ ਕੋਲੇ। ਕਰਹਿ ਕਿਤਕ ਦਿਨ ਹਮ ਵਿਸਰਾਮ, ਪਰ ਥੋੜ੍ਹਾ ਚਿਰ ਆਰਾਮ ਅਸੀਂ ਜ਼ਰੂਰ ਕਰਾਂਗੇ ਇੱਥੇ। ਰਾਖ ਮਾਲ ਕੀ ਆਪਨ ਸਦਾ, ਹੋਏ ਆਵਗਨ ਹਮਰੋ ਕਦਾ। ਇਸ਼ਾਰਾ ਵੀ ਦੇਤਾ ਜ਼ਮੀਨ ਤਾਂ ਸਾਡੀ ਆ, ਕਿਤੇ ਕਿਤੇ ਗੇੜਾ ਮਾਰ ਲਿਆ ਕਰਾਂਗੇ।
ਪਰ ਇਹ ਕਾਹਨੂੰ ਸਮਝਦਾ ਹੈ? ਵਿਨਾਸ਼ ਕਾਲੇ ਵਿਪਰੀਤ ਬੁੱਧੀ। ਤੇ ਜਦੋਂ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਅਪਸ਼ਬਦ ਕਹਿਣੇ ਬੋਲਣੇ ਸ਼ੁਰੂ ਕਰ ਦਿੱਤੇ, ਸਤਿਗੁਰਾਂ ਨੇ ਆਪਣਾ ਤਾਂ ਅਪਮਾਨ ਲਿਆ ਸੀ ਸਹਾਰ, ਪਰ ਗੁਰੂ ਨਾਨਕ ਦਾ ਤੇ ਗੁਰੂ ਅਰਜਨ ਦੇਵ ਜੀ ਵੱਡੇ ਗੁਰੂਆਂ ਦਾ ਕਿਵੇਂ ਸਹਾਰਨ? ਤੇ ਸਤਿਗੁਰਾਂ ਦੇ ਸਾਹਮਣੇ ਖਲੋ ਕੇ ਗੁਰੂ ਸਾਹਿਬ ਨੂੰ ਗਾਲਾਂ ਕੱਢਣ ਲੱਗ ਪਿਆ। ਬਿਧੀ ਚੰਦ ਕਹਿੰਦਾ, ਮਹਾਰਾਜ ਫਿਰ ਹੁਣ ਤਾਂ ਸਾਡਾ ਧਿਰ ਗਿਆ ਨਾ ਰਹਿਣ ਦਾ, ਵੀ ਹੁਣ ਤਾਂ ਆਗਿਆ ਦਿਓ। ਮਹਾਰਾਜ ਨੇ ਫਿਰ ਕਿਹਾ, ਕਰਿਓ ਹੁਕਮ ਸਿੱਖਣ ਕੋ ਧਰੋ। ਮਹਾਰਾਜ ਨੂੰ ਕਹਿੰਦੇ ਲਾਇਆ ਵੀ ਹੁਣ ਮੈਂ ਹੁਕਮ ਦੇਣਾ ਤੇ ਕਰਨਾ ਕੀ ਹੈ? ਅਦਕ ਮਾਰ ਜੋਤਨ ਕੀ ਕਰੋ। ਜੁੱਤੀਆਂ ਮਾਰਨੀਆਂ ਨੇ, ਕੋਈ ਡੰਡਾ ਨਹੀਂ ਮਾਰਨਾ, ਇਹਦੇ ਗੋਲੀ ਨਹੀਂ ਮਾਰਨੀ, ਇਹਦੇ ਬਰਛਾ ਨੇਜਾ ਨਹੀਂ ਮਾਰਨਾ, ਇਹਦੇ ਮੂੰਹ ਤੇ ਜੁੱਤੀਆਂ ਮਾਰੋ ਜਿਹਦੇ ਨਾਲ ਗਾਲਾਂ ਕੱਢਦਾ। ਦੇਖੋ ਇਸਕੀ ਸੌ ਸਵਾਏ, ਮਾਰ ਮਾਰ ਦਿਓ ਅਕਲ ਗਵਾਏ। ਕਹਿੰਦੇ ਇੰਨਾ ਮਾਰਨਾ ਇਹਦੀ ਅਕਲ ਕੱਢੀਏ। ਕਹਿੰਦੇ ਜਿਹੜਾ ਇਹ ਬਾਦਸ਼ਾਹ ਦੀ ਸਹਿ 'ਤੇ ਬੋਲਦਾ, ਲਾਗੇ ਜੋਤ ਬਜਨ ਸਿਰ ਭਾਰੇ, ਕਿਨਹੋਂ ਪਾਰੀ ਪੱਗ ਉਤਾਰੇ। ਪੱਗ ਲਾ ਦਿੱਤੀ ਤੇ ਜੁੱਤੀ ਸਿਰ 'ਚ, ਕਿਉਂ? ਮਹਾਰਾਜ ਦਾ ਹੁਕਮ ਸੀ ਸਿਰ 'ਚ ਮਾਰਨੀ ਹੈ, ਮੂੰਹ 'ਤੇ ਮਾਰਨ ਲੱਗੇ। ਤੇ ਹੁਣ ਸਿੱਖ ਕਹਿਆ ਵੀ ਮੈਂ ਪਿੱਛੇ ਨਾ ਰਹਿ ਜਾਂ, ਦੂਜਾ ਕਹਿੰਦਾ ਮੈਂ ਪਿੱਛੇ ਨਾ ਰਹਿ, ਗੁਰੂ ਦਾ ਹੁਕਮ ਨਾ ਪਾਣੀ ਹੱਥੈਂ ਬਾਹਰ ਨਹਿ ਪਾਵੈ। ਕਹਿੰਦੇ ਗਿਣਤੀ ਨਹੀਂ ਕਿੰਨੀਆਂ ਜੁੱਤੀਆਂ ਪੈ ਰਹੀਆਂ। ਸਿਰ ਸੀ ਇਹਦਾ ਰੋਡਾ, ਰੋਡੇ ਸਿਰ ਪਰ ਸ਼ਬਦ ਉਠਾਵੈ। ਜੁੱਤੀ ਵੱਜਦੀ ਹੈ ਨਾ, ਉਹ ਵਿੱਚੋਂ ਸ਼ਬਦ ਹੁੰਦਾ ਜੁੱਤੀ ਵੱਜਣ ਦਾ। ਹਾਏ ਹਾਏ ਬਾ ਮੂੜ ਉਚਾਰਿਆ, ਫੇਰ ਲੱਗਿਆ ਹਾਏ ਹਾਏ ਕਰਨ। ਤਾਉ ਗੁਰੂ ਕੋ ਗਾਰਨ। ਕਹਿੰਦੇ ਫੇਰ ਵੀ ਐਡਾ ਪੈੜਾ ਸੀ, ਗਾਲਾਂ ਕੱਢਣ ਤੇ ਫੇਰ ਵੀ ਨਹੀਂ ਹਟਿਆ, ਜੁੱਤੀਆਂ ਖਾ ਕੇ ਵੀ ਕੱਢਦਾ ਰਿਹਾ। ਗਾਲਾਂ ਕੱਢਦਾ ਵੇਖ ਕੇ ਗੁਰੂ ਸਾਹਿਬ ਨੇ, ਐਸੀ ਪਰੀ ਮਾਰ ਤਿਸ ਬਾਰਾ, ਤਤ ਛਨਹਨਿਓ ਪ੍ਰਾਨ ਬਿਦਾਰਾ। ਜੁੱਤੀਆਂ ਪੈਂਦੀਆਂ ਪੈਂਦੀਆਂ ਪ੍ਰਾਣ ਤੇ ਆ ਗਿਆ। ਲੱਗੇ ਮੁਸ਼ਤ ਸਿਰ ਮਹਿ ਬਲਵੰਤੇ, ਪਰਤ ਜੂਤ ਪਾਤਨ ਕੋ ਅੰਤੇ। ਇਹਦਾ ਅੰਤ ਹੋ ਗਿਆ, ਮਰ ਗਿਆ ਕਹਿਣ ਦਾ ਭਾਵ। ਕਹਿੰਦੇ ਜਦੋਂ ਭਗਵਾਨ ਦਾਸ ਮਰ ਗਿਆ, ਉਹਦਾ ਪੁੱਤਰ ਸੀ ਜਿਹੜਾ ਰਤਨ ਚੰਦ, ਕਰਮ ਚੰਦ, ਇਹ ਦੋਨਾਂ ਉਹਨਾਂ ਦੀ ਔਲਾਦ ਸੀ ਇਹ। ਤੇ ਇੱਕ ਚੰਦੂ ਦਾ ਪੁੱਤ ਹੈ, ਇੱਕ ਇਹਦਾ ਪੁੱਤਰ ਹੈ। ਉਹਨੂੰ ਜਦ ਪਤਾ ਲੱਗਿਆ, ਧਰੋਹ ਕਰਕੇ ਚੰਦੂ ਦਾ ਪੁੱਤਰ ਜਿਹੜਾ ਕਰਮ ਚੰਦ, ਭਗਵਾਨ ਦਾ ਹੇਰੜ ਦਾ ਘੇਰੜ ਦਾ ਪੁੱਤਰ ਜਿਹੜਾ ਉਹ ਰਤਨ ਚੰਦ, ਸੂਬਾ ਜਲੰਧਰ ਅਬਦ ਖਾਨ ਨੂੰ ਚੜ੍ਹਾ ਕੇ 15,000 ਫੌਜ ਲੈ ਆਂਦੀ। ਬੜਾ ਭਾਰੀ ਯੁੱਧ ਹੋਇਆ। ਥੋੜ੍ਹੀ ਗਿਣਤੀ ਦੇ ਸਿੱਖਾਂ ਨੇ ਤੁਰਕਾਂ ਦੀ ਵੱਡੀ ਗਿਣਤੀ ਖਪਾ ਦਿੱਤੀ। ਮੁਕਾਬਲਾ ਹੋਇਆ, ਫੌਜ ਮਾਰ ਦਿੱਤੀ। ਸ਼ਾਮ ਤੱਕ ਸਾਰਾ ਕੁਝ ਨਿਬੜ ਗਿਆ। ਸੂਰਮੇ ਮਾਰੇ ਗਏ, ਅਬਦਲ ਖਾਂ ਵੀ ਮਾਰੇ ਗਿਆ, ਜਲੰਧਰ ਦਾ ਸੂਬਾ, ਰਤਨ ਚੰਦ, ਕਰਮ ਚੰਦ ਇਹ ਵੀ ਮਾਰੇ ਗਏ। ਵੱਡੇ ਵੱਡੇ ਜਰਨੈਲਾਂ ਦੀਆਂ ਲਾਸ਼ਾਂ ਦੱਬ ਕੇ ਉੱਥੇ ਦਮਦਮਾ ਸਾਹਿਬ ਮਹਾਰਾਜ ਬਣਾਇਆ, ਧਰਤੀ ਹੇਠ ਦੱਬ ਕੇ। ਬਾਕੀ ਦੀਆਂ ਤੇ ਲਾਸ਼ਾਂ ਦਾ ਸੰਸਕਾਰ ਨਹੀਂ ਸੀ। ਉਹ ਜਿਹੜੇ ਮੁਸਲਮਾਨ ਸੀ ਉਹਨਾਂ ਨੂੰ ਕਹਿੰਦੇ ਭਾਈ ਇਹਨਾਂ ਦਾ ਧਰਮ ਹੈ, ਟੋਇਆਂ 'ਚ ਦੱਬ ਦਿਓ। ਜਿਹੜੇ ਦੂਸਰੇ ਸੀ ਜਿਵੇਂ ਰਤਨ ਚੰਦ, ਕਰਮ ਚੰਦ, ਉਹ ਸਾਰੇ ਦਰਿਆ ਦੇ ਵਿੱਚ ਰੋੜ ਦਿਓ। ਤੇ ਜਦੋਂ ਸਾਰਿਆਂ ਨੂੰ ਦਰਿਆ ਦੇ ਵਿੱਚ ਜਲ ਪ੍ਰਵਾਹ ਕਰ ਦਿੱਤਾ, ਮਹਾਰਾਜ ਸਾਹਿਬ ਕਹਿੰਦੇ ਭਾਈ ਦੇਖੋ, ਜਿਉਂਦਿਆਂ ਦੀਆਂ ਦੁਸ਼ਮਣੀਆਂ ਹੁੰਦੀਆਂ ਨੇ, ਇਹਨਾਂ ਨੇ ਆਪਣੇ ਨਾਲ ਕੀਤੀ ਸੀ, ਹੁਣ ਆਪਣੀ ਮਰਿਆਂ ਤੇ ਦੁਸ਼ਮਣੀ ਨਹੀਂ, ਹੁਣ ਆਪਾਂ ਇਹਨਾਂ ਦਾ ਵੀ ਭਲਾ ਕਰਨਾ ਹੈ। ਜਿਹੜੇ ਤਾਂ ਸਿੱਖ ਸੀ, ਸਤਿਗੁਰ ਸਭਨਾਂ ਦਾ ਭਲਾ ਮਨਾਇੰਦਾ, ਤਿਸ ਕਾ ਬੁਰਾ ਕਿਉ ਹੋਏ। ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਇਹ ਇਸ ਤਰ੍ਹਾਂ ਹੈ ਵੀ ਬਾਣੀ ਤੋਂ ਵੱਧ ਕੋਈ ਭਲਾ ਕਰਨ ਵਾਲੀ, ਜਿਹੜੇ ਹਿੰਦੂ ਧਰਮ ਵਾਲੇ ਨੇ, ਭਗਵਾਨ ਦਾਸ ਮਰਿਆ, ਇਹਦਾ ਪੁੱਤਰ ਮਰਿਆ ਕਰਮ ਚੰਦ, ਰਤਨ ਚੰਦ ਚੰਦੂ ਦਾ ਪੁੱਤਰ ਮਰਿਆ, ਰਤਨ ਚੰਦ ਇਹਦਾ ਪੁੱਤਰ ਸੀ ਘੇਰੜ ਦਾ। ਕਹਿੰਦੇ ਇਹ ਮਰਿਆਂ ਤੋਂ ਗਰੜ ਪ੍ਰਾਣ ਕਰਾਉਂਦੇ ਨੇ, ਆਪਾਂ ਇਹਨਾਂ ਦੇ ਵੀ ਕਿਰਿਆ ਕਰਮ ਕਰਾ ਦਿਓ। ਉਹ ਨਿਤਾਨੰਦ ਪੰਡਤ ਬੁਲਾ ਕੇ ਗਰੜ ਪ੍ਰਾਣ ਦੀ ਕਥਾ ਕਰਾਈ ਉਹਨਾਂ ਦੇ ਨਿਮਿਤ। ਤੇ ਸਮੁੱਚੇ ਰੂਪ ਦੇ ਅੰਦਰ ਕਹਿੰਦੇ ਬਾਣੀ ਤੋਂ ਵੱਡੀ ਕਲਿਆਣ ਕਰਨ ਵਾਲੀ ਮੁਸਲਮਾਨਾਂ ਦਾ ਵੀ ਭਲਾ ਹੋ ਜਾਊਗਾ। ਥੜਾ ਬਣਾ ਕੇ ਉਹਦੇ ਉੱਤੇ ਦਮਦਮਾ ਸਾਹਿਬ ਬਣਾਇਆ ਤੇ ਉੱਥੇ ਬੈਠ ਕੇ ਮਹਾਰਾਜ ਸਾਹਿਬ ਜੀ ਨੇ ਸਰਬੱਤ ਦੇ ਭਲੇ ਵਾਸਤੇ ਕਹਿੰਦੇ ਭਾਈ ਐਂ ਕਰੋ ਬਈ ਜਪਜੀ ਸਾਹਿਬ ਤੋਂ ਵੱਡਾ ਮਹਾਤਮ ਨਹੀਂ ਹੈ ਕੋਈ, ਇਹ ਗੁਰੂ ਨਾਨਕ ਸਾਹਿਬ ਦਾ ਬਚਨ ਹੈ। ਕਹਿੰਦੇ ਅੱਜ ਸਾਨੂੰ ਇੱਕ ਜਪਜੀ ਸਾਹਿਬ ਦਾ ਪਾਠ ਕੋਈ ਸੁਣਾਵੇ, ਇੱਕ ਜਪਜੀ ਦੇ ਪਾਠ ਨਾਲ ਇਹਨਾਂ ਦਾ ਭਲਾ ਕਰ ਦੇਣਾ ਸਾਰਾ। ਜਿਹੜੇ ਤਾਂ ਅਸੀਂ ਸਿੱਖ ਚੜ੍ਹਾਈ ਕਰੇ, ਉੱਥੇ ਮਹਾਰਾਜ ਨੇ ਬੜੀ ਇੱਕ ਖੇਡ ਰਚੀ ਹੈ। ਤੇ ਪਹਿਲਾਂ ਤਾਂ ਰਾਤ ਦੇ ਟਾਈਮ ਜਦੋਂ ਜੰਗ ਸਮਾਪਤ ਹੋ ਗਿਆ, ਮਹਾਰਾਜ ਜੀ ਉੱਥੇ ਹੀ ਬੈਠ ਗਏ ਲਾਸ਼ਾਂ ਦੇ ਵਿੱਚ। ਰੌਲਾ ਪੈ ਗਿਆ ਵੀ ਗੁਰੂ ਸਾਹਿਬ ਸ਼ਹੀਦ ਹੋ ਗਏ। ਉਹ ਮਸਾਲਾਂ ਚੱਕੀ ਫਿਰਨ ਭਾਈ ਬਿਧੀ ਚੰਦ ਕਹਿੰਦਾ ਅਨਰਥ ਹੋ ਗਿਆ ਵੀ ਸੂਰਮੇ ਕਿੱਧਰ ਖਿਲਰ ਗਏ ਸੀ, ਗੁਰੂ ਨੂੰ ਇਕੱਲਾ ਨਹੀਂ ਕਦੇ ਛੱਡਿਆ। ਉਹ ਲੱਭਦੇ ਲੱਭਦੇ ਮਹਾਰਾਜ ਚੌਂਕੜਾ ਮਾਰੀ ਬੈਠੇ। ਅੱਧੀ ਰਾਤ ਦਾ ਸਮਾਂ। ਕਹਿੰਦੇ ਮਹਾਰਾਜ ਤੁਸੀਂ ਇੱਥੇ? ਕਹਿੰਦੇ ਬਿਧੀ ਚੰਦ ਅੱਜ ਮੈਨੂੰ ਸ਼ਹੀਦਾਂ ਦੇ ਨਾਲ ਇੱਥੇ ਹੀ ਰਹਿਣ ਦੇ। ਉੱਥੇ ਹੀ ਬੈਠੇ ਮਹਾਰਾਜ ਸਾਰੀ ਰਾਤ।
ਗਏ ਨਹੀਂ, ਇਸ਼ਨਾਨ ਕੀਤਾ। ਕਹਿੰਦੇ ਭਾਈ ਐਂ ਕਰੋ, ਇਹਨਾਂ ਨੂੰ ਜਿਨ੍ਹਾਂ ਦਾ ਜਲ ਪ੍ਰਵਾਹ ਕਰਨਾ ਹੈ ਅਤੇ ਉਹਨਾਂ ਦਾ ਸਿੱਖਾਂ ਦਾ ਕਰਨਾ ਸੰਸਕਾਰ। ਕਹਿੰਦੇ ਪਹਿਲਾਂ ਹਰੇਕ ਸਿੱਖ ਨੂੰ ਉਹਦੀ ਲਾਸ਼ ਮੇਰੇ ਕੋਲ ਲੈ ਕੇ ਆਓ, ਜਿਹੜੇ ਸ਼ਹੀਦ ਹੋਏ ਸੀ। ਹੁਣ ਸਾਰਿਆਂ ਦਾ ਉਹਦਾ ਹੁਲੀਆ ਪਹਿਲਾਂ ਹੀ ਲਿਖਿਆ ਜਾਂਦਾ, ਭਰਤੀ ਬਾਅਦ 'ਚ ਕਰਿਆ ਕਰਦੇ, ਉਦੋਂ ਇਹ ਰਿਵਾਜ ਸੀ। ਉਹਦਾ ਹੁਲੀਆ ਦੇਖ ਕੇ, ਹਾਂ ਜੀ ਇਹ ਫਲਾਨਾ ਸਿੱਖ ਫਲਾਣੇ ਪਿੰਡ ਦਾ, ਆਹ ਇਹਦਾ ਨਾਂ ਸੀ। ਮਹਾਰਾਜ ਨੇ ਧਿਆਨ ਧਰ ਕੇ, ਅੱਛਾ ਵੀ ਸਿੱਖਾ ਤੇਰੀ ਤਾਂ ਇੱਛਾ ਇਹ ਸੀ ਵੀ ਮੈਂ ਰਾਜ ਕਰਾਂ, ਜਾਂ ਤੈਨੂੰ ਰਾਜ ਬਖਸ਼ਿਆ। ਅੱਛਾ ਵੀ ਸਿੱਖਾ ਤੂੰ ਸਵਰਗ ਦੇ ਸੁੱਖ ਭੋਗਣਾ ਚਾਹੁੰਦਾ ਸੀ, ਉਦੋਂ ਬਾਅਦ ਮੁਕਤੀ ਮਿਲ ਜੂਗੀ। ਤੂੰ ਭਾਈ ਮੁਕਤੀ ਵਾਸਤੇ ਕੀਤਾ, ਜਾ ਤੇਰੇ 'ਤੇ ਕਿਰਪਾ। ਆਉਂਦੇ ਜਾਣੇ ਪਰਉਪਕਾਰ ਬਖਸ਼ਿਸ਼ ਇਕੱਲੇ ਇਕੱਲੇ ਨੂੰ ਕਰਕੇ ਮਹਾਰਾਜ ਨੇ। ਫਿਰ ਮਹਾਰਾਜ ਕਹਿੰਦੇ ਭਾਈ ਜਪਜੀ ਦਾ ਇੱਕ ਪਾਠ ਸੁਣਾਵੇ, ਪਰ ਮੇਰੀ ਇੱਕ ਸ਼ਰਤ ਹੈ ਵੀ ਜਪਜੀ ਸਾਹਿਬ ਦੇ ਪਾਠ ਵਿੱਚ ਮਨ ਜਿਹੜਾ ਉਹ ਸਿੱਖ ਦਾ ਪਰੇ ਨਹੀਂ ਜਾਣਾ ਚਾਹੀਦਾ। ਇੱਕ ਦੀਰਘ ਮਾਤਰਾ, ਲਘੂ ਮਾਤਰਾ, ਸਿਹਾਰੀ, ਔਂਕੜ, ਦਾਂ, ਦਲਾਂ ਸਾਰਾ ਬੋਲਣਾ ਅਤੇ ਵਿਸਰਾਮ ਸਹੀ ਲਾਉਣੇ ਨੇ। ਸਿੱਖ ਤਾਂ ਨੀਵੀਆਂ ਪਾ ਕੇ ਬਹਿ ਕੇ ਜਪਜੀ ਸਾਹਿਬ ਤਾਂ ਰੋਜ਼ ਹੀ ਕਰਦੇ ਆ, ਪਰ ਆਹ ਕੰਮ ਔਖਾ ਹੈ। ਚਲੋ ਸ਼ੁੱਧ ਬਾਣੀ ਪੜ੍ਹਨ ਵਾਲੇ ਵੀ ਬਥੇਰੇ ਸੀ, ਪਰ ਹੁਣ ਮਨ ਮਾਰੇ। ਕਹਿੰਦੇ ਦੂਆ ਵਚਨ ਫੇਰ ਕੀਤਾ, ਫਿਰ ਤੀਸਰਾ ਵਚਨ ਕੀਤਾ। ਹਾਫਜ਼ਾਬਾਦ ਦਾ ਗੋਪਾਲਾ ਸਿੱਖ ਉੱਠ ਕੇ ਖੜਾ ਹੋ ਗਿਆ। ਮਾਰੇ ਕਹਿੰਦੇ ਤੂੰ ਸੁਣਾਏਗਾ? ਕਹਿੰਦਾ ਨਹੀਂ ਮਾਰੇ। ਕਹਿੰਦੇ ਫਿਰ ਖੜਾ ਹੋਇਆ। ਕਹਿੰਦੇ ਮਾਰੇ ਤੁਹਾਡਾ ਵਚਨ ਤੀਸਰਾ ਸੀ ਵੀ ਨਿਰਾਦਰ ਨਾ ਹੋ ਜਾਏ, ਮੈਂ ਸਰੀਰ ਹਾਜ਼ਰ ਕੀਤਾ ਹੈ, ਵੀ ਇਹ ਸੇਵਾ ਲਈ ਮੇਰਾ ਸਰੀਰ ਹਾਜ਼ਰ ਹੈ। ਮਹਾਰਾਜ ਖੁਸ਼ ਹੋ ਕੇ ਕਹਿੰਦੇ ਵੀ ਇਹ ਸਿੱਖ ਪਾਸ ਹੋ ਗਿਆ। ਕਹਿੰਦੇ ਚੰਗਾ ਆ ਜਾ। ਆਪ ਤੋਂ ਸਵਾ ਗਿੱਠ ਆਸਣ ਜਿਹੜਾ ਉੱਚਾ ਲਵਾ ਲਿਆ ਸਿੱਖ ਦਾ, ਆਪ ਨੀਵੇਂ ਆਸਣ 'ਤੇ ਉਹਦੇ 'ਤੇ ਬੈਠ ਕੇ ਸਿੱਖ ਨੂੰ ਕਹਿੰਦੇ ਜੀ ਜਪਜੀ ਸਾਹਿਬ ਪੜ੍ਹ। ਇਹ ਸਾਰਾ ਪ੍ਰਸੰਗ ਲਿਖਦੇ ਆ। ਇੱਕ ਦਿਨ ਬੈਠ ਦੀਵਾਨ ਬਜ਼ਾਰਾ, ਸੁਪਟ ਸਿੱਖ ਤੈਂ ਸੁਬਤ ਹਜ਼ਾਰਾਂ ਕਰੀ ਨੇ, ਸਭ ਨੂੰ ਸੁਣਾਏ ਮੁਕੰਦ ਬਖਾਨੀ, ਜੋ ਸਿੱਖ ਸੁਧ ਪੜ੍ਹੈ ਗੁਰਬਾਣੀ। ਸੁਧ ਉਚਾਰਨ ਕਰੋ ਜਪਜੀ ਸਾਹਿਬ, ਜਥਾ ਜੋਗ ਮਾਤਰਾ ਅਰ ਵਰਨ, ਵਰਨ ਅੱਖਰ ਤੇ ਮਾਤਰਾ ਸਾਰੀ। ਪਠੇ ਸੰਭਾਰੈ ਸੁਨਾਵ ਹੈ ਕਰਨ, ਤੋ ਸਿੱਖ ਜੋ ਹੋਏ ਬੁੱਧਮੰਤਾ, ਕਰਤ ਪ੍ਰੇਮ ਲਖ ਸੁਧ ਪਠੰਤਾ। ਸੁਧ ਪਾਠ ਕਰੇ ਸੋ ਅਬ ਸਨਮੁਖ ਤੇਰੇ ਹਮਾਰੇ, ਜਪਜੀ ਪਾਠ ਕਰੈ ਨਿਰਧਾਰੇ। ਸੁਧ ਸੁਨਾਈ ਰਿਝਾਵੈ ਮੋਹੀ, ਮੈਨੂੰ ਪ੍ਰਸੰਨ ਕਰ ਲਵੇ ਸੁਧ ਪਾਠ ਕਰਕੇ। ਜਿਹੜਾ ਸੁਧ ਪਾਠ ਕਰਦਾ ਹੈ ਉਹਦੇ 'ਤੇ ਮਹਾਰਾਜ ਦੀ ਖੁਸ਼ੀ ਹੁੰਦੀ ਹੈ। ਇਹ ਲੋਕ ਤਾਂ ਨਾਸਤਕ ਜਿਹੜੇ ਰੌਲਾ ਪਾਉਣ ਲੱਗੇ ਜੀ, ਅਖੇ ਸੰਥਿਆ ਲੈਣ ਦੀ ਕੀ ਲੋੜ ਹੈ, ਬਾਪੂ ਨੂੰ ਚਾਹੇ ਆਪੂ ਕਹੀ ਜਾਵੇ ਤਾਂ ਵੀ ਤਾਂ ਬਾਪੂ ਖੁਸ਼ ਹੋ ਜਾਂਦਾ। ਇਹ ਸਾਧ ਸੰਗਤ ਪੰਥ ਖਾਲਸੇ ਦੀ ਮਰਿਆਦਾ ਤੋਂ ਉਲਟ ਪ੍ਰਚਾਰ ਹੈ। ਉਹਨਾਂ ਨੂੰ ਵੀ ਮਹਾਰਾਜ ਸਮਤ ਬਖਸ਼ੇ, ਬੁਰਾ ਕਾਹਨੂੰ ਕਹਿਣਾ ਕਿਸੇ ਨੂੰ। ਸੁੱਧ ਬਾਣੀ ਪੜ੍ਹਨ 'ਤੇ ਮਹਾਰਾਜ ਸਾਹਿਬ ਦੀ ਖੁਸ਼ੀ ਹੈ। ਤੋ ਇਸ ਕਰਕੇ ਮਹਾਰਾਜ ਕਹਿੰਦੇ ਸੁੱਧ ਸੁਨਾਏ ਰਿਝਾ, ਮੈਨੂੰ ਪ੍ਰਸੰਨ ਕਰ ਲੂਗਾ ਉਹ। ਮਨ ਵਾਂਝਤ ਫਲ ਪ੍ਰਾਪਤ ਹੋ ਹੀ, ਉਹਨੂੰ ਮਨ ਇੱਛਤ ਫਲ ਮਿਲਣਗੇ। ਨਹਿ ਅਦੇ ਬਸਤ ਪੁਨ ਕੌਣ, ਜਿਮ ਜਾਚੇ ਹਾਂ ਦੈ ਹੈ ਤੌਣ। ਜੋ ਮੰਗੇਗਾ ਉਹੀ ਦਿਆਂਗੇ। ਇਹ ਫਿਰ ਭਾਈ ਬਗਾਲਾ ਉੱਠ ਕੇ ਖੜਾ ਹੋ ਗਿਆ ਅਤੇ ਹੱਥ ਜੋੜ ਕੇ ਕਹਿੰਦੇ ਮਹਾਰਾਜ ਮੇਰਾ ਸਰੀਰ ਹਾਜ਼ਰ ਹੈ, ਜੋ ਸੇਵਤ ਪ੍ਰੈ ਆਸ ਕਰੀ ਹੈ, ਆਪਨ ਕਿਰਪਾ ਬਲ ਮੋਹ ਪਰ ਕਰੀਏ। ਮਹਾਰਾਜ ਜਪਜੀ ਪਾਠ ਤਾਂ ਸੁੱਧ ਸੁਣਾ ਸਕੂ ਜੇ ਤੁਸੀਂ ਕਿਰਪਾ ਕਰੋਗੇ ਮੇਰੇ 'ਤੇ, ਤੁਮਰੀ ਕਿਰਪਾ 'ਤੇ ਤੁਸੀਂ ਕਰੋ ਸੁਨਾਵਨ ਮੈਂ ਥਿਰ ਹੋਏ। ਸੁੱਧ ਪਾਠ ਜੇ ਜਪ ਕੋ ਹੋਏ। ਮਹਾਰਾਜ ਕਹਿੰਦੇ ਸੁਣਾ। ਸਤਿਗੁਰੂ ਬੈਠ ਗਏ। ਸਿੱਖ ਉੱਚੇ ਆਸਣ 'ਤੇ ਲਾ ਲਾ ਸਿੱਖ ਦਾ ਆਸਣ। ਜਪਜੀ ਸਾਹਿਬ ਦਾ ਪਾਠ ਆਰੰਭ ਹੁੰਦਾ ਇੱਕ ਓੰਕਾਰ ਸਤਿਨਾਮ, ਇੱਥੋਂ ਸ਼ੁਰੂ ਹੁੰਦਾ ਨਾ। ਜਦੋਂ ਇੱਕ ਓੰਕਾਰ ਸ਼ਬਦ ਉਚਾਰਨ ਕੀਤਾ, ਫਿਰ ਕਿਹਾ ਸਤਿਨਾਮ। ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇੰਨੇ ਪ੍ਰੇਮ ਵਿੱਚ ਆ ਗਏ ਕਿ ਸ਼ਬਦ ਦਾ ਸਤਿਕਾਰ ਕਰਦਿਆਂ ਹੋਇਆਂ ਸਿੱਖ ਵਾਲੇ ਪਾਸੇ ਨੂੰ ਦੋਨੇ ਹੱਥ ਜੋੜ ਕੇ ਮੱਥਾ ਟੇਕਤਾ ਸਿੱਖ ਨੂੰ। ਇਹ ਹਜਮ ਹੋ ਜੂ, ਬਹੁਤ ਸਾਰੇ ਲੋਕਾਂ ਦੇ ਹਜਮ ਨਹੀਂ ਹੋਣ ਵਾਲੀ ਗੱਲ। ਗੁਰੂ ਨੂੰ ਤਾਂ ਮੱਥਾ ਟੇਕਦੇ, ਪਰ ਸਿੱਖ ਨੂੰ ਮੱਥਾ ਟੇਕ ਦਿੱਤਾ। ਪੂਰਬ ਕਹਿ ਇੱਕ ਓੰਕਾਰਾ, ਪੂਰਬ ਪਹਿਲਾਂ ਇੱਕ ਓੰਕਾਰ ਕਿਹਾ। ਸਤਨਾਮ ਕੋ ਬਹਰ ਉਚਾਰਾ, ਸ੍ਰੀ ਹਰਗੋਬਿੰਦ ਸੁਨ ਕਰ ਜੋਰ। ਨਮਸਕਾਰ ਕੀਨੀ ਸਿੱਖ ਔਰ, ਸਿੱਖ ਵਾਲੇ ਪਾਸੇ ਨਮਸਕਾਰ ਕੀਤੀ। ਭਾਈ ਗੋਪਾਲਾ ਇਕਾਗਰ ਚਿਤ ਹੋ ਕੇ ਸੰਕਲਪਾਂ ਵਿਕਲਪਾਂ ਤੋਂ ਰਹਿਤ ਸਾਵਧਾਨ ਹੋ ਕੇ ਪ੍ਰੇਮ ਪੜ੍ਹਦਾ ਗਿਆ। ਭਾਈ ਸੰਤੋਖ ਸਿੰਘ ਲਿਖਦੇ ਨੇ, ਸਨੇ ਸਨੇ ਸਭ ਕੀਨ ਸੰਭਾਰ। ਹੌਲੀ ਹੌਲੀ ਮਾਤਰਾ ਵਰਨ ਭਲੇ ਨਿਰਧਾਰ, ਐਨ ਸੁੱਧ ਪਾਠ ਕੀਤਾ। ਪਾਠ ਸੁਣਦੇ ਸੁਣਦੇ ਸਤਿਗੁਰੂ ਪ੍ਰਸੰਨ ਹੋਵੇ। ਸੋਚਿਆ ਕਿ ਸੁੱਧ ਪਾਠ ਦੇ ਬਦਲੇ ਸਿੱਖ ਨੂੰ ਕੀ ਵਸਤੂ ਦੇਵਾਂ। ਅਤੇ ਜਿਸ ਵੇਲੇ ਜਤ ਪਹਾਰਾ ਧੀਰਜ ਸੁਨਾਰ ਵਾਲੀ ਪੌੜੀ ਪੜ੍ਹ ਦਿੱਤੀ ਨਾ, ਅਤੇ ਉਸ ਵੇਲੇ ਮਹਾਰਾਜ ਸਾਹਿਬ ਜੀ ਨੇ
ਵੀ ਹੁਣ ਮੈਂ ਕੀ ਦਿਆਂ ਇਸ ਨੂੰ। ਤੇ ਇਹ ਮਨ ਦੇ ਵਿੱਚ ਸੰਕਲਪ ਆਇਆ। ਪਾਤਸ਼ਾਹ ਨੇ ਸੋਚਿਆ ਕਿ ਇਹਨੂੰ ਜੇ ਇਸ ਸੰਸਾਰ ਦੀ ਪਾਤਸ਼ਾਹੀ ਦੇ ਦਈਏ, ਕਹਿੰਦੇ ਤਾਂ ਨਾਸਵਾਨ ਹੈ, ਸਵਰਗ ਦਾ ਰਾਜ ਦੇ ਦੀਏ ਇਹ ਵੀ ਨਾਸਵਾਨ, ਸ਼ਿਵਪੁਰੀ, ਬਰਮਪੁਰੀ, ਵਿਸ਼ਨਪੁਰੀ ਸਭ ਨਾਸਵਾਨ। ਬਾਣੀ ਦੀ ਭੇਟਾ ਉੱਤਮ ਕਿਹੜੀ ਹੈ? ਮਹਾਰਾਜ ਨੇ ਸੋਚਿਆ ਵੀ ਇਹ ਤੋਂ ਇਲਾਵਾ ਹੋਰ ਕੋਈ ਭੇਟਾ ਨਹੀਂ। ਮੈਂ ਹੁਣ ਸਿੱਖ ਨੂੰ ਗੁਰਤਾ ਗੱਦੀ ਤੇ ਸਵਾਇਮਾਨ ਕਰਦਾ, ਸੰਕਲਪ ਵਿਕਲਪਾਂ ਤੋਂ ਰਹਿਤ ਅਰ ਸੁੱਧ ਪਾਠ ਕੀਤਾ, ਇਹ ਸਿੱਖ ਨੂੰ ਗੁਰਤਾ ਗੱਦੀ ਦੇ ਦੇਣੇ। ਆਪਣੀ ਇੱਛਾ ਚੱਕ ਕੇ ਜਦੋਂ ਗੋਡਾ ਹੀ ਚੱਕਿਆ ਮਾੜਾ ਜਾ, ਤੇ ਉਧਰ ਉਹਨੇ ਕਿਹਾ ਨਾਨਕ ਨਦਰੀ ਨਦਰ ਨਿਹਾਲ, ਇਹ ਤੁਖ ਪੜੀ ਪ੍ਰੀਤ ਦੇ ਨਾ। ਇੱਥੇ ਤੱਕ ਤਾਂ ਫਿਰ ਐਨ ਪ੍ਰੀਤੀ ਨਾਲ ਕਰ ਗਿਆ ਪਾਠ। ਤਬ ਸਤਿਗੁਰ ਮਨ ਮੋਦ ਉਪਾਇਓ, ਜਾਨੂ ਉਠਬੇ ਹੈ ਤੁਹਾਡਾ, ਜਾਨੂ ਗੋਡੇ ਦਾ ਨਾਂ ਹੈ। ਤਿਲਕ ਦੇਣ ਕੋ ਚਹੋ ਹਿਰਦੈ, ਗੁਰਤਾ ਗੱਦੀ ਦਾ ਤਿਲਕ ਕਿੱਡੀ ਵੱਡੀ ਗੱਲ ਹੈ। ਸਿੱਖ ਨੇ ਕਰਿਓ ਮਨੋਰਥ ਤਵੇ। ਉਸੇ ਵੇਲੇ ਸਿੱਖ ਦੇ ਮਨ 'ਚ ਅਜੇ ਸ਼ਲੋਕ ਹੁਣ ਪੜ੍ਹਨ ਲੱਗਿਆ, ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਨਾਲੇ ਸ਼ਲੋਕ ਪੜ੍ਹੀ ਜਾਂਦਾ ਤੇ ਮਨ ਦੇ ਵਿੱਚ ਮਨੋਰਥ ਆ ਗਿਆ। ਕੀ ਮਨੋਰਥ ਆਇਆ? ਤਬ ਸਤਿਗੁਰ ਮਨ ਮੋਠ ਆਏ। ਕਹਿੰਦੇ ਵੀ ਜੇ ਸਤਿਗੁਰੂ ਮਹਾਰਾਜ ਸਾਹਿਬ ਨੇ ਮੈਨੂੰ ਸਿਰੋਪੋ ਦੇਣ ਤੋਂ ਪਹਿਲਾਂ ਹੀ ਉੱਠ ਖੜੇ। ਮਹਾਰਾਜ ਤਾਂ ਕਹਿੰਦੇ ਜੋ ਮੰਗੇਗਾ ਉਹੀ ਮਿਲੂਗਾ ਤੈਨੂੰ, ਬਸ ਕਰਨ ਪਹਿਲਾਂ ਉੱਠ ਚੱਲੇ। ਤੇ ਸਤਿਗੁਰੂ ਜੇ ਮੈਨੂੰ ਪੁੱਛਣ ਸਿੱਖਾ ਤੈਂ ਪਾਠ ਸੁਣਾਇਆ ਵੀ ਮੰਗ ਲੈ ਜਿਹੜਾ ਕੋਈ ਮੰਗਦਾ, ਕਹਿੰਦਾ ਮੈਂ ਉਸੇ ਵੇਲੇ ਕਹੂੰਗਾ ਵੀ ਜਿਹੜਾ ਸੁਭਾਗਾ 5 ਘੋੜੇ ਲੈ ਕੇ ਆਇਆ ਸੀ, 1.25 ਲੱਖ ਦਾ ਘੋੜਾ ਸੀ, ਤੇ 1.25 ਲੱਖ ਦੀ ਉਹਦੀ ਸੋਨੇ ਦੀ ਕਾਠੀਆਂ ਸੀ, ਤੇ ਇਹ ਜਿਹੜਾ 2.5 ਲੱਖ ਦਾ ਇੱਕ ਘੋੜਾ ਕਾਠੀ ਸਮੇਤ ਬਣਦਾ ਹੈ। ਉਹਨਾਂ ਵਿੱਚ ਇੱਕ ਘੋੜਾ ਤਾਂ ਸਤਿਗੁਰੂ ਨੇ ਸਾਂਭ ਲਿਆ ਸੀ, ਦੂਜਾ ਘੋੜਾ ਬਿਧੀ ਚੰਦ ਜੀ ਨੂੰ ਦੇ ਦਿੱਤਾ ਬਾਬਾ ਜੀ ਨੂੰ, ਤੇ ਤੀਜਾ ਘੋੜਾ ਵੱਡੇ ਸਾਹਿਬਜ਼ਾਦੇ ਬਾਬੇ ਗੁਰਦਿੱਤੇ ਨੂੰ ਦਿੱਤਾ ਸੀ, ਚੌਥਾ ਘੋੜਾ ਪੈਂਦੇ ਖਾਂ ਨੂੰ ਦਿੱਤਾ ਸੀ ਮਹਾਰਾਜ ਨੇ। ਇੱਕ ਘੋੜਾ ਖੜਾ ਸੀ, ਕਹਿੰਦਾ ਉਹ ਘੋੜਾ ਮਹਾਰਾਜ ਤਵੇਲੇ 'ਚ ਵਿਹਲੇ ਹੀ ਖੜਾ ਹੈ, 1.25 ਲੱਖ ਦਾ ਘੋੜਾ ਹੈ, 1.25 ਲੱਖ ਦੀ ਕਾਠੀ, ਜੇ ਗੁਰੂ ਕਿਰਪਾ ਕਰੇ ਮੈਨੂੰ ਬਖਸ਼ ਦੇਣ ਬੜਾ ਹੀ ਆਨੰਦ ਹੋਊਗਾ। ਇਹ ਮੇਰਾ ਮਨੋਰਥ ਨਿਸਫਲ ਗਿਆ, ਕਿਉਂਕਿ ਗੁਰੂ ਸਾਹਿਬ ਤਾਂ ਉੱਠ ਖੜੇ। ਇਹ ਜਾਣ ਕੇ ਸਤਿਗੁਰੂ ਫੇਰ ਉਸੇ ਤਰ੍ਹਾਂ ਬਹਿ ਗਏ ਅਡੋਲ। ਇੱਕ ਗੱਲ ਇਹ ਸਮਝਣ ਯੋਗ ਹੈ, 38 ਪੌੜੀਆਂ ਤੱਕ ਤੇ ਸਿੱਖ ਜਿਹੜਾ ਉਹਦਾ ਮਨ ਸੰਕਲਪ ਵਿਕਲਪ 'ਚ ਨਹੀਂ ਗਿਆ। 38 ਪੌੜੀਆਂ ਤੱਕ ਇੱਕ ਮੂਲ ਮੰਤਰ, 39 ਹੋ ਗਏ, 40ਵਾਂ ਸ਼ਬਦ ਹੈ ਸ਼ਲੋਕ। ਉਹਦਾ ਮਨ ਕਾਬੂ ਤੋਂ ਬਾਹਰ ਕਿਉਂ ਨਿਕਲ ਗਿਆ ਫੁਰਨਾ? ਇਸ ਦਾ ਮਤਲਬ ਹੈ ਕਿ ਜਿੰਨੀ ਦੇਰ ਤੱਕ ਗੁਰੂ ਨੇ ਆਪਣੇ ਮਨ ਦੇ ਨਾਲ ਸਿੱਖ ਦਾ ਮਨ ਫੜਿਆ ਹੋਇਆ ਸੀ, ਉਨੀ ਦੇਰ ਤੱਕ ਸਿੱਖ ਪਾਠ ਕਰਦਾ ਗਿਆ। ਜਦੋਂ ਗੁਰੂ ਦੇ ਮਨ 'ਚ ਸੰਕਲਪ ਚੱਲਿਆ ਕੁਛ ਦੇਣ ਦਾ, ਤੇ ਸਿੱਖ ਦੇ ਮਨ 'ਚ ਸੰਕਲਪ ਚੱਲ ਪਿਆ ਕੁਛ ਲੈਣ ਦਾ। ਇਹ ਬੜੀ ਖੇਡ ਨਿਰਾਲੀ। ਤੇ ਮਹਾਰਾਜ ਸਾਹਿਬ ਜੀ ਉਸੇ ਵੇਲੇ ਜਪਜੀ ਸਾਹਿਬ ਦਾ ਪਾਠ ਸੰਪੂਰਨ ਹੋਇਆ, ਤੇ ਗਰੀਬ ਨਿਵਾਜ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਸਿੱਖਾ ਮੰਗ ਲੈ ਜਿਹੜਾ ਕੁਛ ਮੰਗਣਾ, ਤੇਰਾ ਸੰਕਲਪ ਪੂਰਾ ਕਰ ਦਈਏ। ਤੇ ਕਹਿਣ ਲੱਗਿਆ ਮਹਾਰਾਜ ਤੁਹਾਡਾ ਦਿੱਤਾ। ਕਹਿੰਦੇ ਤੈਂ ਸੰਕਲਪ ਨਹੀਂ ਕਰਿਆ ਘੋੜੇ ਦਾ? ਸ਼ਰਮਸ਼ਾਰ ਹੋ ਗਿਆ। ਤੇ ਮਹਾਰਾਜ ਸਾਹਿਬ ਕਹਿੰਦੇ ਲਿਆਓ ਭਾਈ ਘੋੜਾ। ਕਹਿੰਦੇ ਉਹ ਸਿੱਖਾ, ਕਹਿੰਦੇ ਅਸੀਂ ਤਾਂ ਗੁਰਸਿੱਖਾ ਤੈਨੂੰ ਗੁਰਤਾ ਗੱਦੀ ਬਖਸ਼ਣ ਲੱਗੇ ਸੀ, ਤੈਨੂੰ ਤਾਂ ਮੰਗਣੇ ਨਹੀਂ ਆਇਆ। ਤੇ ਕਿਹੜੀ ਵਸਤੂ ਹੈ ਜਿਹੜੀ ਜਪਜੀ ਦੇ ਬਦਲੇ 'ਚ ਨਹੀਂ ਮਿਲ ਸਕਦੀ? ਸੋਨੇ ਦੀ ਕਾਠੀ ਜਿਵੇਂ ਘੋੜਾ ਭਾਈ ਗੋਪਾਲੇ ਨੂੰ ਬਖਸ਼ ਦਿੱਤਾ, ਵਸਤਰ ਵੀ ਦਿੱਤੇ, ਜੇਵਰ ਵੀ ਦਿੱਤੇ, ਮਾਇਆ ਦਿੱਤੀ। ਕਹਿੰਦੇ ਤੂੰ ਧੰਨ ਹੈ ਜਿਹਨੇ ਜਪਜੀ ਸਾਹਿਬ ਸੁੱਧ ਸੁਣਾਇਆ, ਪਰ ਨਾਸਵਾਨ ਪਦਾਰਥ ਮੰਗ ਬੈਠੇ। ਤੇਰੀ ਬਿਰਤੀ ਸੰਸਾਰਾਕਾਰ ਬਣੀ ਹੋਈ ਹੈ, ਪਰ ਫਿਰ ਵੀ ਤੈਨੂੰ ਪ੍ਰਸੰਨ ਹੋ ਕੇ ਹੁਣ ਜਿਹੜਾ ਤੈਨੂੰ ਮੰਗਣਾ ਨਹੀਂ ਆਇਆ, ਹੁਣ ਤੈਨੂੰ ਉਹ ਦੇਣ ਲੱਗਿਆ। ਜਾਂ ਤੇਰਾ ਜੰਮਣਾ ਮਰਨਾ ਕੱਟਿਆ, 84 ਤੇਰੀ ਕੱਟ ਦਿੱਤੀ, ਤੂੰ ਆਪ ਤਰਿਆ, ਜਾਂ ਤੇਰੀਆਂ ਕੁਲਾਂ ਦਾ ਵੀ ਉਧਾਰ ਕੀਤਾ ਮਾਰ। ਇੱਕ ਜਪਜੀ ਸਾਹਿਬ ਦੇ ਪਾਠ ਦੇ ਬਦਲੇ ਮਾਤਰਾ ਵਰਨ ਸੰਭਾਰੈ ਸਾਰੇ, ਤੂੰ ਬਾਤਰਾ ਵਰਨ ਅੱਖਰ ਸੰਭਾਲੇ। ਸ੍ਰੀ ਗੁਰੂ ਬਾਣੀ ਸਿੱਖ ਉਚਾਰੇ, ਮਹਾ ਮਹਾਤਮ ਕਰ ਦਿਖਾਇਓ, ਨਹਿ ਤੁਰਲੋਕ ਮੈਂ ਸਮ ਕੁਛ ਪਾਇਓ। ਇਹਦੇ ਬਰਾਬਰ ਕੁਛ ਨਹੀਂ ਹੈ। ਸਤਿਗੁਰੂ ਮਹਾਰਾਜ ਸਾਹਿਬ ਦੇ ਜਪਜੀ ਦਾ ਸਾਹਿਬ ਦਾ ਮਹਾਤਮ ਇਹ ਗੁਰੂ ਹਰਗੋਬਿੰਦ ਸਾਹਿਬ ਨੇ ਦਰਸਾਇਆ। ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਇਹਦੇ ਭੇਟਾ ਕੋਈ 3 ਲੋਕਾਂ ਦੇ ਵਿੱਚ ਨਹੀਂ ਜਪਜੀ ਸਾਹਿਬ ਦੀ ਐਡੀ ਬੜੀ। ਫਿਰ ਭਾਈ ਲੱਖੂ ਹੋਇਆ ਇੱਕ, ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਿੱਖ ਸੀ, ਤੇ ਇਹਦਾ ਪਹਿਲਾ ਜੀਵਨ ਕੁਛ ਐਸਾ ਹੀ ਸੀ। ਤੇ ਸਤਿਗੁਰੂ ਮਹਾਰਾਜ ਸਾਹਿਬ ਦੀ ਬਾਣੀ ਦਾ ਪਾਠ ਬ੍ਰਹਮ ਗਿਆਨੀ ਸਿੱਖ ਹੋਇਆ ਹੈ। ਤੇ ਲਾਹੌਰ ਦੇ ਵਿੱਚ ਪਟੋਲੀਆ ਜਿੱਥੇ ਕੰਮ ਕਰਦੇ, ਉੱਥੇ ਬਾਜ਼ਾਰ ਹੈ, ਬੁੱਧੂ ਮਹਿਤਾ ਜਾਣੀਏ ਕੁਲ ਘਮਿਆਰ ਭਗਤ ਨਿਰੰਕਾਰੇ, ਲੱਖੂ ਵਿੱਚ ਪਟੋਲੀਆ ਭਾਈ ਲੱਧਾ ਪਰਉਪਕਾਰੀ। ਉੱਥੇ ਭਾਈ ਲੱਧਾ ਰਹਿੰਦਾ ਸੀ। ਇਹ ਪਹਿਲਾ ਜੀਵਨ ਕੁਛ ਐਸਾ ਹੀ ਸੀ ਇਹਦਾ। ਜ਼ਿਲ੍ਹਾ ਅੰਮ੍ਰਿਤਸਰ ਦੇ ਪੱਟੀ ਤਹਿਸੀਲ ਵਿੱਚ ਨਗਰ ਮਨਾਵਾ ਹੈ, ਉਹ ਖੇਮ ਕਰਨ ਦੇ ਕੋਲ ਹੈ।
ਭਾਈ ਲੱਖੂ ਜੀ ਉਸ ਸਥਾਨ 'ਤੇ ਨਿਵਾਸ ਰੱਖਦੇ ਸੀ। ਪਹਿਲੀ ਉਮਰ 'ਚ ਡਾਕੇ ਮਾਰਿਆ ਕਰਦੇ, ਚੋਰੀਆਂ ਕਰਦੇ, ਪਰ ਡਾਕੂਪਣਾ ਜ਼ਿਆਦਾ ਸੀ ਇਹਨਾਂ ਦਾ। ਚੋਰੀ ਹੁੰਦੀ ਹੈ ਜਿਹੜੀ ਉਸ ਤਰ੍ਹਾਂ ਕਰਨੀ। ਲੱਖੂ ਧਾੜ ਵੀ ਪ੍ਰਸਿੱਧ ਹੋ ਗਿਆ, ਲੋਕ ਡਰਿਆ, ਇਹਦਾ ਨਾਂ ਸੁਣ ਕੇ ਕੰਬ ਜਾਂਦੇ ਸੀ। ਇੱਕ ਵਾਰ ਦੀ ਗੱਲ ਹੈ ਕਿ ਜਦੋਂ ਲੱਖੂ ਲੋਕਾਂ ਨੂੰ ਲੁੱਟਣ ਵਾਸਤੇ ਜੰਗਲ ਵਿੱਚ ਗਿਆ, ਇੱਕ ਸਿੱਖ ਪੰਜਵੇਂ ਪਾਤਸ਼ਾਹ ਦਾ ਗੁਰੂ ਅਰਜਨ ਦੇਵ ਜੀ ਤੋਂ ਭਰੋਸਾ ਆਇਆ ਹੋਇਆ ਭਾਈ ਪ੍ਰਾਣਾ ਸੀ। ਉਹ ਲੰਗਰ ਵਾਸਤੇ ਲੱਕੜਾਂ ਲੈਣ ਵਾਸਤੇ ਗਿਆ, ਲੱਕੜਾਂ ਦਾ ਭਾਰ ਬੰਨ੍ਹ ਕੇ ਉਦੋਂ ਬਾਅਦ ਜਪਜੀ ਸਾਹਿਬ ਦਾ ਪਾਠ ਕਰਨ ਵਾਸਤੇ ਆਪਣੇ ਆਨੰਦ ਵਿੱਚ ਬੈਠਾ ਰਿਹਾ ਕੜੀ ਦੇਰ ਤੱਕ। ਸਤਿਗੁਰਾਂ ਦੇ ਚਰਨਾਂ ਦਾ ਸਮਾਨ ਧਿਆਨ ਲਾ ਕੇ ਸਮਾਧੀ ਬੈਠਾ। ਲੱਖੂ ਧਾੜਵੀ ਨੇ ਆ ਕੇ ਮੱਥਾ ਟੇਕਿਆ, ਭਾਈ ਸਾਹਿਬ ਨੂੰ ਕੋਈ ਪਤਾ ਨਹੀਂ ਲੱਗਿਆ। ਕਹਿੰਦਾ, ਹੇ ਮਹਾਤਮਾ, ਮੈਂ ਚੱਲਿਆ ਡਾਕਾ ਮਾਰਨ, ਲੁੱਟਣ ਚੱਲਿਆ, ਅਤੇ ਰੱਬ ਦੇ ਪਿਆਰਿਆ ਵੀ ਜੇ ਲੋਕ ਤਾਂ ਦਿੰਦੇ ਆ 10ਵਾਂ ਹਿੱਸਾ, ਵੀ ਜੇ ਮੈਂ ਕਾਮਯਾਬ ਹੋ ਗਿਆ ਤੀਜਾ ਹਿੱਸਾ ਤੈਨੂੰ ਦਊਂਗਾ ਮੈਂ ਸੁੱਖ ਲਈ। ਜੰਗਲ ਵਿੱਚ ਗਿਆ, ਘਾਤ ਲਾ ਕੇ ਬੈਠ ਗਿਆ। ਸਬੱਬ ਨਾਲ ਰਿਸ਼ਤੇਦਾਰੀ ਦੇ ਵਿੱਚ ਵਿਆਹ ਸੀ, ਕਿਤੇ ਬੀਬੀਆਂ ਇਕੱਠੀਆਂ ਹੋ ਕੇ ਵਿਆਹ ਚੱਲੀਆਂ, ਬਹੁਤ ਕੀਮਤੀ ਗਹਿਣੇ ਪਾਏ ਹੋਏ, ਬਸਤਰ ਬੜੇ ਕੀਮਤੀ। ਲੱਖੂ ਧਾੜਵੀ ਨੇ ਦੇਖ ਲਿਆ, ਉਹ ਬੀਬੀਆਂ ਗੱਲਾਂ ਕਰਦੀਆਂ ਕਰਦੀਆਂ ਪਿੱਛੇ ਰਹੀਆਂ, ਬੰਦੇ ਅੱਗੇ ਨਿਕਲ ਗਏ। ਲੱਖੂ ਧਾੜਵੀ ਨੇ ਉਸੇ ਵੇਲੇ ਗੰਡਾਸੀ ਕੱਢੀ, ਛਵੀ ਕੱਢ ਕੇ ਲੱਖਾਂ ਲਾਲ ਕਰਕੇ ਕਹਿੰਦਾ, ਸੁਣ ਲਓ, ਕਹਿੰਦਾ ਮੈਂ ਲੱਖੂ ਧਾੜਵੀ ਹਾਂ। ਉਹ ਤਾਂ ਬੀਬੀਆਂ ਕੰਬਣ ਲੱਗ ਗਈਆਂ, ਖੈਰ ਚਾਹੁੰਦੀਆਂ, ਇੱਥੇ ਬਸਤਰ ਵੀ ਲਾ ਦਿਓ, ਗਹਿਣੇ ਵੀ ਲਾ ਦਿਓ। ਉਹ ਸਾਰੀਆਂ ਬੀਬੀਆਂ ਨੇ ਬਿਰਸ਼ ਦੇ ਓਹਲੇ ਹੋ ਕੇ ਗਹਿਣੇ ਗੁਣੇ ਸਾਰਾ ਕੁਝ ਬਸਤਰ ਪੰਡਾਂ ਬੰਨ੍ਹ ਕੇ ਉਹ ਗਹਿਣੇ ਦੇ ਪੰਡਾਂ ਦੀਆਂ ਲੈ ਕੇ ਉਹ ਵਿਚਾਰੀਆਂ ਉੱਥੇ ਝਾੜਾਂ ਦੇ ਓਹਲੇ ਰੋਣ ਉੱਥੇ ਬੈਠੀਆਂ। ਲੱਖੂ ਧਾੜਵੀ ਗਹਿਣੇ ਬਸਤਰ ਪੰਡ ਬੰਨ੍ਹ ਕੇ ਭਾਈ ਪ੍ਰਾਣਾ ਦੇ ਮੂਹਰੇ ਸਿੱਟੀ, ਉਹ ਸਮਾਧੀ ਖੁੱਲੀ। ਉੱਧਰ ਬੀਬੀਆਂ ਰੋ ਰਹੀਆਂ ਅਤੇ ਬਸਤਰਾਂ ਦੀ ਪੰਡ ਸਿੱਟੀ। ਅਤੇ ਭਾਈ ਸਾਹਿਬ ਜੀ, ਭਾਈ ਪ੍ਰਾਣਾ ਜੀ ਕਹਿੰਦੇ, ਇਹ ਕੌਣ ਹੈ ਤੂੰ? ਇਹ ਪੰਡ ਸਿੱਟੀ ਹੈ ਮੇਰੇ ਕੋਲ, ਕੀ ਹੈ ਇਹ? ਉਹ ਕਹਿੰਦਾ, ਜੀ ਤੁਹਾਡੀ ਸੁੱਖਣਾ। ਇਹ ਸੁੱਖੀ ਤਾਂ ਤੀਜੇ ਹਿੱਸੇ ਦੀ ਸੀ, ਚਾਹੇ ਅੱਧ ਲੈ ਲਓ। ਉਹ ਕਹਿੰਦੇ, ਹੈ ਕੀ? ਕਹਿੰਦਾ, ਜੀ ਮੈਂ ਧਾੜਵੀ ਹਾਂ, ਤੁਹਾਡੀ ਸੁੱਖ ਸੁੱਖੀ ਸੀ, ਪਹਿਲੀ ਵਾਰ ਐਡੀ ਕਾਮਯਾਬੀ ਮਿਲੀ ਹੈ, ਹੁਣ ਤੁਸੀਂ ਆਪਣਾ ਹਿੱਸਾ ਲੈ ਲਓ, ਮੈਂ ਆਪਣਾ ਲੈ ਜਾਂਦਾ। ਅਤੇ ਭਾਈ ਪ੍ਰਾਣਾ ਉਸੇ ਵੇਲੇ ਕਹਿੰਦੇ, ਅੱਛਾ, ਕਹਿੰਦੇ ਐਡਾ ਪਾਪ ਆਤਮਾ ਤੂੰ? ਕਹਿੰਦੇ, ਗੱਲ ਸੁਣ ਲੈ, ਜੇ ਮੇਰੀ ਸੁੱਖ ਬਾਰ ਆ ਸਕਦੀ ਹੈ, ਮੇਰਾ ਸਰਾਪ ਵੀ ਤੇਰੇ ਵਿੱਚ ਦੀ ਜਾਊਗਾ। ਕਹਿੰਦੇ, ਤੈਨੂੰ ਸਰਾਪ ਦੇ ਕੇ ਖਤਮ ਕਰੂੰ, ਐਡੇ ਮਾੜੇ ਕੰਮ ਕਰਦਾ ਤੂੰ। ਕਹਿੰਦਾ, ਸੰਤ ਜੀ ਸਰਾਪ ਨਾ ਦੇ ਦਿਓ, ਕਿਉਂਕਿ ਸ਼ਰਧਾ ਬੱਝੀ ਹੋਈ ਸੀ ਵੀ ਇਹਨਾਂ ਕਰਕੇ ਮੈਨੂੰ ਧਨ ਮਾਲ ਮਿਲਿਆ, ਜੋ ਕਹੋਗੇ ਉਹੀ ਕਰੂੰ। ਕਹਿੰਦੇ, ਫਿਰ ਗੱਲ ਸੁਣ ਲੈ, ਫਿਰ ਮੇਰਾ ਬਚਨ ਮੰਨਣਾ ਹੋਏਗਾ। ਕਹਿੰਦੇ, ਜੀ ਉਹੀ ਮੰਨੂ। ਕਹਿੰਦੇ, ਅੱਜ ਤੋਂ ਬਾਅਦ ਕਦੇ ਚੋਰੀ ਨਹੀਂ ਕਰਨੀ, ਡਾਕਾ ਨਹੀਂ ਮਾਰਨਾ। ਕਹਿੰਦਾ, ਜੀ ਸਤ ਬਚਨ। ਕਹਿੰਦੇ, ਇਹ ਜਿਹੜੀਆਂ ਬੀਬੀਆਂ ਦੇ ਲੈ ਕੇ ਆ, ਜਾਓ ਉੱਥੇ, ਉਹ ਝਾੜਾਂ ਉਹਲੇ ਬੈਠੀਆਂ ਰੋਂਦੀਆਂ ਨੇ, ਜਾ ਕੇ ਸਮਾਨ ਵਾਪਸ ਕਰਕੇ ਆ। ਇਹਨੇ ਪੰਡ ਚੁੱਕੀ, ਜਾ ਕੇ ਉਹ ਬੀਬੀਆਂ ਰੋਣ ਪਏ। ਕਹਿੰਦਾ, ਭੈਣੋ ਰੋ ਨਾ। ਮਾਰੀ ਪੰਡ ਭਗਾ ਕੇ ਪਿੱਠ ਕਰਕੇ ਖੜ ਗਿਆ। ਕਹਿੰਦਾ, ਜਦੋਂ ਬਸਤਰ ਪਾ ਲਓਗੀਆਂ ਭੈਣੇ, ਫਿਰ ਮੈਨੂੰ ਦੱਸ ਦਿਓ। ਬਸਤਰ ਪਾ ਲਏ, ਗਹਿਣੇ ਪਾ ਲਏ। ਕਹਿੰਦੀ, ਪਈ ਵੀਰਾ, ਇਹ ਤਾਂ ਦੱਸ ਦੇ ਵੀ ਪਹਿਲਾਂ ਤਾਂ ਸਾਨੂੰ ਐਡਾ ਜ਼ੁਲਮ ਕਰਿਆ ਤੈਂ, ਅਤੇ ਹੁਣ ਤੂੰ ਸਾਨੂੰ ਵਾਪਸ ਵੀ ਕਰਨ ਆ ਗਿਆ, ਵੀ ਇਹ ਸਾਡੇ ਸਮਝ 'ਚ ਨਹੀਂ ਆਈ ਗੱਲ। ਕਹਿੰਦਾ, ਭੈਣੋ, ਜਿਹਨੇ ਤੁਹਾਨੂੰ ਲੁੱਟਿਆ ਸੀ ਨਾ, ਕਹਿੰਦੇ ਉਹ ਲੱਖੂ ਧਾੜਵੀ ਸੀ। ਕਹਿੰਦੇ, ਹੁਣ ਵੀ ਤਾਂ ਉਹੀ ਆ। ਕਹਿੰਦਾ, ਨਹੀਂ, ਉਹ ਤਾਂ ਮਰ ਗਿਆ। ਇਹ ਹੁਣ ਗੁਰੂ ਕਾ ਸਿੱਖ ਹੈ, ਇੱਕ ਮਹਾਤਮਾ ਦਾ ਸ਼ਿਸ਼ ਹੈ, ਅਤੇ ਮੈਨੂੰ ਪੂਰਨ ਸੰਤ ਮਿਲ ਗਏ, ਇਸ ਕਰਕੇ ਵੀ ਮੈਂ ਹੁਣ ਇਹ ਕਿਰਤ ਛੱਡ ਦਿੱਤੀ। ਹੁਣ ਅੱਗੇ ਤਾਂ ਤੁਹਾਨੂੰ ਰਾਹ ਭੁਲਾ ਕੇ ਕਰਮ ਕੀਤਾ, ਹੁਣ ਤੁਹਾਨੂੰ ਰਸਤੇ ਪਾ ਕੇ ਆਊਂਗਾ, ਮੈਂ ਤੁਹਾਨੂੰ ਛੱਡ ਕੇ ਆਊਂ ਗਾਹਾਂ ਤੱਕ, ਛੱਡ ਕੇ ਆਇਆ ਗਾਹਾਂ। ਅਤੇ ਭਾਈ ਸਾਹਿਬ ਦੇ ਕੋਲ ਆ ਕੇ ਕਹਿੰਦਾ, ਜੀ ਹੁਣ ਦੱਸੋ, ਮੈਨੂੰ ਆਪਣਾ ਸਿੱਖ ਬਣਾ ਲਓ। ਕਹਿੰਦੇ, ਸਿੱਖ ਆਪਣਾ ਅੱਗੇ ਸਿੱਖ ਨਹੀਂ ਬਣਾਉਂਦਾ ਹੁੰਦਾ, ਉਹ ਸਿੱਖ ਹੀ ਨਹੀਂ ਜਿਹੜਾ ਆਪਣੇ ਚੇਲਾ ਬਣਾਵੇ। ਗੁਰੂ ਅਰਜਨ ਦੇਵ ਜੀ ਦੇ ਕੋਲ ਲੈ ਗਏ। ਗੁਰੂ ਅਰਜਨ ਦੇਵ ਜੀ ਦੇ ਕੋਲ ਜਾ ਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਉਹਨੂੰ ਚਰਨਾਮ ਦਿੱਤਾ। ਕਹਿੰਦੇ, ਭਾਈ ਪਹਿਲਾਂ ਜਿੰਨੇ ਲੋਕਾਂ ਦੀ ਚੋਰੀਆਂ ਕੀਤੀਆਂ ਉਹ ਵੀ ਸਾਰਾ ਵਾਪਸ। ਕਹਿੰਦਾ, ਜੀ ਸਤ ਵਚਨ। ਇਹ ਫਿਰ ਲਾਹੌਰ ਕਿਹਾ 21 ਪਾਠ ਜਪਜੀ ਸਾਹਿਬ ਦੇ ਨਿਤਨੇਮ ਕਰ ਲਿਆ ਇਹਨੇ, ਵੀ ਰੋਜ਼ 21 ਪਾਠ ਜਪਜੀ ਸਾਹਿਬ ਦੇ ਕਰਨੇ, ਰੋਜ਼ ਪੜ੍ਹਿਆ ਕਰੇ। ਉਧਰ ਭਾਈ ਬੁੱਧੂ ਉੱਥੇ ਰਹਿੰਦਾ ਸੀ, ਜਿਹਦੀ ਗੱਲ ਪਹਿਲਾਂ ਆਈ ਹੈ। ਉਹਨੇ ਕਰਜ਼ਾ ਚੁੱਕ ਕੇ ਆਵਾ ਲਾਇਆ, ਗੁਰੂ ਅਰਜਨ ਦੇਵ ਜੀ ਕੋਲ ਆਇਆ, ਮਹਾਰਾਜ ਮੈਂ ਕਰਜ਼ਾ ਚੁੱਕ ਕੇ ਆਵਾ ਲਾਇਆ, ਤੁਹਾਡੇ ਭਰੋਸੇ ਨਫਾ ਹੋਵੇ। ਮਹਾਰਾਜ ਕਹਿੰਦੇ, ਜਾ ਸਿੱਖਾ, ਨਫਾ ਹੋਊਗਾ, ਇੱਟਾਂ ਤੇਰੀਆਂ ਪੱਕੀਆਂ ਨਿਕਲਣਗੀਆਂ, ਪਰ ਸਿੱਖਾਂ ਨੂੰ ਪ੍ਰਸ਼ਾਦਾ ਛਕਾਈ ਅਤੇ ਅਰਦਾਸ ਕਰਾ ਲਵੀਂ। ਉਹਨੇ ਸੰਗਤ ਸੱਦੀ, ਕੀਰਤਨ ਕਰਾਇਆ। ਫਿਰ ਕੀਰਤਨ ਕਰਾਇਆ ਅਤੇ ਲੰਗਰ ਚਲਾਉਣ ਲੱਗਾ। ਅਤੇ ਲੰਗਰ ਚਲਾਉਣ ਦੇ ਵੇਲੇ ਭਾਈ ਲੱਖੂ ਵੀ ਆ ਗਿਆ। 21 ਪਾਠ ਜਪਜੀ ਸਾਹਿਬ ਵਿੱਚ ਸੰਗਤ ਇਕੱਠੀ ਹੋਈ ਹੈ, ਲੰਗਰ ਤਿਆਰ ਹੋਇਆ। ਕਿਸੇ ਸਿੱਖ ਦਾ ਨਰਾਦਰ ਨਹੀਂ ਕਰਨਾ ਚਾਹੀਦਾ, ਕਿਰਿਆ ਬਾਹਰ ਦੀ ਦੇਖ ਕੇ।
ਉਹ ਬਾਹਰ ਦੇ ਆਇਆ, ਦਰਵਾਜ਼ਾ ਲਾ ਕੇ ਸੰਗਤ ਪ੍ਰਸ਼ਾਦ ਵਰਤਾ ਰਹੀ ਹੈ। ਭਾਈ ਬੁੱਧੂ ਵਰਤਾ ਰਿਹਾ ਹੈ। ਉਹ ਕਹਿੰਦਾ ਭਾਈ ਮੈਂ ਵੀ ਗੁਰੂ ਕਾ ਸਿੱਖ ਹਾਂ, ਸੰਗਤਾਂ ਨੂੰ ਪ੍ਰਸ਼ਾਦੇ ਛਕਾਉਣਾ, ਬੁੱਧੂ ਮੈਨੂੰ ਵੀ ਛਕਾ ਦੇ। ਉਹ ਕਹਿੰਦਾ ਖੜਾ ਰਹਿ, ਟਾਈਮ ਸਿਰ ਆਉਂਦਾ ਜੇ ਰੋਟੀ ਖਾਣੀ ਸੀ, ਹੁਣ ਲੰਗਰ ਵਰਤ ਗਿਆ। ਉਹ ਕਹਿੰਦਾ ਨਹੀਂ, ਐਉਂ ਨਹੀਂ ਕਰੀਦਾ, ਮੈਂ ਵੀ ਤਾਂ ਗੁਰੂ ਕਾ ਸਿੱਖ ਹਾਂ। ਤੇ ਉਹ ਕਹਿਣ ਲੱਗਾ ਬੜਾ ਸਿੱਖ ਹੈ ਤੂੰ, ਤੇ ਖੜਾ ਰਹਿ ਹੁਣ ਤੂੰ ਬੈਠੇ। ਨਿਰਾਦਰ ਕੀਤਾ। ਤੇ ਉਹ ਹੁਣ ਭਾਈ ਸਾਹਿਬ ਜਿਸ ਵੇਲੇ, ਕਿਉਂਕਿ ਗੁਰੂ ਸਾਹਿਬ ਸਿੱਖਣ ਕੀ ਸੇਵਾ ਕਰਹੀ, ਧਰਮ ਕਿਰਤ ਕੀ ਜੇਵਾ ਧਾਰੀ, ਗੁਰ ਭਰੋਸੇ ਕਾਰ ਕਰੰਤਾ, ਆਪਣੇ ਸਭ ਕਾਰਜ ਨਿਭੰਤਾ। ਇਹ ਬੁੱਧੂ ਸਾਹਿਬ ਇਸ ਤਰ੍ਹਾਂ ਕਰਦਾ ਸੀ। ਤੇ ਉਸ ਵੇਲੇ ਸਭ ਤੋਂ ਪਹਿਲਾਂ ਗੁਰੂ ਦੀ ਪੂਜਾ ਕੀਤੀ ਸੀ। ਪਿੱਛੇ ਲਿਖਿਆ ਹੈ, ਪਿੱਛੇ ਪ੍ਰਸੰਗ ਰਹਿ ਗਿਆ, ਬੁੱਧੂ ਕਰ ਵਿਚਾਰ ਔਰ ਨੀਕੇ, ਪ੍ਰਥਮ ਪੂਜੀਏ ਪਦ ਗੁਰੂ ਜੀ ਕੇ। ਇਹ ਭਾਈ ਸਾਹਿਬ ਨੇ ਇਹ ਸਾਰਾ ਇਸ ਤਰ੍ਹਾਂ ਲਿਆ। ਹੋਏ ਨਿਰਵੰਗਨ ਸੋ ਕਾਜ ਸਮਾਪਤ, ਇਹੋ ਮਹਿਮਾ ਸਤਿਗੁਰ ਸੰਗਤ ਭਾਗਤ। ਇਮ ਮਨ ਠਾਨ ਕੀਨ ਪ੍ਰਸਥਾਨਾ, ਰਾਮਦਾਸਪੁਰ ਗੇਤ ਗੁਰਦਾ। ਗੁਰੂ ਸਾਹਿਬ ਦੇ ਕੋਲ ਗਿਆ ਸੀ, ਮਹਾਰਾਜ ਨੇ ਇਹਨੂੰ ਵਰ ਵੀ ਦਿੱਤਾ। ਕਹਿੰਦੇ ਸਿੱਖਣ ਕੋ ਆਹਾਰ ਅਚਬਾਵੋ, ਸਦਨ ਆਨ ਪਾਛੇ ਤਿਰਵਤਾਵੋ। ਤੇ ਪੁਨ ਵਿੱਚੋਂ ਸਭ ਟੀਂਟ ਪੁੰਜਾਵੇ, ਧਨ ਦੇਨੋ ਤਿਸ ਕੋ ਨਿਤ ਲਿਆਵੋ। ਸਦਨ ਜਾਏ ਕੀਨ ਸਤਿਆਰੀ, ਭੋਜਨ ਸਵਾਦ ਅਨਕ ਪ੍ਰਕਾਰੀ। ਸਿੱਖਣ ਸੰਗਤ ਸੇਵਾ, ਉਹ ਪੰਕਤੀਆਂ ਬਿਠਾ ਦਿੱਤੀਆਂ ਜਿਹੜੀ ਵਿਚਾਰ ਆਪ ਜੀ ਨੇ ਸੁਣੀ ਹੈ। ਤੇ ਜਿਸ ਵੇਲੇ ਇਹਦਾ ਨਿਰਾਦਰ ਕੀਤਾ, ਉਸ ਵੇਲੇ ਫਿਰ ਉਹਨੇ ਬਾਹਰ ਖੜੇ ਨੇ ਕਹਿ ਦਿੱਤਾ, ਕਹਿੰਦਾ ਬੁੱਧੂ, ਉਹ ਜਦੋਂ ਸਿੱਖਾਂ ਨੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਜੀ ਤੇਰੀਆਂ ਸੰਗਤਾਂ ਨੂੰ ਪ੍ਰਸ਼ਾਦ ਛਕਾਇਆ ਹੈ, ਭਾਈ ਬੁੱਧੂ ਦਾ ਆਵਾ ਪੱਕਾ ਨਿਕਲੇ। ਉੱਥੇ ਹੀ ਬੋਲ ਪਿਆ, ਕਹਿੰਦਾ ਬੁੱਧੂ ਦਾ ਆਵਾ ਕੱਚਾ ਨਿਕਲੂ, ਕੱਚਾ ਨਿਕਲੂ, 3 ਵਾਰੀ ਕਹਿਤਾ। ਤੇ ਹੁਣ ਸੁਣ ਕਰ ਲਖੂ ਊਚ ਉਬਾਚਾ, ਬੁੱਧੂ ਰਹਿਓ ਪੰਜਾਬਾ ਕੱਚਾ, ਕੱਚਾ ਰਹੂਗਾ। ਹੇਰ ਸ਼ੁਦਾਰਥ ਦਇਆ ਨਾ ਆਹਨ, ਨਾ ਪਾਕੈ ਭਾ ਦੋ ਸੁਦਾਰਾ, ਨਹੀਂ ਪਕੂਗਾ। ਸੁਣ ਕੇ ਬੁੱਧੂ ਸ਼ਾਹ ਕਹਿੰਦਾ ਬੜਾ ਆਇਆ ਸਿੱਖ, ਕੱਚਾ ਕਹਿਣ ਵਾਲਾ। ਗੁਰੂ ਨੇ ਪੱਕਾ ਕਹਿਣ ਦਾ ਵਰ ਦਿੱਤਾ ਹੈ। ਭੋਜਨ ਛਕਣ ਆਪ ਨਹੀਂ ਆਇਆ ਟਾਈਮ ਸੇ। ਸੁਣ ਬੁੱਧੂ ਲਖ ਸੰਗ ਕਹਿ, ਵੱਡਾ ਨਵੀਨ ਸਿੱਖ ਤੂੰ ਅਹੈ, ਤੂੰ ਬੜਾ ਸਿੱਖ ਹੈ। ਲੜ ਪਿਆ ਉਹਦੇ ਨਾਲ ਬੁੱਧੂ ਸ਼ਾਹ, ਜਿਹਦੇ ਘਰ ਪ੍ਰਸ਼ਾਦਾ ਸੀ। ਮਮ ਕਾਰਜ ਹਿਤ ਗੁਰੂ ਅਵਾਚਾ, ਪੱਕੈ ਪੰਜਾਬਾ ਰਹੇ ਨ ਕਾਚਾ। ਐਸੋ ਕੌਣ ਜੋ ਬਾਕ ਮਿਟਾਵੇ, ਗੁਰ ਕੋ ਕਹਿਆ ਸਦਾ ਸਪਲਾਵੇ। ਭੋਜਨ ਸਮੇਂ ਨਾ ਪਹੁੰਚਿਓ, ਆਪ ਕ੍ਰੋਧ ਕਰੇ ਹਮ ਕੋ ਸ਼ਰਾਪ ਦੇਣ ਲੱਗੇ। ਉਹ ਕਹਿੰਦਾ ਵੀ ਕੱਚਾ ਨਿਕਲੂ ਹੁਣ। ਤੇ ਪਹਿਲਾਂ ਬੁੱਧੂ ਸ਼ਾਹ ਨੇ ਦੇਖਿਆ ਸੀ ਇੱਟਾਂ ਵੀ, ਜਦ ਦੇਖਿਆ ਮੋਰਾ ਕਰਕੇ ਇੱਟਾਂ ਸਾਰਾ ਪੱਲਿਆ ਦਾ ਧਾਹਾਂ ਮਾਰਦਾ ਗੁਰੂ ਅਰਜਨ ਦੇਵ ਜੀ ਕੋਲ ਪਹੁੰਚਿਆ। ਮਹਾਰਾਜ ਮੇਰਾ ਤਾਂ ਪਟਿਆ ਗਿਆ, ਕਾਰਜ ਨਹੀਂ ਵੀ ਮੁੜਨਾ ਮੇਰਾ, ਕੀ ਹੋਇਆ? ਕਹਿੰਦਾ ਮਹਾਰਾਜ ਜੋ ਤੁਹਾਡੇ ਚਰਨ ਪੂਜੇ, ਤੁਸੀਂ ਕਿਹਾ ਇੱਟਾਂ ਪੱਕੀਆਂ ਨਿਕਲਣਗੀਆਂ। ਫਿਰ ਸੰਗਤ ਤੋਂ ਅਰਦਾਸ ਕਰਾਈ, ਉਹਨਾਂ ਨੇ ਕਿਹਾ ਵੀ ਬੁੱਧ ਦਾ ਆਵਾ ਜਿਹੜਾ ਪੱਕਾ। ਕਹਿੰਦੇ ਕੋਈ ਵਿਘਨ ਜ਼ਰੂਰ ਪੈ ਗਿਆ। ਕਹਿੰਦੇ ਸੰਗਤਾਂ ਨੂੰ ਤ੍ਰਿਪਤ ਕਰਤਾ ਸੀ ਸਾਰਿਆਂ ਨੂੰ? ਕਹਿੰਦੇ ਹਾਂ। ਕਹਿੰਦੇ ਨਹੀਂ, ਕੋਈ ਸਿੱਖ ਰਹਿ ਗਿਆ ਹੋਣਾ। ਕਹਿੰਦਾ ਹਾਂ ਜੀ, ਇੱਕ ਲੱਖੂ ਹੈ, ਉਹ ਟਾਈਮ ਸਿਰ ਨਹੀਂ ਆਇਆ। ਕਹਿੰਦੇ ਕੀ ਵਚਨ ਹੋਇਆ? ਕਹਿੰਦੇ ਜੀ ਆਹ ਹੋਇਆ। ਕਹਿੰਦੇ ਫਿਰ ਤਾਂ ਕੱਚਾ ਹੀ ਰਹੂਗਾ ਹੁਣ। ਕਹਿੰਦੇ ਮਹਾਰਾਜ ਇਹ ਕੀ ਹੋ? ਕਹਿੰਦੇ ਮੇਰੀ ਬੰਦੀ ਭਗਤ ਸ਼ਰਾਬ ਹੈ, ਬੰਦੇ ਭਗਤ ਨੇ ਛੂਟਿਆ ਬੋਲ। ਇੱਕ ਸਮੇਂ ਮੌਕੇ ਕੋਲ ਕਹਿੰਦਾ ਤੋਫਨ ਜਵਾਬ ਨਾ, ਮੋਹ ਪੇ ਜਵਾਬ ਨਾ ਹੋਏ। ਇਹ ਤਾਂ ਭਾਈ ਕਹਿਣ ਲੱਗਿਆ ਮਹਾਰਾਜ ਮੈਂ ਤਾਂ ਪਹਿਲੀ ਵਾਰ ਸੁਣਿਆ ਗੁਰੂ ਦਾ ਬਚਨ ਸਿੱਖ ਮਿਟਾ ਦਿੰਦਾ ਹੁੰਦਾ। ਪਏ ਮਹਾਰਾਜ ਕਹਿੰਦੇ ਹੈ ਗੁਰ ਸਿੱਖਨ ਕੇ ਬਾਕ ਅਚਲ ਹੈ, ਕਰੋ ਹਟਾਵਨ ਨਹਿ ਮਮ ਵਾਲਾ। ਮਹਾਰਾਜ ਕਹਿੰਦੇ ਮੇਰੀ ਤਾਂ ਤਾਕਤ ਨਹੀਂ ਸਿੱਖਾਂ ਦਾ ਬਚਨ ਬੋੜਦਾ। ਮੋਹੇ ਕਹੋਏ ਕੋ ਸਿੱਖ ਹਟਾਵੈ, ਮੇਰੇ ਕਹੇ ਨੂੰ ਸਿੱਖ ਹਟਾ ਸਕਦਾ ਹੈ। ਤਿੰਨ ਕੋ ਕਹਿਬੋ ਕੌਣ ਮਿਟਾਵੈ, ਕੌਣ ਮਿਟਾਏਗਾ? ਕਹਿੰਦੇ ਕਾਰਨ ਇਹ ਹੈ ਵੇ ਬੁੱਧੂ ਸ਼ਾਹ, ਇਹ 21 ਪਾਠ ਜਿਹੜੀ ਰਸਨਾ ਰੋਜ਼ ਜਪਜੀ ਦੇ ਕਰਦੀ ਹੈ, ਇਹ ਤੀਰ ਹੁਣ ਚੱਲ ਗਿਆ, ਹੁਣ ਨਹੀਂ ਵਾਪਸ ਹੋਣਾ। ਕਹਿੰਦੇ ਮਹਾਰਾਜ ਫਿਰ ਮੇਰੀ ਗਰੀਬ ਦੀ, ਕਹਿੰਦੇ ਹੁਣ ਤੂੰ ਸ਼ਰਨ ਹੈ, ਅੱਗੇ ਤੂੰ ਕਿਸੇ ਸਿੱਖ ਦਾ ਨਿਰਾਦਰ ਨਾ ਕਰੀ। ਕਹਿੰਦੇ ਹੁਣ ਤੂੰ ਐਂ ਕਰ, ਆਵਾ ਤਾਂ ਰਹੂਗਾ ਕੱਚਾ ਹੀ, ਉਹ ਸਿੱਖ ਦਾ ਬਚਨ ਹੈ, ਪਰ ਵਿਕੂਗਾ ਪੱਕੀਆਂ ਦੇ ਭਾਅ ਹੀ। ਹੁਣ ਸੁਮਨ ਬਰਜ ਦੀ ਕੰਧ ਡਿੱਗੀ, ਸਰਕਾਰ ਨੂੰ ਲੋੜ ਪਈ, ਪੱਕਿਆਂ ਦੇ ਭਾਅ ਵਿਕਿਆ। ਸੋ ਕਹਿਣ ਤੋਂ ਭਾਵ ਇਹ ਹੈ ਵੀ ਇਹ ਜਪਜੀ ਸਾਹਿਬ ਦਾ ਪਾਠ ਜਿਹੜਾ ਹੈ 21 ਪਾਠ ਰੋਜ਼ ਕਰਦਾ ਸੀ। ਮਹਾਤਮ ਦੇ ਵਿੱਚ ਬਹੁਤ ਕੁਛ ਹੋਰ ਵੀ ਹੈ ਕਹਿਣ ਵਾਲਾ। ਸ੍ਰੀ ਗੁਰੂ ਤੇਗ ਬਹਾਦਰ ਚਾਂਦਨੀ ਚੌਂਕ ਜਦੋਂ ਸੀਸ ਦੇਣ ਵਾਸਤੇ ਮਹਾਰਾਜ ਨੇ ਇਸ਼ਨਾਨ ਕਰਕੇ ਜਦੋਂ ਕਿਹਾ ਸੀ ਵੀ ਹੁਣ ਆਖਰੀ ਇਹ ਹੈ ਵੀ ਜਾਂ ਇਸਲਾਮ ਕਬੂਲ ਕਰੋ ਜਾਂ ਫਿਰ ਮਰਨ ਵਾਸਤੇ ਤਿਆਰ ਹੋ ਜਾਂ ਕਰਾਂ ਮਾਧੋਖਾ, ਮਹਾਰਾਜ ਸਾਹਿਬ ਨੇ ਕਹਿਣ ਲੱਗੇ ਵੀ ਇਸ਼ਨਾਨ ਕਰ ਲੈਣ। ਇਸ਼ਨਾਨ ਕੀਤਾ, ਬੋੜ ਹੇਠ ਪਏ। ਕਹਿੰਦੇ ਜਪਜੀ ਸਾਹਿਬ ਦਾ ਪਾਠ ਕਰ ਲੈਣ ਦਿਓ। ਜਲਾਲ ਸਮਾਣੇ ਦਾ ਸੀ ਜਲਾਲਦੀਨ। ਤਵੇ ਪਿੰਜਰੇ ਦੁਆਰ ਉਘਾਰਾ, ਨਿਕਸੇ ਬਾਹਰ ਵਿਖਸ਼ਨ ਉਦਾਰਾ। ਹਿੰਦੂ ਬ੍ਰਿੰਦ ਤੁਰਕ ਸਮੁਦਾਇ ਬਹੁਤ ਲੋਕ ਖੜੇ, ਖੜੇ ਬਾਜ਼ਾਰ ਵਿਖੇ ਬਿਸਮਾਏ। ਨਿਗਟ ਕੂਪ ਜਲ
ਤਿਸ ਬਲ ਗਏ। ਉੱਥੇ ਖੂਹੀ ਸੀ ਪੁਰਾਣੇ ਸਮੇਂ, ਹੁਣ ਵੀ ਉਹਦਾ ਨਿਸ਼ਾਨੀ। ਜਲ ਨਿਕਸਾਇਓ ਮੱਜਣ ਕੀਏ, ਜਪਜੀ ਪਾਠ ਕਰਨ ਪੁਨ ਲਾਗੇ, ਬੈਠੇ ਹੋ ਤੋ ਬਿਰਸ਼ ਤਿਸਾਗੇ, ਉੱਥੇ ਬਿਰਸ਼ ਸੀ ਇੱਕ। ਕਹੋ ਜਬੇ ਹਮ ਸੀਸ ਨਿਵਾਏ, ਤਬ ਦੇਖੋ ਤੁਮ ਤੇਗ ਚਲਾਏ, ਤੁਸੀਂ ਜਬ ਉਸ ਵੇਲੇ ਚਲਾਇਓ। ਢਲਿਓ ਦੁਪਹਿਰਾ ਜਬ ਇੱਕ ਘੜੀ 24 ਮਿੰਟ ਹੋਏ ਸੀ 12 ਵਜੇ ਤੋਂ ਬਾਅਦ। ਕਹਿੰਦੇ ਤਬ ਦੇਖੋ ਤੁਮ ਤੇਗ ਚਲਾਏ, ਉਸ ਵੇਲੇ ਤੁਸੀਂ ਤੇਗ ਚਲਾ ਦਿਓ। ਜਪਜੀ ਪਾਠ ਕਰਤ ਸੋ ਪੂਰੀ, ਮੈਂ ਪੂਰਾ ਜਪਜੀ ਪਾਠ ਕਰ ਲਵਾਂ। ਭੋਗ ਪਾਏ ਜਬ ਸੀਸ ਨਿਵਾਇਓ, ਪੁਨ ਉੱਪਰ ਕੋ ਜਬੇ ਉਠਾਇਆ, ਜਦੋਂ ਸੀਸ ਉੱਪਰ ਉਠਾਇਆ। ਸੈਯਦ ਤਬ ਕਰਕੇ ਬਲ ਬਾਹੂ, ਤੇਗ ਪ੍ਰਹਾਰ ਤਾਕ ਗੁਰ ਪਾਹੂ, ਕਰੀ ਚਲਾਵਨ ਗਈ ਨ ਤਹਿਲੋ, ਧਰਤੇ ਸਿਰ ਉਤਰ ਤਬਲ। ਕਹਿਣ ਤੋਂ ਅਬ ਉਸ ਵੇਲੇ ਮਹਾਰਾਜ ਸਾਹਿਬ ਨੇ ਜਪਜੀ ਸਾਹਿਬ ਦਾ ਪਾਠ ਕੀਤਾ। ਭਾਈ ਮਤੀ ਦਾਸ ਨੇ ਕੀਤਾ, ਭਾਈ ਦਿਆਲੇ ਨੇ ਕੀਤਾ, ਰੂੰਚ ਬੰਨ੍ਹ ਕੇ ਜਿਹਨੂੰ ਸ਼ੀ ਕੀਤਾ, ਅਤੇ ਉਹ ਸਾਰਿਆਂ ਨੇ, ਭਾਈ ਸਤੀ ਦਾਸ ਨੇ ਕੀਤਾ। 2 ਫਾੜੇ ਹੋ ਗਏ ਸੀ, ਜਪਜੀ ਸਾਹਿਬ ਪੜ੍ਹ ਅਸੰਖ ਜਪਦੇ ਸੀ ਅਜੇ। ਸਾਰੇ ਦੇਖ ਕੇ ਹੈਰਾਨ ਹੋ ਗਏ ਸੀ। ਅਰਧੋ ਅਰਧ ਚਰਾਏ ਸੋ ਡਾਰਾ, ਪਰਿਓ ਪ੍ਰਿਥਵੀ ਪਰ ਹੋਏ 2 ਫਾਰਾ। ਦੋਨੋਂ ਤੰਤੇ ਜਪਜੀ ਪੜ੍ਹੇ, ਹੇਰਤ ਸਭ ਕੇ ਅਚਰਜ ਬੜੇ। ਚੀਰਿਆ ਹੋਇਆ ਸਿੱਖ ਵੀ ਜਪਜੀ ਸਾਹਿਬ ਪੜ੍ਹਦਾ ਰਿਹਾ, ਅਤੇ ਇੱਥੇ ਤਾਂ ਇੰਨੇ ਸੁੱਖ ਨਾ ਆਪਾਂ ਨੂੰ ਦਿੱਤੇ ਭਾਈ, ਜਪਜੀ ਸਾਹਿਬ ਛੱਡਣ ਵਾਲੀ ਬਾਤ ਨਹੀਂ। ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜਪਜੀ ਸਾਹਿਬ ਦਾ ਮਹਾਤਮ ਆਪ ਆਪਣੀ ਰਸਨਾ ਤੋਂ ਸੁਣਾਓ। ਸ੍ਰੀ ਮੁਖ ਤੇ ਫਰਮਾਏ ਵਕੀਨ, ਅੰਮ੍ਰਿਤ ਫਲ ਕਿਨਹੂ ਕਰ ਲਈ। ਕਿਸੇ ਨੂੰ ਅੰਮ੍ਰਿਤ ਫਲ ਮਿਲ ਗਿਆ ਸੀ। ਜੋ ਅਚਲਹਿ ਅਮਰ ਹੋਏ ਜਾਏ, ਭੂਖ ਤਿਖਾ ਤਿਸਕੀ ਮਿਟ ਜਾਏ, ਭੂਖ ਤਿਖਾ ਪੀ ਦੁੱਖ ਬਿਨਸਾਏ। ਕਹਿੰਦੇ ਅਮਰ ਫਲ ਭੁੱਖ ਵੀ ਮਿਟਾਉਂਦਾ, ਜੰਮਣ ਮਰਨ ਤੋਂ ਰਹਿਤ ਵੀ। ਅੰਮ੍ਰਿਤ ਫਲ ਜਿਵੇਂ ਦੋਨੋਂ ਕਰੇ, ਤਥਾ ਸਖਤ ਜਪਜੀ ਜੁਗ ਧਰੈ। ਉਹ ਅਮਰ ਫਲ ਪਤਾ ਨਹੀਂ ਕਿਸੇ ਨੂੰ ਮਿਲੇ, ਜ਼ਿੰਦਗੀ 'ਚ ਨਾਮ ਮਿਲੇ। ਕਹਿੰਦੇ ਪਰ ਜਪਜੀ ਸਾਹਿਬ ਗੁਰੂ ਨਾਨਕ ਦੀ ਬਾਣੀ ਅਮਰ ਫਲ ਹੈ। ਤਨ ਕੀ ਰੱਛਾ ਮੁਕਤ ਪਦਾਰਥ, ਸਰੀਰ ਦੀ ਤਾਂ ਰੱਛਾ ਕਰਦੀ ਹੈ ਅਤੇ ਮੁਕਤੀ ਦਿੰਦੀ ਹੈ। ਦੇ ਦੋਨੋਂ ਕੋ ਸਦਾ ਸਕਾਰਥ, ਇਹ ਦੋਨੇ ਫਲ ਮਿਲਦੇ। ਮੁਕਤ ਜੁਗਤ ਉੱਤਮ ਪਦ ਪਾਵੈ, ਸੁਖੀ ਹੋਏ ਨਰ ਅਵਗਤ। ਕਹਿੰਦੇ ਸੁਖੀ ਹੋ ਜਾਓਗੇ, ਨਹਿ ਅਵਗਤ ਜਾਵੈ, ਉਹ ਸਦਗਤੀ ਨੂੰ ਪ੍ਰਾਪਤ ਹੋਊਗਾ। ਜਪ ਜਾਪ, ਮਹਾਰਾਜ ਕਹਿੰਦੇ ਜਪ ਜਾਪ ਕੀਏ ਅਗ ਕੋਟ ਹਰੇ, ਨਿਤ ਦਾਨ ਬਧੈ ਬੁੱਧ ਸਾਰ ਤਰੈ, ਮਨ ਭਾਵ ਬਧੈ ਸੁਖ ਕਾਮ ਸਦੈ, ਸੁਰ ਸਾਧਨ ਮੈਂ ਤੁਮ ਪੁੰਜ ਹਰੈ। ਧਨ ਮੈਂ ਤਨ ਮੈਂ ਘਰ ਮੈਂ ਸੁਤ ਮੈਂ, ਅਰ ਨਾਰ ਵਿਖੇ ਸਭ ਦੋਖ ਟਰੈ। ਧਨ ਦੀ ਪ੍ਰਾਪਤੀ, ਤਨ ਦੀ ਸੁਖੀ ਹੋਣ ਦੀ ਪ੍ਰਾਪਤੀ, ਘਰ ਦੇ ਸੁਖ ਸ਼ਾਂਤੀ, ਪੁੱਤਰ ਦੀ ਪ੍ਰਾਪਤੀ, ਇਸਤਰੀ ਦੇ ਸਰੀਰ 'ਚ ਕੋਈ ਰੋਗ ਹੋਵੇ, ਸਾਰੇ ਦੁੱਖ ਟਲਦੇ ਆ। ਜੇ ਪ੍ਰੀਤ ਨਹੀਂ ਪ੍ਰਤੀਤ ਨਹੀਂ, ਜਿਨ੍ਹਾਂ ਨੂੰ ਪ੍ਰੀਤ ਨਹੀਂ ਅਤੇ ਭਰੋਸਾ ਨਹੀਂ, ਉਹਨਾਂ ਨੂੰ ਨਹੀਂ ਮਿਲੂਗਾ। ਤਿਸ ਕੋ ਸੁਖ ਦੇਹ ਸੋ ਦੋਖ ਟਰੈ, ਉਹਨਾਂ ਨੂੰ ਉਹ ਜਪਜੀ ਸਾਹਿਬ ਜਿਹੜਾ ਇਹ ਭਰੋਸੇ ਦੀ ਬਾਤ ਆ। ਮਹਾਰਾਜ ਕਹਿੰਦੇ 3 ਵਾਰ ਗੁਰ ਇਵ ਕਹੀ, 3 ਵਾਰ ਗੁਰੂ ਗੋਬਿੰਦ ਸਿੰਘ ਨੇ ਕਿਹਾ, ਇਹ ਜਪ ਰਤਨ ਅਮੋਲ। ਇਹ ਜਪਜੀ ਸਾਹਿਬ, ਇਹਦਾ ਕੋਈ ਮੁੱਲ ਨਹੀਂ, ਅਮੋਲਕ ਰਤਨ ਹੈ। ਤਾਂ ਤੇ ਮੁਝ ਕੋ ਭੇਟਿਓ, ਇਹੀ ਅੰਤ ਕੋ ਚੋਲ। ਜਿਹੜਾ ਜਪਜੀ ਸਾਹਿਬ ਪੜ੍ਹੂ, ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਮੇਰੇ ਪਰਲੋਕ ਨੂੰ ਆਊਗਾ। ਏਕੋ ਓੰਕਾਰ ਕੋ ਪੁਨ ਸਤਿਗੁਰ ਪ੍ਰਸਾਦ, ਸਤਨਾਮ ਕਰਤਾ ਪੁਰਖ ਜਪੇ ਜਾਪ ਅਹਿਲਾਦ। ਜਪੇ ਜਾਪ ਤਨ ਤਾਪ ਖਬ, ਆਰ ਬਲਾਬਦ ਜਾਏ ਉਮਰ ਬੱਧੀ ਹੈ। ਕਰੇ ਕਾਮਨਾ ਜਥਾ ਔਰ ਤਥਾ ਜਾਪ ਤੇ ਪਾਏ, ਜੋ ਕਾਮਨਾ ਹੋਵੇ। ਨਾਰੀ ਸੁਤ ਕੇ ਕਾਰਨੇ, ਅਖਿਅਰ ਜਪ ਅਰਧੈਨ। ਸਕਲ ਕਾਮ ਸਾਧਨ ਵੇਖੇ, ਸਾਧਨ ਸੁਖ ਬਹੁ ਚੈਨ। ਅਬ ਸੁਨੀਏ ਇੱਕ ਜਪੜੈ ਸਤਿਗੁਰ ਸੇਕੇ ਸੰਗ, ਭੁਗਤ ਮੁਗਤ ਬਖਸ਼ੀ ਗੁਰੂ ਦਰਗਹਿ ਜਾਏ ਨ ਸੰਗ। ਮੁਕਤੀ ਭੁਗਤੀ ਸਭ ਬਖਸ਼ੀਆਂ, ਸਭ ਪ੍ਰਸੰਗ ਕੇ ਅੰਤ ਮੈਂ ਕਹੇ 10ਵੇਂ ਪਾਤਸ਼ਾਹੂ। 10ਵੇਂ ਪਾਤਸ਼ਾਹ ਇਹ ਪ੍ਰਸੰਗ ਦੇ ਅੰਤ ਵੀ ਕੀ ਕਿਹਾ, ਕਰਿਓ ਨੇਮ ਨਿਤ ਜਪ ਪੜ੍ਹੇ, ਸਭ ਬੈ ਲਗ ਨਿਰਭਾਉ। ਸਾਰੀ ਜ਼ਿੰਦਗੀ ਜਪਜੀ ਸਾਹਿਬ ਦਾ ਜਿਹੜਾ ਪਾਠ ਕਰਦਾ ਹੈ, ਇੱਕ ਜਪਜੀ ਸਾਹਿਬ ਦਾ ਪਾਠ ਘੱਟੋ ਘੱਟ ਕਰਦਾ ਹੈ, ਆਤਮਦਰਸ਼ੀ ਕੀ ਗਤੀ ਪ੍ਰਾਪਤ ਤਿਸ ਕੋ ਹੋਏ। ਜਿਹੜੇ ਬੜੇ ਬੜੇ ਬ੍ਰਹਮ ਗਿਆਨੀ ਨੂੰ ਆਤਮਦਰਸ਼ੀ ਦੀ ਪ੍ਰਾਪਤੀ, ਉਹ ਉਹਨੂੰ ਅੰਤ ਵੇਲੇ ਮੈਂ ਉਹਨੂੰ ਇਹ ਦੇ ਦੇਊਂਗਾ, ਸਦਗਤੀ ਨੂੰ ਪ੍ਰਾਪਤ ਹੋਊਗਾ। ਰਹੇ ਸੰਗ ਤੇ ਸਤਿਗੁਰੂ ਪਾਏ ਸਹਾਇਕ ਸੋਏ, ਮੈਂ ਉਹਦੇ ਅੰਗ ਸੰਗ ਰਹੂੰਗਾ। ਜਿਉ ਧੰਨੇ ਕੀ ਧੇਨ ਕੋ ਠਾਕਰ ਚਾਰੇ ਨਿਤ, ਕਰ ਪ੍ਰਤੀਤ ਨਿਤ ਜਾਪ ਪੜੇ, ਤਿਮ ਤੇ ਸਤਿਗੁਰ ਮਿੱਤ। ਜਿਵੇਂ ਧੰਨੇ ਦਾ ਠਾਕਰ ਧੰਨੇ ਦਾ ਮਿੱਤਰ ਬਣ ਗਿਆ ਸੀ, ਜਪਜੀ ਸਾਹਿਬ ਪੜ੍ਹਨ ਦੇ ਗੁਰੂ ਨਾਨਕ ਮਿੱਤਰ ਬਣ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਜੀ। ਪੜ੍ਹੇ ਸੁਣੇ ਚਿਤ ਲਾਇ ਕੈ, ਜੋ ਲਿਖਦੇ ਸੋ ਪ੍ਰੀਤ। ਅੱਗੇ ਹੱਥ ਨਾਲ ਲਿਖਦੇ ਸੀ ਨਾ, ਪ੍ਰੈਸ ਨਹੀਂ ਸੀ। ਮਨ ਚਿੰਤਤ ਫਲ ਪਾਏ ਕੈ, ਤਰ ਹੈ ਸੁਖ ਭੈ ਪੀ।
ਭੈ ਦੈਕ ਸੰਸਾਰ ਤੁਮ ਤਰਜੂ। ਭੇਟਾ ਕਰ ਉਪਦੇਸ਼ ਗੁਰ ਤਬੀ ਫਲੈ ਗੁਰ ਸਿੱਖ, ਤਤਾ ਸ਼ਬਦ ਜਪ ਕੋ ਜਪੈ ਸਿੱਧ ਹੋਏ ਗੁਰਮੁਖ। ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਬਖਾਨ, ਨਾਨਕ ਹੋਸੀ ਪੀ ਸੱਚ ਇਹੋ ਪੌੜੀ ਪੜ੍ਹੋ ਪਰਮਾਨ। ਇਸ ਉਹਨਾਂ ਨੂੰ ਚੰਗੀ ਤਰ੍ਹਾਂ ਆਏ ਅੱਖਰ ਸੁਣ ਲੈਣੇ ਚਾਹੀਦੇ ਨੇ, ਪੜ੍ਹ ਲੈਣੇ ਚਾਹੀਦੇ ਨੇ। ਜਿਹੜੇ ਕਹਿੰਦੇ ਗੁਰਪ੍ਰਸਾਦ ਤੱਕ ਇਹ ਹੈ ਜੀ, ਅਸੀਂ ਇਹ ਤਾਂ ਜੀ ਸ਼ਲੋਕ ਹੈ, ਪੌੜੀ ਨਹੀਂ ਹੈ। ਆਹ ਗੁਰੂ ਗੋਬਿੰਦ ਸਿੰਘ ਤਾਂ ਕਹਿੰਦੇ ਨੇ ਪੌੜੀ ਹੈ ਇਹ, ਬਲਕਿ ਪਹਿਲੀ ਪੌੜੀ ਹੈ। ਜਿਹੜੀਆਂ 38 ਗਿਣਤੀ ਦੀਆਂ ਪੌੜੀਆਂ ਨੂੰ ਉਹ ਤੋਂ ਉੱਪਰਲੀ ਪੌੜੀ, ਇਹਨੂੰ ਗੁਰੂ ਗੋਬਿੰਦ ਸਿੰਘ ਪਹਿਲੀ ਪੌੜੀ ਪ੍ਰਚਲਿਤ ਹੁਣ ਤੱਕ ਇਹ ਵੀ ਪਹਿਲੀ ਪੌੜੀ ਦਾ ਜਾਪ ਕਰੋ ਜੀ। 40 ਪੌੜੀਆਂ ਨੇ, ਇਸ ਹਿਸਾਬ ਸ਼ਲੋਕ ਨੂੰ ਵੀ ਪੌੜੀ ਮੰਨ ਲਈਏ। 40 ਸ਼ਬਦ ਨੇ, ਇਹ ਮੂਲ ਮੰਤਰ ਹੈ। ਇਸ ਕਰਕੇ ਇਹਨੂੰ ਪੌੜੀ ਨਾਲ ਉਸ ਵੇਲੇ ਲਿਖਿਆ, ਫਿਰ ਪ੍ਰਚਲਿਤ ਕੀਤਾ। ਇਹ ਜਪਜੀ ਸਾਹਿਬ ਦੀ ਪਹਿਲੀ ਪੌੜੀ। ਗੁਰੂ ਗੋਬਿੰਦ ਸਿੰਘ ਨੇ ਕਿਹਾ ਭੁਲੇਖਾ ਨਹੀਂ ਰਹਿਣਾ ਚਾਹੀਦਾ, ਇੱਥੇ ਤੱਕ ਸ਼ਬਦ ਸੰਪੂਰਨ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਉਚਾਰਨ ਕਰਕੇ ਦੱਸਿਆ, ਨਾਨਕ ਹੋਸੀ ਪੀ ਸੱਚ ਇਹ ਪੌੜੀ ਪੜ੍ਹੋ ਪਰਮਾਨ। ਇਹ ਸੰਪੂਰਨ ਪੜ੍ਹੋਗੇ, ਮੂਲ ਮੰਤਰ ਦਾ ਪੂਰੇ ਸੰਸਾਰ ਦੇ ਵਿੱਚ ਕੋਈ ਮੰਤਰ ਜੋੜ ਨਹੀਂ, ਇਹਦੇ ਮੁਕਾਬਲੇ 'ਚ ਨਹੀਂ ਹੈ ਕੋਈ। ਅਤੇ ਇਸ ਕਰਕੇ ਸਿਰੇ ਮੰਤਰ ਸਭ ਪੌੜੀਆਂ ਕਹਿੰਦੇ, ਇਹ ਜਪਜੀ ਸਾਹਿਬ ਦੀਆਂ ਪੌੜੀਆਂ ਦਾ ਵੀ ਸਰੋਵਣ ਮੰਤਰ ਹੋ ਗਿਆ। ਸਿਰੇ ਮੰਤਰ ਸਭ ਪੌੜੀਆਂ ਨੇ, ਇਹ ਪੌੜੀ ਲੱਖ ਸਾਰ, ਇਹ ਜਪਜੀ ਸਾਹਿਬ ਦਾ ਨਿਚੋੜ ਹੈ। ਅੰਤ ਸਮੇਂ ਚੱਲ ਬੇ ਗੁਰੂ ਕੀਨੋ ਇਹੀ ਉਚਾਰ, ਇਹ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਗੁਰੂ ਗੋਬਿੰਦ ਸਿੰਘ ਨੇ ਅੰਤ ਵੇਲੇ ਕਿਹਾ। ਇਹ ਭਾਈ ਸਾਹਿਬ ਭਾਈ ਰਾਮ ਕੌਰ ਜੀ ਕਹਿ ਰਹੇ ਨੇ, ਸਤਨਾਮ ਸਤਿਗੁਰ ਪ੍ਰਸਾਦ ਸਿੱਧ ਮੰਤਰ ਇਹ ਜਾਨ, ਰਾਮ ਕੌਰ ਭਾਖੈ ਭਲੇ ਸਾਹਿਬ ਸਿੰਘ ਸੁਨ ਕਾਨ। ਸਾਹਿਬ ਸਿੰਘ ਲਿਖਾਰੀ ਸੀ ਜਦੋਂ ਇਤਿਹਾਸ ਬਣਿਆ। ਰਾਮ ਕੌਰ ਜੀ ਕਹਿੰਦੇ ਬਾਬੇ ਬੁੱਢੇ ਸਾਹਿਬ ਦੀ ਅੰਸ਼ਵੰਤ ਬ੍ਰਹਮ ਗਿਆਨੀ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਕਿਹਾ ਵੀ ਇਹ ਬ੍ਰਹਮ ਗਿਆਨੀ, ਕਹਿੰਦੇ ਹੰਪੀ ਜਬ ਕਬ ਜਬਤ ਹੈ ਇਹੀ ਮੰਤਰ ਬਰਸਾਰ। ਮੈਂ ਮੂਲ ਮੰਤਰ ਦਾ ਨਾਨਕ ਹੋਸੀ ਵੀ ਸੱਚ ਤੱਕ ਪਾਠ ਕਰਨਾ। ਸਾਹਿਬ ਸਿੰਘ ਤੁਸੀਂ ਵੀ ਕਰਿਆ ਕਰੋ, ਇਹ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ। ਗੁਰ ਧਰ ਕੈ ਅਵਤਾਰ ਕੋ ਕੀਨੋ ਜਗਤ ਉਧਾਰ। ਜਪਜੀ ਸਾਹਿਬ ਦਾ ਮਹਾਰਾਜ ਸਾਹਿਬ ਨੇ ਭਲਾ ਕਰਨ ਵਾਸਤੇ ਸੰਸਾਰ ਦਾ ਉਚਾਰਨ ਕੀਤਾ। ਹੁਣ ਅਖੀਰ ਦੇ 'ਚ ਕੁਝ ਪ੍ਰਮਾਣ, ਬਿਨ ਜਪ ਜਾਪ ਜਪੇ ਜੋ ਜੇ ਵਹਿ ਪ੍ਰਸਾਦ। ਪ੍ਰਹਲਾਦ ਸਿੰਘ ਦਾ ਰਹਿਤਨਾਮਾ ਇਹ। ਸੋ ਬਿਸਟਾ ਕਾ ਕਿਰਮ ਹੋਏ ਜਨਮ ਗਵਾਵੈ ਬਾਦ। ਜਿਹੜਾ ਜਪਜੀ ਸਾਹਿਬ ਪੜ੍ਹੇ ਬਿਨਾਂ ਰੋਟੀ ਖਾਵੇ, ਕਹਿੰਦੇ ਉਹ ਗੰਦਗੀ ਦਾ ਕੀੜਾ ਬਣੇਗਾ। ਬਿਨ ਜਪ ਪੜ੍ਹੇ ਪ੍ਰਸਾਦ ਜੋ ਪਾਵੈ, ਬਿਨ ਰਹਿ ਰਾਸ ਸੰਧਿਆ ਜੋ ਖੋਵੈ। ਭਾਈ ਨੰਦ ਲਾਲ ਜੀ ਦਾ ਰਹਿਤਨਾਮਾ ਹੈ। ਕੀਰਤਨ ਪੜ੍ਹੇ ਬਿਨਾ ਰੈਨ ਜੋ ਸੋਵੈ। ਕੀਰਤਨ ਸੋਲਾ ਨਹੀਂ ਪੜ੍ਹਿਆ ਤੇ ਉਹੀ ਸੌ ਗਿਆ। ਤਿਰਗ ਤਿਸ ਜਨਮ ਸੋ ਧਰਮ ਵਿਸਾਰ ਹੈ। ਕਹਿੰਦੇ ਤਿਰਕਾਰ ਹੈ ਉਹਦੇ ਜਨਮ, ਸਿੱਖ ਨਹੀਂ ਹੈ ਉਹ। ਹੁਣ ਕਹਿੰਦੇ ਵਾਹਿਗੁਰੂ ਪੁਰ ਮੰਤਰ ਸੋ ਜਾਪ, ਕਰ ਇਸ਼ਨਾਨ ਪੜ੍ਹੇ ਜਪ ਜਾਪ। ਸੰਧਿਆ ਸਮੇਂ ਸੁਨੇ ਰਹਿ ਰਾਸ, ਕੀਰਤਨ ਕਥਾ ਸੁਨੇ ਹਰ ਜਾਸ। ਇਨਮੇ ਨੇਮ ਜੋ ਏਕ ਕਰਾਏ, ਸੋ ਸਿੱਖ ਅਮਰਪੁਰੀ ਮਹਿ ਜਾਏ। ਅਮਰਾਪੁਰੀ ਚਲਾ ਜਾਏਗਾ, ਸੋ ਸਿੱਖ ਅਮਰਾਪੁਰੀ ਮਹਿ ਜਾਏ। ਜਪਜੀ ਦਾ ਮਹਾਤਮ ਖਾਲਸਾ ਸਮਾਚਾਰ ਦੇ ਵਿੱਚ 1 ਫਰਵਰੀ ਨੂੰ 1962 ਨੂੰ, ਇਹ ਦੇਸੀ ਸੰਮਤ 20 ਮਾਘ ਸੰਮਤ 2018 ਨੂੰ, 2018 ਦੇ ਵਿੱਚ ਇੱਕ ਇਹ ਉਹਦੀ ਜਿਲਦ 63 ਤੇ ਅੰਕ 10 ਦੇ ਵਿੱਚ ਛਪਿਆ ਸੀ। ਉਹ ਡਾਕਟਰ ਭਾਈ ਵੀਰ ਸਿੰਘ ਨੇ ਖੋਜ ਕਰਕੇ, ਇਹ ਜਪ ਕਰਤੇ ਪੁਰਖ ਕਾ ਸਚ ਨਾਨਕ ਕੀਆ ਵਖਾਨ, ਜਗਤ ਉਦਾਹਰਨ ਕਾਰਨ ਧੁਰੋਂ ਹੁਆ ਫਰਮਾਨ। ਅੰਮ੍ਰਿਤ ਵੇਲਾ ਸੱਚ ਨਾਮ ਜਪ ਪੜ੍ਹੀਐ ਕਰ ਇਸ਼ਨਾਨ ਕਰਕੇ। ਹਿਤ ਚਿਤ ਕਰ ਜੋ ਜਪ ਪੜੈ, ਦਰਗਹਿ ਪਾਵੈ ਮਾਨ। ਜੰਮਣ ਮਰਨ ਕਟੀਐ ਜਪ ਸੰਗ ਲਾਵੈ ਧਿਆਨ, ਜਿਉਂ ਜਿਉਂ ਕਰ ਜਪ ਪੜੈ ਅਵਸਰ ਜਿਤੇ ਨਿਧਾਨ। ਜੋ ਮਨਸਾ ਮਨ ਮੈਂ ਤਰੈ ਸੋ ਪੂਰਨ ਕਰੇ ਭਗਵਾਨ, ਐਨਸ ਜਪ ਜਪਦਾ ਰਹੇ ਦਾਸ ਨਾਨਕ ਦੀਜੈ ਦਾਨ। ਸਭ ਟੇਕਾ ਭਗ ਦੀਵਾਨ, ਸਰਬ ਕਲਿਆਣ ਪੈਜ ਰੱਖੇ ਗੁਰੂ ਨਾਨਕ ਸਾਹ ਮਿਹਰਬਾਨ। ਇਸ ਰਚਨਾ ਦੀ ਤੇ ਨਾਮ ਧਰਾਇਓ ਗੁਰਸਿੱਖਿਆ ਨਿਜ। ਕਹਿੰਦੇ ਨਾਮ ਧਰਾਇਓ ਗੁਰਸਿੱਖਿਆ ਨਿਜ, ਆਪਣਾ ਨਾਮ ਧਰਾ ਲਿਆ ਮੈਂ ਸਿੱਖਾਂ। ਜਪ ਜੀ ਕੰਠ ਨਾ ਕੀਨ, ਤੰਦਲ ਬਿਨ ਤੁਖ ਕਾਮ ਕੇ, ਨੇਫਲ ਇਸ ਬਿਦ ਚੀਨ। ਉਹ ਤਾਂ ਨੇਫਲ ਇਹ ਆ, ਗਰਭਗੰਜਨੀ ਟੀਕੇ 'ਚ ਲਿਖਿਆ ਹੈ। ਸੋ ਇਸ ਕਰਕੇ ਸ੍ਰੀ ਜਪਜੀ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਥਮ ਬਾਣੀ, ਆਪਾਂ ਹੁਣ ਇਸ ਵਿਆਖਿਆ ਨੂੰ ਸਮਾਪਤੀ ਕਰੀਏ
ਤੇ ਪਹਿਲੀ ਬਾਣੀ ਹੈ ਸਿੱਖ ਧਰਮ ਦੇ ਅਨੁਸਾਰ ਨਿਤਨੇਮ ਦੀ ਅੰਮ੍ਰਿਤ ਵੇਲੇ ਦੀ 5 ਬਾਣੀ ਚੋਂ ਪਹਿਲੀ ਬਾਣੀ ਹੈ। ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ 5 ਬਾਣੀਆਂ ਤਾਂ ਪਹਿਲੀ ਬਾਣੀ ਪੜ੍ਹੀ ਜਾਂਦੀ ਹੈ। ਕੜਾਹ ਪ੍ਰਸ਼ਾਦ ਤਿਆਰ ਕਰਨ ਸਮੇਂ ਸ੍ਰੀ ਜਪਜੀ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ। ਗੁਰਸਿੱਖ ਹਰ ਦੁੱਖ ਸੁੱਖ ਦੇ ਵਿੱਚ, ਹਰ ਦੁੱਖ ਸੁੱਖ ਦੇ ਸਮੇਂ ਨਵਾਂ ਕਾਰੋਬਾਰ ਆਰੰਭ ਕਰਨਾ ਹੋਵੇ, ਮਨੋ ਕਾਮਨਾ ਦੀ ਗੱਲ ਹੋਵੇ, ਸਤਿਗੁਰੂ ਜੀ ਪਾਸੋਂ ਪੂਰਤੀ ਲਈ ਵੀ ਮੇਰੀ ਕਾਮਨਾ ਦੀ ਪੂਰਤੀ ਹੋਵੇ, ਜਪਜੀ ਸਾਹਿਬ ਦਾ ਪਾਠ ਕਰਦੇ ਆ। ਬ੍ਰਹਮ ਗਿਆਨ ਦੀ ਪ੍ਰਾਪਤੀ ਆਦਿ ਲਈ ਵੀ ਜਪਜੀ ਸਾਹਿਬ ਦੇ ਪਾਠ ਨੇ। ਇਹਦਾ ਆਸਰਾ ਲੈਂਦੇ ਬੜੇ ਬੜੇ ਬ੍ਰਹਮ ਗਿਆਨੀ 1.25 ਲੱਖ ਦਾ ਜਪਜੀ ਦੇ ਪਾਠ ਕੀਤੇ। ਇਸ ਤਰ੍ਹਾਂ ਅਨੇਕਾਂ ਗੁਰਸਿੱਖਾਂ ਨੇ ਜਪਜੀ ਸਾਹਿਬ ਦੇ ਪਾਠ ਦਾ ਮਹੱਤਵ ਦਰਸਾਇਆ ਹੈ। ਇਸ ਵਾਸਤੇ ਹਰ ਸਿੱਖ ਸਿੱਖੜੀ ਨੂੰ ਹਰ ਰੋਜ਼ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਨਿਤਨੇਮ ਸਭ ਤੋਂ ਪਹਿਲਾਂ ਪੜ੍ਹਨਾ ਚਾਹੀਦਾ। ਫਿਰ ਬਾਕੀ 4 ਬਾਣੀਆਂ ਬਾਅਦ 'ਚ ਗੁਰੂ ਸਾਹਿਬ ਨੇ ਸ੍ਰੀ ਜਪਜੀ ਸਾਹਿਬ ਦਾ ਅਤਿਅੰਤ ਮਹਾਤਮ ਜਤਾਉਂਦੇ ਹੋਏ ਸਿੱਖਾਂ ਨੂੰ ਬਹੁਤ ਸਾਰੇ ਥਾਵਾਂ 'ਤੇ ਸ੍ਰੀ ਜਪਜੀ ਸਾਹਿਬ ਦਾ ਮਹਾਤਮ ਦਰਸਾਇਆ ਹੈ। ਉੱਥੇ ਗੁਰੂ ਸਾਹਿਬ ਨੇ ਸਰੀਰ ਓਹਲੇ ਕਰਨ ਸਮੇਂ, ਗੁਰੂ ਸਾਹਿਬ ਨੇ ਸ਼ਹੀਦੀ ਦੇ ਸਮੇਂ ਜਪਜੀ ਸਾਹਿਬ ਦੇ ਪਾਠ ਕਰਕੇ ਹੀ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ। ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਸਰਵ ਪ੍ਰਥਮ ਪਹਿਲਾ ਮੂਲ ਮੰਤਰ ਨਾਨਕ ਹੋਸੀ ਵੀ ਸਕ, ਫਿਰ ਉੱਥੋਂ ਪੌੜੀਆਂ ਦੀ ਗਿਣਤੀ ਚੱਲਦੀ ਹੈ 38, ਮੂਲ ਮੰਤਰ ਸਮੇਤ 39 ਹੋ ਗਏ ਅਤੇ ਅੰਤ ਵਿੱਚ ਸ਼ਲੋਕ 40 ਹੋ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਪ੍ਰਮੁੱਖ ਤੇ ਪਾਵਨ ਰਚਨਾ ਹੈ, ਪ੍ਰਮੁੱਖ ਤੇ ਪਾਵਨ ਰਚਨਾ ਹੈ, ਜਿਹਦੇ ਵਿੱਚ ਕੁੱਲ 4963 ਅੱਖਰ ਵਰਤੇ ਮਹਾਰਾਜ ਨੇ। ਅਤੇ ਇਸ ਦੇ ਵਿੱਚ 30 ਵਾਰੀ ਨਾਨਕ ਪਦ ਆਇਆ ਹੈ। 12 ਵਾਰੀ 12 ਪੌੜੀਆਂ ਉਹ ਨੇ ਜਿਹਦੇ ਵਿੱਚ 6ਵੀਂ ਪੌੜੀ ਵਿੱਚ 12ਵੀਂ 13ਵੀਂ 14ਵੀਂ ਅਤੇ 16ਵੀਂ 17ਵੀਂ 19 23 28 ਅਤੇ 29 ਅਤੇ 30 ਅਤੇ 36ਵੀਂ ਪੌੜੀ ਦੇ ਵਿੱਚ ਨਾਨਕ ਪਦ ਨਹੀਂ ਵਰਤਿਆ ਹੈ। 2 ਪੌੜੀਆਂ 'ਚ 2 ਵਾਰੀ ਵਰਤਿਆ ਹੈ। 21 ਅਤੇ 27ਵੀਂ ਪੌੜੀ 2 ਵਾਰੀ ਨਾਨਕ ਪਦ ਆ ਗਿਆ। ਜਪਜੀ ਸਾਹਿਬ ਦੀ ਰਚਨਾ ਗੁਰਮੁਖੀ ਦੇ ਕਿਹੜੇ ਅੱਖਰ ਨੇ? 32 ਅੱਖਰਾਂ ਦੇ ਵਿੱਚ ਰਚਨਾ ਹੈ। 3 ਅੱਖਰ ඤ ਯਈਆ ੰਗਾਂ, ਇਹ 3 ਅੱਖਰਾਂ ਦੀ ਵਰਤੋਂ ਜਪਜੀ ਸਾਹਿਬ 'ਚ ਨਹੀਂ ਕੀਤੀ। ਇਹਦਾ ਕਾਰਨ ਮਹਾਰਾਜ ਆਪ ਜਾਣਦੇ ਹੈ, ਕਿਉਂਕਿ ਗਾਇਤਰੀ ਮੰਤਰ 32 ਅੱਖਰਾਂ ਦਾ ਮੰਨਿਆ। ਉਹਨੂੰ ਤਾਂ ਸ਼ਰਾਪ ਦੇ ਦਿੱਤਾ ਸੀ ਜਦੋਂ 100 ਪੁੱਤਰ ਮਾਰਤਾ ਸੀ ਵਸ਼ਿਸ਼ਟ ਮੁਨੀ ਦਾ। ਪਾਂਦੇ ਤੁਮਰੀ ਗਾਇਤਰੀ ਲੋਦੇ ਕਾ ਖੇਤ ਗਏ, ਇਹ ਗਾਇਤਰੀ ਤੁਹਾਡੀ ਲੋਦੇ ਦਾ ਖੇਤ ਉਹ ਖਾ ਗਈ ਸਾਰਾ, ਪਰ ਫਸਲ ਦੀ ਤਰ੍ਹਾਂ ਹੀ ਹੁੰਦੀ ਹੈ, ਸੰਤਾਨ ਉਜਾੜ ਦਿੱਤੀ। ਅਤੇ ਮਹਾਰਾਜ ਸਾਹਿਬ ਨੇ ਕਿਹਾ ਮੈਂ ਗੁਰਸਿੱਖਾਂ ਨੂੰ ਐਸਾ ਜਪਜੀ ਦਾ ਪਾਠ ਦਿਆਂ 32 ਅੱਖਰਾਂ ਦੇ ਵਿੱਚ, ਇਹ ਉਹਦੇ ਨਾਲੋਂ ਸ਼ਕਤੀਸ਼ਾਲੀ ਹੈ ਅਤੇ ਗਾਇਤਰੀ ਮੰਤਰ ਦੇ ਨਾਲੋਂ ਕਿਤੇ ਜ਼ਿਆਦਾ ਮਹਾਤਮ ਹੈ। ਅਤੇ ਸਾਡੇ ਗੁਰਸਿੱਖਾਂ ਨੂੰ ਭਰਮਾਉਣ ਵਾਸਤੇ ਗਾਇਤਰੀ ਮੰਤਰ ਦੇ ਉਪਾਸਕਾਂ ਨੇ ਇੱਕ ਕੱਢ ਮਾਰੀ ਗੱਲ, ਕਹਿੰਦੇ ਜੀ ਜਪਜੀ ਸਾਹਿਬ ਦੇ ਵਿੱਚ ਐਡੀ ਸਮਰੱਥਾ ਸੀ, ਕਹਿੰਦੇ ਇਹਦੀਆਂ ਜਪਜੀ ਸਾਹਿਬ ਦੀਆਂ 2 ਪੌੜੀਆਂ ਕੱਢ ਦਿੱਤੀਆਂ ਵਿੱਚੋਂ, ਨਹੀਂ ਤਾਂ ਮੁਰਦਾ ਜਿਉਂਦਾ ਕਰ ਲਿਆ ਸੀ ਸਿੱਖਾਂ ਨੇ। ਉਹ ਭਲਿਓ ਪੁਰਸ਼ੋ, ਤੁਹਾਨੂੰ ਦੂਸਰੇ ਧਰਮ ਵਾਲਿਆਂ ਨੂੰ ਤਾਂ ਗਿਆਨ ਹੋ ਗਿਆ, ਸਿੱਖਾਂ ਨੂੰ ਕੋਈ ਗਿਆਨ ਨਹੀਂ। ਇਹ ਇੱਕ ਮੁਕਾਬਲੇ 'ਚ ਗੱਲ ਖੜੀ ਕੀਤੀ, ਚਾਹੀਦੀ ਨਹੀਂ, ਈਰਖਾ ਨਹੀਂ ਚਾਹੀਦੀ। 40 ਦੇ 40 ਸ਼ਬਦ ਪੂਰੇ ਨੇ, 38 ਤਾਂ ਅੰਕਾਂ ਤੱਕ ਸੋਚਿਆ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ ਤੋਂ ਸ਼ੁਰੂ ਹੋ ਕੇ ਜਤ ਭਾਰਤ ਇਸ ਨਾਲ ਅਖੀਰ ਦੇ 38 ਅੰਕ ਆ ਗਿਆ। ਅਤੇ ਹੁਣ 2 ਅੰਕੇ ਮਿਲਾਉਣੇ ਵਿੱਚ ਕਿਹੜੀਆਂ ਪੌੜੀਆਂ ਕੱਢੀਆਂ ਨੇ? ਇੱਕ ਸ਼ਲੋਕ, ਇੱਕ ਮੂਲ ਮੰਤਰ ਹੈ, 40 ਦੇ 40 ਪੂਰੇ ਨੇ। 100 ਅੱਖਰ ਵਰਤਿਆ ਸ਼ਲੋਕ ਨੂੰ ਛੱਡ ਕੇ, ਸੰਪੂਰਨ ਕਰ ਦਿੱਤਾ ਹੈ। ਇੱਥੇ ਜਪਜੀ ਸਾਹਿਬ ਮਹਾਰਾਜ ਦਾ ਮਹਾਤਮ ਜਿਹੜਾ ਹੈ, ਜਪਜੀ ਸਾਹਿਬ ਦੇ ਜਿਹੜੇ ਸਾਰੇ ਅੱਖਰ ਸਾਧ ਸੰਜੀ 4983। ਅਤੇ ਸਤਿਗੁਰੂ ਮਹਾਰਾਜ ਕਿਰਪਾ ਕਰਨ। ਅਖੀਰ ਦੇ ਵਿੱਚ ਇੱਕ ਬੇਨਤੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਕੋਲ ਇੱਕ ਸਿੱਖ ਨੇ ਆ ਕੇ ਬੇਨਤੀ ਕੀਤੀ, ਅਨੰਦਪੁਰ ਸਾਹਿਬ, ਗਰੀਬ ਨਵਾਜ਼ ਮੇਰੇ ਘਰ ਵਾਲੀ ਨੂੰ ਤੇ ਇੱਕ ਇਸ ਤਰ੍ਹਾਂ ਦਾ ਉਹ ਜੰਤਰ ਮੰਤਰ ਕਰਕੇ ਮੁਸਲਮਾਨ ਨੇ ਭਰਮਾ ਲਿਆ, ਮਹਾਰਾਜ ਸਾਡੇ ਘਰ 'ਚ ਸਿੱਖੀ ਜਾਂਦੀ ਰਹੀ, ਕਿਰਪਾ ਕਰੋ। ਮਹਾਰਾਜ ਕਹਿੰਦੇ ਭਾਈ ਜਪਜੀ ਸਾਹਿਬ ਕੰਠ ਸੀ ਬੀਬੀ ਦੇ? ਕਹਿੰਦੇ ਨਹੀਂ ਜੀ। ਤੂੰ ਪੜ੍ਹਦਾ? ਕਹਿੰਦਾ ਨਹੀਂ ਜੀ। ਕਹਿੰਦੇ ਫਿਰ ਭਾਈ ਇੰਨੀ ਢਿੱਲ ਕਿਉਂ ਹੈ? ਜਪਜੀ ਸਾਹਿਬ ਪੜ੍ਹ ਕੇ ਇਹਨੂੰ ਜਲ ਛਕਾਓ ਜਪਜੀ ਸਾਹਿਬ ਕੋਲ ਗਏ, ਉਹ ਛਕਾਇਆ, ਚੰਗੀ ਭਲੀ ਹੋ ਗਈ। ਮਹਾਰਾਜ ਕਹਿੰਦੇ ਅੱਜ ਤੋਂ ਬਾਅਦ ਪਰਨ ਕਰ ਲਓ, ਜਿਹਦੇ ਜਪਜੀ ਸਾਹਿਬ ਚੇਤੇ ਹੋਏਗਾ ਉਹਨੂੰ ਤਾਂ ਪ੍ਰੇਤ ਚਿੰਬੜੇ ਨਹੀਂ ਸਕਦਾ ਅਤੇ ਉਹਦੇ ਨੇੜੇ ਜੰਤਰ ਮੰਤਰ ਨਹੀਂ ਆ ਸਕਦਾ। ਇੱਕ ਇਸੇ ਤਰ੍ਹਾਂ ਸਿੱਖ ਆਇਆ, ਭਾਈ ਆਨੰਦ ਸਿੰਘ ਸੀ, ਉਹਨੇ ਬੇਨਤੀ ਕੀਤੀ, ਗਰੀਬ ਨਵਾਜ਼, ਰਸਤੇ 'ਚ ਸੰਗਤ ਆਉਂਦੀ ਸੀ, ਸਰਾਂ 'ਚ ਰਾਤ ਕੱਢੀ, ਉੱਥੇ ਇੱਕ ਯਾਤਰੂ ਦੇ ਇੱਕ ਸਿੱਖ ਦੇ ਵਿੱਚ ਪ੍ਰੇਤ ਬੋਲਣ ਲੱਗ ਗਿਆ। ਮਹਾਰਾਜ ਅਸੀਂ ਤਾਂ ਹੈਰਾਨ ਆ ਵੀ ਸਿੱਖਾਂ 'ਚ ਵੀ ਪ੍ਰੇਤ ਵੜ ਸਕਦਾ, ਇਹ ਤਾਂ ਹੋ ਨਹੀਂ ਸਕਦੀ ਗੱਲ। ਮਹਾਰਾਜ ਕਹਿੰਦੇ ਕਿੱਥੇ ਆ ਉਹ? ਕਹਿੰਦੇ ਲਿਆ ਬੁਲਾਓ। ਉਹਦੇ ਜਪਜੀ ਸਾਹਿਬ ਕੰਠ ਨਹੀਂ ਹੋਣਾ, ਜਿਹਦੇ ਜਪਜੀ ਸਾਹਿਬ ਕੰਠ ਆ ਉਹਦੇ 'ਚ ਪ੍ਰੇਤ ਨਹੀਂ ਵੜ ਸਕਦਾ।
ਬੁਲਾਇਆ, ਤੇਰੇ ਜਪਜੀ ਸਾਹਿਬ ਕੰਠ ਹੈ? ਕਹਿੰਦਾ ਜੀ ਮੈਂ ਤਾਂ ਕਦੇ ਪਾਠ ਵੀ ਨਹੀਂ ਕਰਿਆ ਜਪਜੀ ਦਾ। ਕਹਿੰਦੇ ਪ੍ਰੇਤ ਨਹੀਂ ਚਿੰਬੜਨਗੇ, ਹੋਰ ਕੀ ਚਿੰਬੜੂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ। ਇਸ ਕਰਕੇ ਭਾਈ ਜਪਜੀ ਉਸ ਵੇਲੇ ਤੋਂ ਅਨੰਦਪੁਰ ਸਾਹਿਬ ਸਭ ਨੇ ਪਰਨ ਕਰ ਲਿਆ ਸੀ। ਜਪਜੀ ਸਾਹਿਬ ਦੇ ਵੱਡੇ ਮਹਾਤਮਨ, ਅਤੇ ਅੱਜ ਤੋਂ ਆਪਾਂ ਇਹ ਯਕੀਨ ਕਰਨਾ ਹੈ ਜਿਹੜੇ ਜਪਜੀ ਸਾਹਿਬ ਦੀ ਢਿੱਲ ਕਰਦੇ ਹੈ ਉਹ ਜਪਜੀ ਸਾਹਿਬ ਦੇ ਪਾਠ 'ਤੇ ਭਰੋਸਾ ਰੱਖਣ। ਆਓ ਹੁਣ ਇੱਥੇ ਹੀ ਸਮਾਪਤੀ ਹੈ। ਭੁੱਲਾਂ ਚੁੱਕਾਂ ਸਤਿਗੁਰੂ ਜੀ ਖਿਮਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।